सतनाम श्री वाहिगुरु साहिब जीओ। आद निरंजन है गुरु नानक, धार कै मूरत है जग आयो। लोक सुनियो परलोक सुनियो, विद लोक सुनियो सब दर्शन पायो। संगत पार उतारन कौ, गुरु नानक साहिब पंथ चलायो। वाहिगुरु गुरु नानक साहिब, धार कै मूरत है जग आयो। जिसमें अमृत ज्ञान है, माणक भगत वैराग। गुरु ग्रंथ साहिब उदद, बंदों कर अनुराग। सतगुर मम बेरी कटहो, निज बेरी परचार। इस बेरी होए भव सुफल, बिन बेरी कर पार। एक ओंकार सतगुरु, तिह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम वाहिगुरु साहिब जीओ। दोहरा सुन श्रोनन मन गुरे पुन, पाति अचरज चीन। दुत्य इंद राकिंद ज्यों, जौन वैन इन कीन। दोहरा सुन श्रोनन मन गुने पुन। वाहिगुरु जी का खालसा, वाहिगुरु जी की फतेह। पतत पावन भगत वशल करना निदान, दीन दुनिया के मालक धन धन सतगुरु श्री गुरु ग्रंथ साहिब महाराज जी की पावन पवित्र हजूरी अंदर गोद अंदर जुड़े बैठे गुरु प्यारे गुरु सवारे सतसंगी जनों। सतगुरु जी की अपार कृपा रहमत बख्शिश का सदका पापा नूं गुर इतिहास दे नाल जुड़न का सोहना सुभागा समा अवसर प्राप्त हो रहा है। सो अपने स्थानां की मर्यादा अनुसार धन धन शहीद बाबा नत्थू जी के स्थानां ते जो लड़ीवार गुर इतिहास की कथा चल रही है, सो प्यारिओ उहदा समा हो रहा। आओ सुरती बिरती एकागर करिए ते आपां कथा सरवण करके लाहा प्राप्त करिए। सो सार संगत जीओ, आप जी ने पिछले दीवाना के अंदर कथा सरवण की सी कि श्री गुरु नानक देव महाराज जी गोपाल नाम के पांधा जी के पास पढ़न वास्ते गए। ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ
ਪਹਿਲੇ ਦਿਨ ਵਿੱਦਿਆ ਪ੍ਰਾਪਤ ਕੀਤੀ ਤੇ ਜਿਵੇਂ ਜਿਵੇਂ ਪਾਂਧਾ ਜੀ ਨੇ ਆਖਣਾ ਕੀਤਾ ਉਵੇਂ ਉਵੇਂ ਦੂਸਰੇ ਬੱਚਿਆਂ ਵਾਂਗੂ ਸਤਿਗੁਰੂ ਮਹਾਰਾਜ ਜੀ ਪਿੱਛੇ ਪਿੱਛੇ ਬੋਲਦੇ ਰਹੇ। ਤੇ ਦੂਸਰੇ ਦਿਨ ਜਦੋਂ ਦੁਬਾਰੇ ਫਿਰ ਸਤਿਗੁਰੂ ਮਹਾਰਾਜ ਜੀ ਨੂੰ ਧੰਨ ਬਾਬਾ ਮਹਿਤਾ ਕਾਲੂ ਜੀ ਪਾਂਧਾ ਜੀ ਦੇ ਪਾਸ ਪੜ੍ਹਨ ਵਾਸਤੇ ਛੱਡ ਕੇ ਆਏ। ਦੂਸਰੇ ਦਿਨ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕੋਈ ਬਚਨ ਨਾ ਕੀਤਾ। ਪਾਂਧਾ ਜੀ ਨੇ ਉਸ ਵੇਲੇ ਆਖਿਆ ਕਿ ਨਾਨਕ ਪੁੱਤਰ ਪੜ੍ਹਨਾ ਕਰ, ਤੂੰ ਕੱਲ ਬਹੁਤ ਸੋਹਣਾ ਪੜ੍ਹਦਾ ਸੈਂ ਤੇ ਦੂਜੇ ਬੱਚਿਆਂ ਤੋਂ ਅਲੱਗਾ ਵੀ ਕਰ ਲਿਆ ਕਿ ਮੈਂ ਇਹਦੇ 'ਤੇ ਜ਼ਿਆਦਾ ਜੇਕਰ ਧਿਆਨ ਦੇਵਾਂਗਾ ਉਨੀ ਛੇਤੀ ਇਹ ਜੋ ਬੱਚਾ ਹੈ ਬਾਲਕਾ ਪੜ੍ਹੇਗਾ ਤੇ ਜਿੰਨੀ ਛੇਤੀ ਪੜ੍ਹੇਗਾ ਉਨੀ ਛੇਤੀ ਬਾਬਾ ਮਹਿਤਾ ਕਾਲੂ ਮੈਨੂੰ ਖੁਸ਼ ਹੋ ਕੇ ਇਨਾਮ ਦੇਵੇਗਾ। ਸਾਧ ਸੰਗਤ ਜੀਓ, ਉਸ ਵੇਲੇ ਆਖਿਆ ਕਿ ਜਿਸ ਤਰ੍ਹਾਂ ਪੁੱਤਰ ਕੱਲ੍ਹ ਪੜ੍ਹਦਾ ਸੈਂ ਇਸੇ ਤਰੀਕੇ ਨਾਲ ਫਿਰ ਅੱਜ ਪੜ੍ਹ। ਤੇ ਗੁਰੂ ਮਹਾਰਾਜ ਸਾਹਿਬ ਜੀ ਚੁੱਪ ਰਹੇ, ਕੁਝ ਵੀ ਨਾ ਬੋਲੇ। ਵਾਰ-ਵਾਰ ਜਦੋਂ ਸਤਿਗੁਰੂ ਮਹਾਰਾਜ ਨੂੰ ਆਖਿਆ ਤਾਂ ਕਹਿਣ ਲੱਗੇ, ਪਾਤਸ਼ਾਹ ਜੀ, ਪਾਂਧਾ ਜੀ, ਮੈਨੂੰ ਕਿਰਪਾ ਕਰਕੇ ਇਹ ਦੱਸੋ ਵੀ ਇਹ ਜਿਹੜੀ ਤੁਸੀਂ ਪੜ੍ਹਾਈ ਹੈ, ਮੈਨੂੰ ਪੜ੍ਹਾ ਰਹੇ ਹੋ, ਹਿਸਾਬ ਸਿਖਾ ਰਹੇ ਹੋ, ਇਹਦੇ ਨਾਲ ਅਗਾਂਹ ਦਾ ਪਰਲੋਕ ਦਾ ਹਿਸਾਬ ਮਿਟ ਜਾਂਦਾ, ਖਤਮ ਹੋ ਜਾਂਦਾ ਕਿ ਨਹੀਂ? ਪਾਂਧਾ ਜੀ ਨੇ ਜਦੋਂ ਸੁਣਿਆ ਤਾਂ ਬੜੇ ਹੈਰਾਨ ਹੋਏ। ਇਹ ਪਰਲੋਕ ਦੀ ਨਿੱਕੀ ਜਿਹਾ ਬੱਚਾ ਹੈ, ਕਿਵੇਂ ਗੱਲਾਂ ਕਰ ਸਕਦਾ ਹੈ? ਤਾਂ ਸਾਧ ਸੰਗਤ ਜੀਓ, ਫਿਰ ਪਾਂਧਾ ਜੀ ਨੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਆਖਿਆ ਕਿ ਭਾਈ ਜਿਹੜੀ ਮੈਂ ਪੜ੍ਹਾਈ ਪੜ੍ਹਾਉਣਾ ਹੈ ਇਹ ਦੁਨੀਆ ਵਿੱਚ ਕੰਮ ਆ ਸਕਦੀ ਹੈ। ਜਿਵੇਂ ਤੁਹਾਡਾ ਪਿਤਾ ਪਟਵਾਰੀ ਹੈ, ਕਈ ਪਿੰਡਾਂ ਦਾ ਇਸੇ ਤਰੀਕੇ ਦੇ ਨਾਲ ਤੁਸੀਂ ਉਹਦੇ ਥਾਂ 'ਤੇ ਨਿਯੁਕਤ ਹੋ ਸਕਦੇ ਹੋ। ਜਿਵੇਂ ਜ਼ਮੀਨ ਮਿਣੀ ਦੀ ਹੈ ਜਰੀਬਾਂ ਦੇ ਨਾਲ ਤੁਹਾਨੂੰ ਵੀ ਹਿਸਾਬ ਆ ਜਾਵੇਗਾ, ਤੁਸੀਂ ਵੀ ਮਿਣਤੀ ਕਰਨ ਲੱਗ ਸਕਦੇ ਹੋ। ਅਤੇ ਮੈਨੂੰ ਹੋਰ ਵੀ ਬਹੁਤ ਕੁਝ ਆਉਂਦਾ ਹੈ ਜੋ ਮੈਂ ਤੁਹਾਨੂੰ ਸਿਖਾ ਸਕਦਾ ਅਤੇ ਤੁਹਾਡੇ ਵੱਡੇ ਹੋ ਕੇ ਕੰਮ ਆਵੇਗਾ। ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਆਖਿਆ, ਪਾਂਧਾ ਜੀ, ਇਹ ਜਿਹੜਾ ਤੁਸੀਂ ਹਿਸਾਬ ਸਿਖਾ ਰਹੇ ਹੋ ਇਹਦੇ ਨਾਲ ਤਾਂ ਬੰਦੇ ਨੂੰ ਫਾਹੀ ਪੈਂਦੇ ਨੇ। ਅਗਾਂਹ ਪਰਲੋਕ ਦੇ ਜਿਹੜੇ ਬੰਧਨ ਹਨ ਇਹ ਤਾਂ ਟੁੱਟਦੇ ਕੋਈ ਨਹੀਂ। ਜਿਹੜੇ ਗੱਲਾਂ ਸਾਧ ਸੰਗਤ ਜੀ ਸੁਣੀਆਂ ਤਾਂ ਪਾਂਧਾ ਜੀ ਨੇ ਉਸ ਵੇਲੇ ਆਖਣਾ ਕੀਤਾ ਕਿ ਫਿਰ ਤੁਸੀਂ ਦੱਸੋ ਵੀ ਇਹ ਬੰਦੇ ਨੂੰ ਕਰਨਾ ਕੀ ਚਾਹੀਦਾ? ਤਾਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਜਾਲ ਮੋਹ ਘਸ ਮਸ ਕਰ, ਮੱਥ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲਿਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਸੋ ਸਤਿਗੁਰੂ ਮਹਾਰਾਜ ਜੀ ਨੇ ਇਹ ਸਾਰ ਸੰਗਤ ਦੀ ਸ੍ਰੀ ਰਾਗ ਦੇ ਅੰਦਰ ਸ਼ਬਦ ਉਚਾਰਨ ਕਰਨਾ ਕੀਤਾ। ਜਿਹੜੇ ਪਾਂਧਾ ਜੀ ਨੇ ਸਾਰਾ ਕੁਝ ਸੁਣਿਆ, ਮਹਾਰਾਜ ਨੇ ਮਾਇਨੇ ਸਮਝਾਏ, ਅਰਥ ਸਮਝਾਏ ਸ਼ਬਦ ਦੇ, ਤਾਂ ਸਾਰ ਸੰਗਤ ਜੀ ਹੱਕਾ ਬੱਕਾ ਰਹਿ ਗਿਆ। ਸੋ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਕਥਾ ਸਰਵਣ ਕੀਤੀ ਸੀ। ਪਿਆਰਿਓ, ਆਓ ਹੁਣ ਆਪੋ ਆਪਣੀ ਸੁਰਤੀ ਬਿਰਤੀ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਜੋੜੀਏ। ਪਿਆਰ ਦੇ ਨਾਲ ਅੱਗੇ ਕਥਾ ਸਰਵਣ ਕਰਕੇ ਆਪਣੇ ਮਨੁੱਖਾ ਜਨਮ ਦਾ ਅਸਲੀ ਲਾਹਾ ਲਈਏ ਜੀ। ਦੋਹਰਾ ਸੁਨ ਸਰੋਨਨ ਮਨ ਗੁਨਹਿ ਪੁਨ। ਜੋ ਗੋਪਾਲ ਪਾਂਧਾ ਸੀ ਇਹ ਸਾਰੇ ਸ਼ਬਦ ਨੂੰ ਸੁਣ ਕੇ, ਅਰਥਾਂ ਨੂੰ ਸੁਣ ਕੇ ਮਨ ਦੇ ਅੰਦਰ ਫਿਰ ਵਿਚਾਰ ਕਰਨ ਲੱਗਿਆ। ਆਦਿ ਅਚਰਜ ਚੀਰ। ਗੋਪਾਲ ਪਾਂਧੇ ਨੇ ਬਹੁਤ ਜ਼ਿਆਦਾ ਇੱਕ ਹੈਰਾਨੀ ਜਨਕ ਕੌਤਕ ਜਾਣਿਆ। ਦੁਤਿਆ ਇੰਦ ਰਾਕਿੰਦ ਜਿਉ।
ਤੇ ਮਨ ਵਿੱਚ ਖਿਆਲ ਕੀਤਾ ਕਿ ਇਹਨਾਂ ਦਾ ਜਿਹੜਾ ਮੁਖੜਾ ਹੈ ਇਹ ਤਾਂ ਦੂਜ ਦੇ ਚੰਦਰਮਾ ਵਾਂਗੂ ਹੈ ਜਾਂ ਪੂਰਨਮਾਸ਼ੀ ਦੇ ਚੰਦਰਮਾ ਵਾਂਗੂ ਹੈ। ਜੋਨ ਬੈਨ ਇਨ ਕੀਨ ਜੇ ਪੁੰਨਿਆ ਵਾਲਾ ਜਿਹੜਾ ਚੰਦਰਮਾ ਹੁੰਦਾ ਐਨ ਪੂਰਾ ਗੋਲ ਹੁੰਦਾ, ਜੋਬਨ ਤੇ ਹੁੰਦਾ ਤੇ ਉਹਦੇ 'ਚ ਕਰਨਾ ਠੰਡੀਆਂ ਨਿਕਲਦੀਆਂ ਨੇ, ਧਰਤੀ 'ਤੇ ਪੈਂਦੀਆਂ ਨੇ ਤਾਂ ਸਾਰ ਸੰਤ 18 ਭਾਰ ਬਨਸਪਤੀ ਵਿੱਚ ਰਸ ਭਰ ਜਾਂਦਾ ਹੈ। ਸੋ ਇਹਨਾਂ ਨੇ ਮਨ ਦੇ ਵਿੱਚ ਖਿਆਲ ਕੀਤਾ, ਪਾਂਧਾ ਜੀ ਨੇ ਵੀ ਇਹਨਾਂ ਨੇ ਜਿਹੜੇ ਬਚਨ ਕੀਤੇ ਨੇ ਨਾ ਆਪਣੇ ਮੁਖੜੇ ਤੋਂ, ਇਹ ਐਵੇਂ ਹੈ ਵੀ ਜਿਵੇਂ ਚੰਦਰਮਾ ਦੇ ਵਿੱਚੋਂ ਠੰਡੀਆਂ ਕਿਰਨਾਂ ਨਿਕਲਦੀਆਂ ਹੋਣ। ਇਹ ਹਿਰਦੇ ਨੂੰ ਸ਼ਾਂਤੀ ਦੇਣ ਵਾਲੇ ਹਨ। ਚਿਤ ਚਕੋਰ ਰੁਚ ਚਮਕੀ ਜਾਰੋ ਤੇ ਦਿਲ ਦੇ ਅੰਦਰ ਜਿਹੜੀ ਸਾਰ ਸੰਤ ਜੀ ਉਹ ਇਹਦੇ ਰੁਚੀ ਸੀ ਨਾ, ਕਵੀ ਜੀ ਕਹਿੰਦੇ ਚਕੋਰ ਵਾਂਗੂ ਬਹੁਤ ਜ਼ਿਆਦਾ ਸੁੰਦਰ ਉਹ ਚਮਕੀ ਹੈ। ਉਹਨੇ ਉਹ ਆਪਣਾ ਸਾਰ ਸੰਤ ਦੀ ਉਬਾਲ ਮਾਰਿਆ, ਦਿਲ ਦੇ ਅੰਦਰ ਰੁਚੀ ਸੀ, ਇਹਦੇ ਚਾਹਨਾ ਸੀ ਜਿਹੜੀ, ਉਹਨੇ ਸਾਰ ਸੰਤ ਜੀ ਉਹ ਬਹੁਤ ਆਨੰਦ ਦੇ ਨਾਲ ਚਮਕਣਾ ਕੀਤਾ। ਚਕੋਰ ਦੇ ਦਿਲ ਦੇ ਵਿੱਚ ਚੰਦ ਚਕੋਰ ਪ੍ਰੀਤ ਹੈ, ਨਾਏ ਤਾਰ ਨਿਹਾਲੇ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਚੰਦਰਮਾ ਦੇ ਨਾਲ ਚਕੋਰ ਦਾ ਸਾਰ ਸੰਤ ਜੀ ਬੜਾ ਪਿਆਰ ਹੁੰਦਾ ਹੈ। ਉਹ ਇੱਕ ਟੱਕ ਨਿਗਾਹ ਲਾ ਕੇ ਨਾ ਤੇ ਉਹ ਵੇਖਦਾ ਹੀ ਰਹਿੰਦਾ ਚਕੋਰ। ਤੇ ਇਹ ਵੀ ਮੰਨਦੇ ਨੇ ਸਿਆਣੇ ਵੀ, ਕਹਿੰਦੇ ਵੀ ਚਕੋਰ ਜੇਕਰ ਬਨੇਰੇ 'ਤੇ ਬੈਠਾ ਹੋਵੇ, ਚੰਦਰਮਾ ਵੱਲ ਸਾਰ ਸੰਤ ਜੀ ਉਹ ਚਕੋਰ ਵੇਖੀ ਜਾਂਦਾ ਵੇਖੀ ਜਾਂਦਾ। ਆਖਰ ਨੂੰ ਜਿਵੇਂ ਜਿਵੇਂ ਚੰਦਰਮਾ ਸਾਰ ਸੰਤ ਜੀ ਉਹ ਘੁੰਮਦਾ ਹੈ, ਉਵੇਂ ਉਵੇਂ ਚਕੋਰ ਆਪਣੀ ਧੌਣ ਨੂੰ ਸਾਰ ਸੰਤ ਦੀ ਪਿਛਾਂਹ ਨੂੰ ਲਈ ਜਾਂਦਾ। ਆਖਰ ਨੂੰ ਪਿਛਾਂਹ ਚਲਿਆ ਜਾਂਦਾ ਹੈ ਚੰਦਰਮਾ ਪਿੱਠ ਵਾਲੇ ਪਾਸੇ ਨੂੰ। ਤਾਂ ਉਸ ਵੇਲੇ ਚਕੋਰ ਜਦੋਂ ਪੂਰਾ ਪਿਛਾਂਹ ਨੂੰ ਲੈ ਫਿਰ ਜਾਂਦਾ ਹੈ ਤੇ ਬਨੇਰੇ ਤੋਂ ਭੁੰਜੇ ਡੱਗ ਕੇ ਮਰ ਵੀ ਜਾਂਦਾ ਹੈ। ਇੰਨਾ ਸਾਰ ਸੰਤ ਜੀ ਇਹਦਾ ਚਕੋਰ ਦਾ ਚੰਦਰਮਾ ਨਾਲ ਨਿਉ ਹੁੰਦਾ, ਪਿਆਰ ਹੁੰਦਾ। ਸੋ ਭਾਈ ਸਾਹਿਬ ਜੀ ਕਹਿੰਦੇ ਵਾਹਿਗੁਰੂ ਕਹਿੰਦੇ ਵੀ ਚੰਦ ਚਕੋਰ ਰੁਚ ਚਮਕੀ ਚਤ ਚਾਰੂ, ਚਿੱਤ ਚਕੋਰ ਰੁਚ ਚਮਕੀ ਚਾਰੂ। ਇਹਨਾਂ ਦੇ ਅੰਦਰ ਸੁੰਦਰ ਜਿਹੜੀ ਚਾਹਨਾ ਸੀ ਨਾ ਉਹ ਚਮਕੀ ਹੈ। ਜਿਵੇਂ ਚਕੋਰ ਹੈ ਨਾ ਜਿਹੜਾ ਉਹ ਸਾਰ ਸੰਤ ਜੀ ਚੰਦਰਮਾ ਨਾਲ ਪਿਆਰ ਕਰਦਾ ਹੈ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਦੇਖਣ ਲੱਗੇ ਕਿ ਗੁਰੂ ਸਾਹਿਬ ਜੀ ਹੋਰ ਕਿਰਪਾ ਕਰਨਗੇ। ਬਾਲਨ ਤੁਲਨਾ ਬਾਲ ਅਚਾਰੋ ਤੇ ਮਨ ਦੇ ਵਿੱਚ ਖਿਆਲ ਕੀਤਾ ਮਨਾ ਵੀ ਇਹ ਦੇਖਣ ਨੂੰ ਬੱਚਿਆਂ ਵਰਗਾ ਹੈ ਤੇ ਪਰ ਬੱਚਿਆਂ ਵਾਲੇ ਕਰਤੱਵ ਨਹੀਂ ਹੈਗੇ। ਇਹਨਾਂ ਦੇ ਆਪਣਾ ਮਤਲਬ ਆਪਣਾ ਜਿਹੜੇ ਕੌਤਕ ਹਨ ਬੱਚਿਆਂ ਤੋਂ ਅਲੱਗਾ ਹਨ। ਕਲਾ ਵਿਸ਼ਾਲ ਦਿਆਲ ਭਲਿਆ ਭਲੇ ਭਾਂਤੀ ਤੇ ਬਹੁਤ ਯਾਰ ਭਾਰੀ ਇਹਨਾਂ ਵਿੱਚ ਸ਼ਕਤੀ ਆ, ਦਿਆਲੂ ਨੇ। ਜਨ ਕਲਮਲ ਕਲਬਲ ਆਰਾਤੀ ਮਾਲਣਾ ਕਰੋ ਵੀ ਕਲਯੁਗ ਦੇ ਜਿਹੜੇ ਪਾਪ ਹਨ ਬਹੁਤ ਜ਼ਿਆਦਾ ਤਗੜੇ। ਹਾਂਜੀ ਇਹ ਮਾਲਣਾ ਕਰੋ ਵੀ ਇੱਕ ਬਹੁਤ ਜ਼ਿਆਦਾ ਬਲਸ਼ਾਲੀ ਇਹ ਵੈਰੀ ਹਨ ਸਾਧੂਆਂ ਮਹਾਂਪੁਰਖਾਂ ਦੇ। ਤੇ ਮਹਾਰਾਜ ਸਾਹਿਬ ਜੀ ਕਲਯੁਗ ਰੂਪੀ ਕਲਯੁਗ ਦੇ ਜਿਹੜੇ ਪਾਪ ਹਨ ਬੰਦੇ ਦੇ ਆਚਰਨ ਨੂੰ ਮਾੜਾ ਕਰਨ ਵਾਲੇ, ਕਾਲਾ ਕਰਨ ਵਾਲੇ, ਉਹਦੇ ਤਕੜੇ ਵੈਰੀ ਹਨ। ਕਲਯੁਗ ਦੇ ਪਾਪਾਂ ਦਾ ਪ੍ਰਭਾਵ ਘਟਾਉਣ ਵਾਲੇ ਹਨ। ਸੂਝ ਭਰੀ ਬੂਝਨ ਹਿਤ ਉਦਿਤਿਓ ਤੇ ਫਿਰ ਦਿਲ ਦੇ ਅੰਦਰ ਸਾਰ ਸੰਤ ਦੀ ਸੋਝੀ ਹੋਈ, ਸਮਝ ਪਈ ਕਿ ਮਨਾ ਇਹਨਾਂ ਵਿੱਚ ਵਾਕਈ ਕੋਈ ਗੱਲਬਾਤ ਹੈ। ਤੇ ਪੁੱਛਣ ਦੇ ਵਾਸਤੇ ਸਾਰ ਸੰਤ ਜੀ ਤਿਆਰ ਹੋਏ। ਕਮਲ ਬਦਲ ਬਦਨ ਅਲਵਤ ਗੁਰ ਵਿਦਿਤਿਓ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਮੁਖੜਾ ਸਾਰ ਸੰਤ ਜੀ ਉਹ ਕਮਲ ਸ੍ਰੀਖੜਾ ਹੈ ਤੇ ਅਲ ਬਚ ਗੁਰ ਵਿਦਿਤਿਓ। ਗੁਰੂ ਮਹਾਰਾਜ ਸਾਹਿਬ ਜੀ ਦੇ ਸਾਰ ਸੰਤ ਜੀ ਇਹਨੇ ਸਨਮੁਖ ਆਪਣੇ ਮੂੰਹ ਤੋਂ ਜਿਹੜੇ ਬਚਨ ਕੀਤੇ ਇਹ ਭੌਰੇ ਵਾਂਗੂ ਸਨ, ਜਿਵੇਂ ਭੌਰਾ ਭੱਜ ਕੇ ਜਾਂਦਾ ਨਾ ਕਮਲ ਵੱਲ ਨੂੰ। ਸੋ ਐਵੇਂ ਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਤੀ ਜਿਹੜੀ ਚਾਹਨਾ ਸੀ, ਪੁੱਛਣ ਦੀ ਖਿੱਚ ਸੀ, ਉਹ ਪ੍ਰਗਟ ਹੋਏ। ਆਰਜ ਸੁਜਨ ਭਜਨ ਜਲ ਮੀਨਾ ਕਹਿੰਦਾ ਜੀ ਆਰਜ ਸੁਜਾਨ ਭਜਨ ਜਲ ਮੀਨਾ। ਤੇ ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਉਹ ਵਾਹਿਗੁਰੂ ਸਤਿਗੁਰੂ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਹੈ, ਮਹਾਰਾਜ ਜਿਹੜੇ ਤੁਹਾਡੇ ਸ੍ਰੇਸ਼ਟ ਭਗਤ ਲੋਕ ਹਨ ਉਹਨਾਂ ਦਾ ਜਿਹੜਾ ਮਨ ਹੈ ਨਾ ਵਾਹਿਗੁਰੂ ਪਰਮੇਸ਼ਰ ਜੀ ਦੇ ਭਜਨ ਰੂਪੀ ਜਲ ਦਾ ਮੱਛ ਹੈ। ਸੁਣੇ ਸੋ ਦੇਖੇ ਮੈਂ ਅਤ ਦੀਨਾ ਮੈਂ ਸੁਣਿਆ ਵੀ ਹੈ ਤੇ ਮੈਂ ਦੇਖਿਆ ਵੀ ਉਹ ਬਹੁਤ ਜਿਹੜਾ ਵਿਚਾਰੇ ਗਰੀਬ ਹੁੰਦੇ ਨੇ, ਉਹਨਾਂ 'ਤੇ ਬੜਾ ਦੁੱਖ ਆਉਂਦਾ, ਕਸ਼ਟ ਆਉਂਦਾ। ਜਿਹੜੇ ਪਰਮੇਸ਼ਰ ਦਾ ਸਿਮਰਨ ਜ਼ਿਆਦਾ ਕਰਦੇ ਨੇ ਉਹਨਾਂ ਉੱਤੇ ਉਨਾ ਹੀ ਜ਼ਿਆਦਾ ਮਤਲਬ ਕਿ ਆਪਣਾ ਦੁੱਖ ਦਲਿੱਦਰ ਆਉਂਦਾ ਹੈ। ਅਸ
ਆਸਨ ਬਸਨ ਤਨ ਪ੍ਰਾਪਤ ਨਾਹੀ। ਇੱਥੋਂ ਤੱਕ ਕਿ ਵੀ ਖਾਣ ਵਾਸਤੇ ਭੋਜਨ ਤੇ ਪਹਿਨਣ ਦੇ ਵਾਸਤੇ ਸਰੀਰ ਤੇ ਆਪਣਾ ਵਸਤਰ ਵੀ ਨਹੀਂ ਉਹਨਾਂ ਨੂੰ ਮਿਲਦੇ। ਆਵਹਿ ਖਾਹੇ ਰੰਗ ਸੇ ਆਹੀ। ਜੋ ਆ ਜਾਂਦਾ ਉਹੀ ਉਹ ਖਾ ਲੈਂਦੇ ਨੇ ਤੇ ਗਰੀਬਾਂ ਵਾਂਗੂ ਕੰਗਾਲਾਂ ਵਾਂਗੂ ਰਹਿੰਦੇ ਹਨ। ਇਸ ਕਰ ਮੁਰ ਔਰ ਸਰਦਾ ਹਾਰੀ। ਇਸੇ ਕਰਕੇ ਜੀ ਰੱਬ ਵਾਲੇ ਨਾਮ ਸਿਮਰਨ ਵਾਲੇ ਪਾਸੋਂ ਨਾ ਮੇਰੀ ਸ਼ਰਧਾ ਜੀ ਚਲੀ ਗਈ ਹੈ। ਸਿਰ ਮਰਨਾ ਸਭ ਹਿਨਿਕ ਸਾਰੇ। ਪਰ ਜਿੰਨੇ ਵੀ ਲੋਕ ਨੇ ਸਾਰਿਆਂ ਦੇ ਸਿਰ ਦੇ ਉੱਤੇ ਇੱਕ ਸਾਰ ਮੌਤ ਹੈ। ਮੌਤ ਸਾਰਿਆਂ ਨੂੰ ਇੱਕੋ ਜਿਹੀ ਆਉਂਦੀ ਹੈ। ਦੋਹਰਾ ਤਰਾ ਧੀਰ ਦਾ ਧਰਮ ਤੁਰ। ਤਾਂ ਸਾਰ ਸੰਗਤ ਜੀ ਉਸ ਵੇਲੇ ਕੀ ਹੋਇਆ, ਧਰਤੀ ਨੂੰ ਹੌਸਲਾ ਦੇਣ ਵਾਲੇ ਤੇ ਧਰਮ ਦਾ ਧੁਰਾ ਸਤਿਗੁਰੂ ਮਹਾਰਾਜ ਜੀ ਜਿਹੜੇ ਕਿ ਧਰਮ ਦਾ ਆਸਰਾ ਹਨ। ਆਦੇ ਕੀ ਸੁਣਵੈਨ। ਪਾਤਸ਼ਾਹ ਜੀ ਨੇ ਜਦੋਂ ਗੋਪਾਲ ਪਾਂਧਾ ਜੀ ਦੇ ਬਚਨ ਸੁਣੇ, ਦੁਤਿਆ ਸ਼ਬਦ ਪਦ ਬਦਨ ਤੇ ਬਦਤਨ ਸਰਦਾ ਦੇਨ। ਤੇ ਦੂਜਾ ਜਿਹੜਾ ਸ਼ਬਦ ਸੀ ਮਹਾਰਾਜ ਜੀ ਨੇ ਆਪਣੇ ਮੁਖੜੇ ਤੋਂ ਸ਼ਬਦ ਦਾ ਦੂਜਾ ਜਿਹੜਾ ਪਦਾ ਸੀ ਉਚਾਰਨ ਕੀਤਾ, ਉਹਨੂੰ ਸ਼ਰਧਾ ਦੇਣ ਦੇ ਵਾਸਤੇ, ਭਾਵਨਾ ਦੇਣ ਵਾਸਤੇ ਸ੍ਰੀ ਮੁਖ ਵਾਕ ਸ਼੍ਰੋਮਣੀ ਮੁਖੜੇ ਦਾ ਇਹ ਸਾਰ ਸੰਗਤ ਦੀ ਬਚਨ ਹੈ। ਗੁਰੂ ਮਹਾਰਾਜ ਜੀ ਕਹਿਣ ਲੱਗੇ, ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਓ, ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਓ ਦਵਾਓ। ਸੋ ਸਾਰ ਸੰਤ ਜੀਓ ਪਾਤਸ਼ਾਹ ਜੀ ਕਹਿਣ ਲੱਗੇ ਵੀ ਜਿਸ ਥਾਂ ਦੇ ਉੱਪਰ ਇਸ ਜੀਵ ਨੂੰ ਪਰਲੋਕ ਵਿੱਚ ਵਡਿਆਈਆਂ ਮਿਲਦੀਆਂ ਨੇ ਨਾਮ ਜਪਣ ਵਾਲਿਆਂ ਨੂੰ, ਉੱਥੇ ਹਮੇਸ਼ਾ ਵਾਸਤੇ ਖੁਸ਼ੀਆਂ ਖੁਸ਼ੀਆਂ ਨੇ ਪਿਆਰਿਆਂ, ਹਮੇਸ਼ਾ ਵਾਸਤੇ ਵੱਖਰਾ ਹੀ ਚਾਓ ਆਨੰਦ ਖੇੜਾ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਸੱਚਾ ਵਾਹਿਗੁਰੂ ਦਾ ਨਾਮ ਹੈ ਨਾ, ਉਹਨਾਂ ਦੇ ਮੁਖ ਦੇ ਉੱਤੇ, ਉਹਨਾਂ ਦੇ ਮੱਥੇ ਦੇ ਉੱਤੇ ਜਸ ਰੂਪੀ ਟਿੱਕਾ ਲਾਇਆ ਜਾਂਦਾ, ਤਿਲਕ ਲਗਾਇਆ ਜਾਂਦਾ ਹੈ। ਤੇ ਉਹਨਾਂ ਦੇ ਵਾਸਤੇ ਰੇ ਰੇ ਦਰਗਹ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਕੋਈ ਵੀ ਉਹਨਾਂ ਨੂੰ ਓਏ ਓਏ ਕਰਕੇ ਨਹੀਂ ਬੁਲਾਉਂਦਾ ਗਾ। ਆਓ ਜੀ ਜੀਓ ਆਇਆਂ ਨੂੰ, ਆਓ ਜੀ ਬੈਠਣਾ ਕਰੋ, ਸਜੋ ਇੱਥੇ ਮਹਾਂਪੁਰਸ਼ੋ। ਇਸ ਤਰੀਕੇ ਨਾਲ ਸਾਰੇ ਉਹਨਾਂ ਨੂੰ ਸਾਰ ਸੰਗਤ ਦੀ ਸਤਿਕਾਰ ਦਿੰਦੇ ਹਨ। ਇਸ ਕਰਕੇ ਕਰਮ ਮਿਲੈ ਤਾਂ ਪਾਈਐ। ਜੇ ਗੁਰੂ ਸਾਹਿਬ ਜੀ ਦੀ ਕਰਮ ਬਖਸ਼ਿਸ਼ ਮਿਲ ਜਾਵੇ, ਗੁਰੂ ਸਾਹਿਬ ਜੀ ਮਿਹਰ ਭਰੀ ਨਿਗਾਹ ਤੱਕ ਲੈਣ, ਤਾਂ ਹੀ ਇਹ ਜਿਹੜੀ ਦਾਤ ਹੈ ਨਾਮ ਜਪਣ ਦੀ ਤੇ ਜਪਾਉਣ ਦੀ ਪਾਈਦੀ ਹੈ, ਨਾ ਹੀ ਗੱਲੀ ਵਾਓ ਦਵਾਓ। ਪਾਤਸ਼ਾਹ ਜੀ ਕਹਿੰਦੇ ਵੀ ਗੱਲਾਂ ਦੇ ਨਾਲ ਨਹੀਂ ਪਾਇਆ ਗੁਰੂ ਪਰਮਾਤਮਾ ਦਾ ਨਾਮ ਪਾਇਆ ਜਾਂਦਾ। ਜਿਹੜੀਆਂ ਗੱਲਾਂ ਨੇ ਇਹ ਤਾਂ ਵਾਧੂ ਵਾਓ, ਜਿਵੇਂ ਹਵਾ ਦਾ ਦਬਾਓ ਬੁੱਲਾ ਆ ਜਾਂਦਾ ਨਾ, ਦਬਾਅ ਆ ਜਾਂਦਾ ਹਵਾ ਦਾ, ਇਹ ਐਵੇਂ ਹੀ ਹੈ, ਇਹ ਤੋਂ ਵੱਧ ਹੋਰ ਕੁਝ ਨਹੀਂ ਹੈ। ਨਹੀਂ ਪਾਦਾ ਔਰ ਧਾਰੋ ਐਸੇ। ਸਤਿਗੁਰੂ ਜੀ ਕਹਿਣ ਲੱਗੇ, ਪਾਂਧਾ ਜੀ ਆਪਦੇ ਦਿਲ ਦੇ ਵਿੱਚ ਇਹੋ ਜਿਹੀ ਗੱਲਬਾਤ ਨਾ ਲਿਆਓ ਵੀ ਰੱਬ ਦੇ ਪਿਆਰੇ ਜਿਹੜੇ ਉਹ ਬੜੇ ਗਰੀਬ ਹੁੰਦੇ ਨੇ, ਉਹਨਾਂ ਤੇ ਬੜੇ ਮੁਸੀਬਤ ਆਉਂਦੀ ਹੈ, ਇਹ ਚੀਜ਼ਾਂ ਨਾ ਸੋਚੋ। ਅਗਿਆਨੀ ਨਰ ਮਰ ਹੈ ਜੈਸੇ। ਤੇ ਜਿਸ ਤਰੀਕੇ ਨਾਲ ਅਗਿਆਨੀ ਬੰਦੇ ਗਿਆਨ ਤੋਂ ਹੀਣੇ ਮਰਦੇ ਹਨ, ਜੈ ਚੋਕਨ ਸੋ ਮਰਨਾ ਤਿਨ ਕੋ। ਤੇ ਉਵੇਂ ਨਾ ਤੁਸੀਂ ਕਿਤੇ ਆਪਣਾ ਮਨੁੱਖਾ ਜਨਮ ਬਰਬਾਦ ਕਰਿਓ, ਕਿਉਂਕਿ ਉਹਨਾਂ ਦਾ ਜਿਹੜਾ ਮਰਨਾ ਹੈ ਨਾ, ਉਸ ਦੁੱਖਾਂ ਦੇ ਸਮੇਤ ਹੁੰਦਾ ਹੈ। ਉਹ ਅਖੀਰ ਨੂੰ ਆਪਣਾ ਭਾਰੀ ਦੁੱਖ ਚੱਲਦੇ ਹੋਏ, ਜਾਂ ਫਿਰ ਉਹਨਾਂ ਦੇ ਦਿਲ ਵਿੱਚ ਇੱਕ ਦੁੱਖ ਹੁੰਦਾ ਕਿ ਮਨਾਂ ਵੀ ਸਾਰਾ ਕੁਝ ਹੀ ਹਾਰ ਕੇ ਚਲੇ ਗਏ ਹਾਂ। ਸੋ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਨੇ ਬਾਣੀ ਅੰਦਰ ਬਚਨ ਕੀਤਾ ਹੈ, ਕਿਆ ਜਾਣਾ ਕਿ ਵ ਮਰ ਹੈਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਹ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਸੋ ਸਾਧ ਸੰਗਤ ਜੀਓ, ਮਹਾਰਾਜ ਕਹਿੰਦੇ ਵੀ ਕੀ ਪਤਾ ਆਪਾਂ ਕਿਵੇਂ ਮਰਾਂਗੇ, ਇਹੋ ਜਿਹੀ ਮੌਤ ਆਉਣੀ ਹੈ। ਸੋ ਭਰੋਸਾ ਕੋਈ ਨਹੀਂ ਹੈ ਵੀ ਕਿਹੋ ਜਿਹਾ ਸਮਾਂ ਅਖੀਰਲਾ ਆਉਣਾ, ਪਰ ਇੱਕ ਗੱਲ ਦਾ ਖਿਆਲ ਰੱਖਣਾ ਵੀ ਜੇਕਰ ਵਾਹਿਗੁਰੂ ਦਾ ਨਾਮ ਦਿਲ ਦੇ ਵਿੱਚੋਂ ਨਾ ਭੁੱਲੇ ਤਾਂ ਬੰਦੇ ਦਾ ਮਰਿਆ ਹੋਇਆ ਸਾਧ ਸੰਗਤ ਦੀ ਲਾਹੇ ਦੇ ਸਹਿਤ ਹੈ, ਬੰਦੇ ਦਾ ਮਰਿਆ ਹੋਇਆ ਨਫੇ ਸਹਿਤ ਹੈ। ਜੇ ਅਖੀਰਲੇ ਸਮੇਂ ਵਾਹਿਗੁਰੂ ਦੀ ਯਾਦ ਹੈ ਨਾ, ਤਾਂ ਸਾਰਾ ਕੁਝ ਹੀ ਹੈ। ਸੋ ਸਾਧ ਸੰਗਤ ਜੀਓ, ਇਸ ਕਰਕੇ ਮਹਾਰਾਜ ਸਾਹਿਬ ਨੇ ਆਖਿਆ ਸਾਨੂੰ ਵੀ ਭਾਈ ਆਉਂਦੇ ਜਾਂਦੇ ਸਵਾਸ ਸਵਾਸ ਦੇ ਨਾਲ ਪਿਆਰਾ ਨਾਮ ਜਪ, ਇਹ ਕੋਈ ਭਰੋਸਾ ਨਹੀਂ ਹੈ ਕਿਹੜਾ ਅਖੀਰਲਾ ਸਵਾਸ ਹੋਵੇ। ਹਮ ਆਦਮੀ ਹਾਂ ਇੱਕ ਦਮੇ, ਮੋਹਲਤ ਮੋਹਤ ਨਾ ਜਾਣਾ। ਅਸੀਂ ਆਦਮੀ ਹਾਂ ਇੱਕ ਦਮ ਦੇ, ਆ ਦਮੀ, ਜੇ ਦਮ ਆਉਂਦਾ ਤੇ ਆਦਮੀ ਨਹੀਂ ਤਾਂ ਨਹੀਂ। ਸੋ ਸਾਰ ਸੰਗਤ ਜੀਓ, ਇਸ ਕਰਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਪਿਆਰਿਆ ਵਾਹਿਗੁਰੂ ਪਾਂਧਾ ਜੀ, ਜਿਹੜੇ ਅਗਿਆਨੀ ਲੋਕ ਨੇ ਨਾ, ਮੂਰਖ ਲੋਕ ਹਨ, ਉਹਨਾਂ ਦਾ ਦੁੱਖਾਂ ਦੇ ਸਮੇਤ ਮਰਨਾ ਹੁੰਦਾ ਹੈ। ਜਨਮ ਜੋਨ ਪੁਨ ਪੁਨ ਤਿਨ ਗਨ ਕੋ। ਤੇ
ਉਹਨਾਂ ਨੂੰ ਭਾਈ ਵਾਰ-ਵਾਰ ਫਿਰ ਜਨਮ ਲੈਣਾ ਪੈਂਦਾ ਹੈ, ਜੂਨਾ ਛਾਉਣਾ ਪੈਂਦਾ ਹੈ। ਮਹਾਰਾਜ ਬਾਣੀ ਵਿੱਚ ਬਚਨ ਕਰ ਕਹਿੰਦੇ ਹਰ ਹਟ ਕੀ ਮਾਲਾ ਜੈਸੇ ਟਿੰਡ ਲੱਗता है एक सखनी और फिर ਭਰੀਅਤ ਹੈ ਤੈਸੋ ਹੀ ਖੇਲ ਖਸਮ ਕਾ ਜਿਉ ਉਸकी ਵਡਿਆਈ। ਜਿਵੇਂ ਹਲਟ ਦੀਆਂ ਟਿੰਡਾਂ ਹੁੰਦੀਆਂ ਨੇ, ਇੱਕ ਖਾਲੀ ਹੋ ਜਾਂਦੀ ਹੈ, ਦੂਈ ਫੇਰ ਭਰ ਜਾਂਦੀ ਹੈ, ਖਾਲੀ ਹੁੰਦੀ ਹੈ ਫੇਰ ਭਰ, ਉਹ ਗੋਲ ਗੋਲ ਘੁੰਮੀ ਜਾਂਦੀਆਂ ਨੇ, ਖਾਲੀ ਹੋਈ ਜਾਂਦੀਆਂ ਨੇ, ਭਰ ਜਾਂਦੀਆਂ, ਖਾਲੀ ਹੋ ਜਾਂ ਭਰ ਜਾਂਦੇ, ਆਹੀ ਚੱਲੀ ਜਾਂਦਾ ਨਾ ਗੋਲ ਗੋਲ। ਸੋ ਐਵੇਂ ਸਾਰ ਸੰਗਤ ਜੀ ਜਿਹੜਾ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ, ਫਿਰ ਉਹ ਜਿਹੜਾ ਜੀਵ ਹੈ, ਉਹ ਜਿਹੜਾ ਪ੍ਰਾਣੀ ਹੈ, ਵਾਰ-ਵਾਰ ਜਨਮ ਲੈਂਦਾ। ਜਨਮ ਲੈ ਲਿਆ ਫਿਰ ਮਰ ਗਿਆ, ਫਿਰ ਜਨਮ ਲੈ ਲਿਆ ਫਿਰ ਮਰ ਗਿਆ। ਸੋ ਸਾਰ ਸੰਗਤ ਜੀ ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਦਾਏ ਪਿਆ ਦੇਸ ਲੰਮੈ। ਇਹੋ ਜਿਹੀ ਹਾਲਤ ਹੋ ਜਾਂਦੀ ਹੈ, ਉਹ ਪ੍ਰਾਣੀ ਨੂੰ ਪਤਾ ਨਹੀਂ। ਫਿਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬ੍ਰਿਖ ਜੋਇਓ। ਸੋ ਸਾਰ ਸੰਗਤ ਜੀ ਪਤਾ ਨਹੀਂ ਕਿੰਨੇ ਕੁ ਜਨਮ ਐਵੇਂ ਦੇ ਐਵੇਂ ਜੂਨਾ ਕੱਟਦੇ ਲੰਘ ਜਾਂਦੇ ਨੇ। ਫਿਰ ਜਿਹੜੇ ਪੱਥਰ ਨੇ, ਪਹਾੜ ਨੇ, ਉਹਨਾਂ ਦੀ ਕੋਈ ਉਮਰ ਗਿਣ ਸਕਦਾ? ਇੱਕ ਜੂਨ ਹੀ ਨਹੀਂ ਉਹਨਾਂ ਦੀ ਕੱਟੀ ਜਾਂਦੀ। ਜੁਗਾਂ ਜੁਗਾਂ ਤੱਕ ਇੱਕੇ ਥਾਂ 'ਤੇ ਪੱਥਰ ਪਏ ਰਹਿੰਦੇ ਹਨ, ਪਹਾੜ ਉਵੇਂ ਦੇ ਉਵੇਂ ਟਿਕੇ ਰਹਿੰਦੇ ਨੇ। ਆਹ ਬੋਰਡ ਹੈ ਜਿਹੜਾ ਕਿੰਨਾ ਤਗੜਾ, ਸਾਰ ਸੰਗਤ ਦੀ ਕਿੰਨੀ ਉਮਰ ਹੁੰਦੀ ਹੈ, ਕੋਈ ਥਾਂ ਹੈ ਇਹਦਾ? ਸੋ ਸਾਰ ਸੰਗਤ ਦੀ ਇਸ ਕਰਕੇ ਇੱਕ ਇੱਕ ਜੂਨ ਹੈ ਜਿਹੜੀ, ਉਹਦੀ ਉਮਰ ਦਾ ਹਿਸਾਬ ਲਾਓ। ਜਦੋਂ ਭੋਗਣੀ ਹੈ ਫਿਰ ਬਣੇਗਾ ਕੀ? ਇਸ ਕਰਕੇ ਸਤਿਗੁਰੂ ਮਹਾਰਾਜ ਨੇ ਆਖਿਆ ਕਿ ਭਾਈ ਵਾਰ-ਵਾਰ ਫਿਰ ਉਹਨਾਂ ਨਾਲ ਜਨਮ ਲੈਣਾ ਹੋਣਾ ਹੁੰਦਾ ਹੈ, ਅਤੇ ਨਾਲੇ ਉਹਨਾਂ ਨੂੰ ਜੂਨੀ 'ਚ ਪੈਣਾ ਪੈਂਦਾ। ਹਾਂਜੀ, ਜਿਹੜੇ ਸੰਤ ਮਹਾਂਪੁਰਸ਼ ਨੇ ਸੁੱਖ ਦਾ ਘਰ, ਉਹਨਾਂ ਦਾ ਦਿਲ ਤਾਂ ਰੋਜ਼ ਹੀ ਖੁਸ਼ ਰਹਿੰਦਾ ਹੈ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਨਾ ਜਮਦੂਤਾਂ ਤੋਂ ਭੈ ਨਹੀਂ ਆਉਂਦਾ, ਉਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਜਮਦੂਤਾਂ ਤੋਂ। ਹਮੇਸ਼ਾ ਵਾਸਤੇ ਉਹਨਾਂ ਨੂੰ ਖੁਸ਼ੀਆਂ ਰਹਿੰਦੀਆਂ ਨੇ, ਅਤੇ ਦਿਲ ਵਿੱਚ ਵੱਖਰਾ ਹੀ ਚਾਅ ਰਹਿੰਦਾ, ਖੇੜਾ ਰਹਿੰਦਾ। ਉਹ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਨੇ ਅਤੇ ਪ੍ਰਮਾਤਮਾ ਨੂੰ ਨੇੜੇ ਤੋਂ ਨੇੜੇ ਸਮਝ ਰਹੇ ਹਨ। ਕਹਿੰਦੇ ਵੀ ਸਾਰ ਸੰਗਤ ਨਹੀਂ ਨਾ, ਕੋਈ ਆਪਣਾ ਮਹਾਤਮਾ ਸੀ ਅਤੇ ਉਹਦੇ ਪਾਸ 3-4 ਬਾਲਕੇ ਪੜ੍ਹਨ ਵਾਸਤੇ ਆ ਗਏ, ਬੱਚੇ ਪੜ੍ਹਨ ਵਾਸਤੇ ਆ ਗਏ ਹੈ। ਉਹ ਕਹਿੰਦੇ ਜੀ ਸਾਨੂੰ ਕਿਰਪਾ ਕਰਕੇ ਵਿੱਦਿਆ ਪੜ੍ਹਾ ਦਿਓ। ਕਹਿੰਦੇ ਜੀ ਜ਼ਰੂਰ ਪੜ੍ਹਾਵਾਂਗੇ। 2-4 ਦਿਨ ਉਹਨਾਂ ਨੇ ਸੇਵਾ ਕੀਤੀ, ਹਾਂਜੀ, ਅਤੇ ਉਹਨਾਂ ਵੇ 2 ਤਾਂ ਦੌੜ ਗਏ। ਕਹਿੰਦੇ ਜੀ ਰੁੱਖੀ ਮਿੱਸੀ ਖਾਣੀ ਬਹੁਤ ਔਖੀ ਹੈ ਜੀ, ਅਤੇ ਬਚ ਗਏ 2, ਅਤੇ ਜਿਹੜੇ 2 ਰਹਿ ਗਏ ਉਹਨਾਂ ਦੀ ਸਾਧੂਆਂ ਮਹਾਂਪੁਰਖਾਂ ਨੇ ਪਰਖ ਕਰਨੀ ਚਾਹੀਦੀ। ਚਲੋ ਪਰਖ ਕਰੀਏ, ਵੇਖੀਏ ਤਾਂ ਸਹੀ ਕਿੱਥੇ ਕੁ ਖੜ੍ਹੇ ਆ। ਅਤੇ ਮਹਾਤਮਾ ਨੇ ਕੀ ਕੀਤਾ, ਕਹਿੰਦਾ ਵੀ ਆਹ ਫੜੋ 2 ਕਬੂਤਰ, ਦੋਵਾਂ ਨੂੰ ਇੱਕ ਇੱਕ ਫੜਾ ਦਾ, ਇਹਨਾਂ ਨੂੰ ਉੱਥੇ ਮਾਰਨਾ ਜਿੱਥੇ ਕੋਈ ਨਾ ਦੇਖਦਾ ਹੋਵੇ। ਕੀ ਹੋਇਆ ਸਾਰ ਸੰਗਤ ਦੀ, ਇੱਕ ਤਾਂ ਅਸੀਂ ਬਾਹਲਾ ਸਿਆਣਾ ਹੋ ਗਿਆ, ਕੁਟੀਆਂ ਦੇ ਮਗਰ ਆਲੇ ਦਾ ਦੇਖਿਆ ਵੀ ਕੋਈ ਮਾਰ ਦੇਖਦਾ ਤਾਂ ਹੈ ਨਹੀਂ ਗਾ, ਨਾਲ ਹੀ ਉਹਨੇ ਕੁੰਡੀ ਮਰੋੜਤੀ, ਉੱਥੇ ਹੀ ਮਾਰਤਾ। ਅਤੇ ਇੱਕ ਸੀ ਸਾਰ ਸੰਗਤ ਦੀ ਸੂਝਵਾਨ, ਉਹਨੇ ਆਖਿਆ ਵੀ ਯਾਰ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਮਾਰਨਾ। ਕਮਾਦ 'ਚ ਚਲਿਆ ਗਿਆ, ਕਮਾਦ ਵਿੱਚ ਜਾ ਕੇ ਵੇਖਿਆ ਵੀ ਇੱਥੇ ਕੋਈ ਫਿਰ ਖਿਆਲ ਯਾਰ ਵੀ ਕਬੂਤਰ ਮੇਲੇ ਲਈ ਵੇਖਦਾ। ਮਹਾਂਪੁਰਸ਼ਾਂ ਨੇ ਆਇਆ ਵੀ ਕੋਈ ਵੀ ਨਾ ਜਿੱਥੇ ਵੇਖਦਾ ਹੋਵੇ ਵੀ ਉੱਥੇ ਇਹਨੂੰ ਮਾਰਨਾ, ਕਬੂਤਰ ਮੇਰੇ ਲਈ ਅਤੇ ਮੈਂ ਇਹਦੇ ਲਈ ਵੇਖਦਾ। ਉਹਨੇ ਆਪਣੀਆਂ ਅੱਖਾਂ 'ਤੇ ਪੱਟੀ ਬੰਨ੍ਹ ਲਈ ਅਤੇ ਕਬੂਤਰ ਦੇ ਉੱਤੇ ਮਾੜਾ ਕੱਪੜਾ ਜਿਹਾ ਪਾ ਛੱਡਿਆ। ਫਿਰ ਖਿਆਲ ਆਇਆ ਮਨ, ਉਹ ਯਾਰ ਅੰਦਰ ਬੈਠਾ ਪ੍ਰਮਾਤਮਾ ਵੀ ਵੇਖਦਾ। ਸੋ ਸਾਰ ਸੰਗਤ ਦੀ ਮਹਾਂਪੁਰਸ਼ਾਂ ਨੇ ਆਖਿਆ ਸੀ ਵੀ ਜਿੱਥੇ ਕੋਈ ਵੀ ਨਾ ਵੇਖੇ ਉੱਥੇ ਮਾਰਨਾ ਇਹਨੂੰ। ਤਾਂ ਸਾਰ ਸੰਗਤ ਦੀ ਖਿਆਲ ਆਇਆ ਕਿ ਮਨਾ ਪਰਮੇਸ਼ਰ ਤਾਂ ਸਾਰਿਆਂ ਥਾਵਾਂ 'ਤੇ ਵੇਖਦਾ। ਮੁੜਿਆ ਆਇਆ, ਕਹਿੰਦੇ ਜੀ ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਜਿੱਥੇ ਕੋਈ ਨਾ ਵੇਖਦਾ ਹੋਵੇ। ਵਾਹਿਗੁਰੂ ਪਰਮਾਤਮਾ ਸਾਰਿਆਂ ਥਾਵਾਂ 'ਤੇ ਹੀ ਵੇਖਦਾ। ਅਤੇ ਦੂਜਾ ਆਇਆ ਬਾਹਲਾ ਸਿਆਣਾ ਸੀ ਜਿਹੜਾ, ਉਹ ਕਹਿੰਦਾ ਜੀ ਲੈ ਮੈਂ ਦੇਖੋ ਪਹਿਲਾ ਕੰਮ ਫਤਿਹ ਕਰਕੇ ਆਏ। ਉਹ ਕਹਿੰਦਾ ਭਰਾਵਾ ਤੂੰ ਜਾ, ਤੇਰਾ ਕੀ ਪਤਾ ਰਾਤ ਬਰਾਤ ਤੂੰ ਮੇਰੀ ਵੀ ਕੰਢੀ ਮਰੋੜ ਦੇਵੇ। ਤੂੰ ਕਹਿਣਾ ਵੀ ਇੱਥੇ ਕਿਹੜਾ ਕੋਈ ਵੇਖਦਾ। ਸੋ ਇਸ ਕਰਕੇ ਸਾਰ ਸੰਗਤ ਜਿਹੜਾ ਦੂਜਾ ਸੀ ਉਹ ਪਰਖ ਵਿੱਚ ਪਾਸ ਹੋ ਗਿਆ, ਅਤੇ ਉਹਨੂੰ ਮਹਾਂਪੁਰਸ਼ ਕਹਿੰਦੇ ਵੀ ਤੈਨੂੰ ਭਾਈ ਵਿੱਦਿਆ ਜ਼ਰੂਰ ਪੜ੍ਹਾਵਾਂਗੇ, ਕਿਉਂ ਤੈਨੂੰ ਵਾਹਿਗੁਰੂ ਪਰਮਾਤਮਾ ਨੂੰ ਭੈ ਹੈ, ਡਰ ਹੈ। ਸੋ ਪਰਮੇਸ਼ਰ ਨੂੰ ਜਦੋਂ ਬੰਦਾ ਨੇੜੇ ਸਮਝਦਾ ਨਾ ਵੀ ਵਾਹਿਗੁਰੂ ਪਰਮਾਤਮਾ ਮੈਨੂੰ ਵੇਖਦਾ ਪਿਆ, ਤੱਕਦੇ ਕੰਨਾਂ ਰਾਹੀਂ ਮੇਰੇ ਸੁਣਦਾ ਪਿਆ, ਅੱਖਾਂ ਰਾਹੀਂ ਮੇਰੇ ਵੇਖਦਾ ਪਿਆ ਵੀ ਮੈਂ ਕੀ ਵੇਖਦਾ, ਚੰਗਾ ਵੇਖਦਾ ਮਾੜਾ ਵੇਖਦਾ, ਸਾਰਾ ਵਾਹਿਗੁਰੂ ਪਰਮਾਤਮਾ ਜਾਣਦਾ। ਚੰਗਾ ਸੁਣਦਾ ਮਾੜਾ ਸੁਣਦਾ, ਰਸਨਾ ਰਾਹੀਂ ਵਾਹਿਗੁਰੂ ਪਰਮਾਤਮਾ ਇਹ ਦੇਖਦਾ ਪਿਆ ਵੀ ਕੀ ਚੰਗਾ ਬੋਲਿਆ ਕੀ ਮਾੜਾ, ਸਭ ਕੁਝ ਵਾਹਿਗੁਰੂ ਉਹਦੇ ਤੋਂ ਲੁਕਿਆ ਕੁਝ ਹੈ ਹੀ ਨਹੀਂ ਕਿ। ਸੋ ਸਾਰ ਸੰਗਤ ਦੀ ਉਹ ਪ੍ਰਾਣੀ ਨਾਲ ਮਾੜੀ ਕਰ ਸਕਦਾ ਹੈ, ਬੰਦਾ ਬੰਦੇ ਨੂੰ ਧੋਖਾ ਦੇ ਸਕਦਾ ਹੈ। ਅਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਸਾਰ ਸੰਗਤ ਦੀ ਬਚਨ ਕਰਿਆ ਕਰਦੇ ਸਨ ਕਥਾ ਵਿੱਚ,
ਵਾਹਿਗੁਰੂ ਪ੍ਰਮਾਤਮਾ ਬੜਾ ਬਿਆਨਤਾ, ਉਹਨੇ ਇੱਕ ਚੰਗਾ ਕੰਮ ਬਹੁਤ ਚੰਗਾ ਕੀਤਾ। ਪਤਾ ਕੀ ਕੀਤਾ ਵੀ ਜਿਹੜਾ ਆਪਾਂ ਇੱਕ ਦੂਜੇ ਦੇ ਦਿਲ ਦੀ ਗੱਲ ਨਹੀਂ ਜਾਣ ਸਕਦੇ, ਜੇ ਸਾਰ ਸੰਗਤ ਆਪਾਂ ਨੂੰ ਇੱਕ ਦੂਜੇ ਦੀ ਵਾਸ਼ਨਾ ਦਾ ਪਤਾ ਲੱਗ ਜਾਵੇ ਨਾ, ਦਿਲ ਦੀ ਗੱਲਬਾਤ ਜਾਣਨ ਲੱਗੇ ਵੀ ਹਾਂ ਵੀ ਇਹਦੇ ਦਿਲ ਵਿੱਚ ਚੱਲਦਾ ਕੀ ਹੈ, ਤੇ ਫਿਰ ਤਾਂ ਨਿਰਵਾਹ ਔਖਾ ਹੀ ਹੈ। ਸੋ ਸਾਰ ਸੰਗਤ ਜੀਓ, ਇਹ ਪਰ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਦੀ ਵੀ ਜਾਣਦਾ, ਤੇ ਬੰਦਾ ਬੰਦੇ ਦੇ ਕੋਲ ਨਾ ਖੜੇ ਜੇਕਰ ਦਿਲ ਦੀ ਜਾਣਨ ਲੱਗ ਜਾਵੇ, ਕਿਉਂਕਿ ਇੰਨਾ ਗਿਰੇ ਤੋਂ ਗਿਰਿਆ ਸੋਚਦਾ। ਤੇ ਜਦੋਂ ਕਈ ਵਾਰ ਸੁਰਤ ਦਾ ਪੱਧਰ ਉੱਚਾ ਹੁੰਦਾ ਤੇ ਇੰਨਾ ਉੱਚਾ ਹੋ ਜਾਂਦਾ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ ਹੈ। ਤੇ ਕੱਲ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਉੱਚਾ ਪੱਧਰ ਹੁੰਦਾ। ਸੋ ਸਾਰ ਸੰਗਤ ਜੀਓ, ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਇੱਥੇ ਕਵੀ ਜੀ ਬਚਨ ਕਰਦੇ ਹਨ, ਜਪਤ ਨਾਮ ਹਰ ਹੇਰਹਿ ਨੇਰਾ। ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ ਪਿਆਰਿਓ, ਵਾਹਿਗੁਰੂ ਨੂੰ ਨੇੜੇ ਤੋਂ ਨੇੜੇ ਵੇਖਦੇ ਨੇ। ਨੇਰਾ ਨਾਹੀ ਦੂਰ, ਨਿਜ ਆਤਮਾ ਰਹਿਆ ਭਰਪੂਰ, ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤਹਿ ਨ ਪਇਓ ਦੂਰਾਈ। ਕਹਿਤ ਕਬੀਰ ਹਾਥ ਪੈ ਵਾਹਿਗੁਰੂ, ਕਹਿ ਰਵਿਦਾਸ ਹਾਥ ਪੈ ਨੇਰਾ, ਸਹਜੇ ਹੋਏ ਸੋ ਹੋਈ। ਸੋ ਸਾਰ ਸੰਗਤ ਜੀ, ਵਾਹਿਗੁਰੂ ਪ੍ਰਮਾਤਮਾ ਆਪਣੇ ਹੱਥਾਂ ਤੋਂ ਵੀ ਨੇੜੇ ਹੈ। ਹੱਥਾਂ ਤੋਂ ਨੇੜੇ ਕਿਹੜੀ ਚੀਜ਼ ਆ? ਸਾਹ ਰਾਗ ਹੈ। ਉਹ ਪ੍ਰਮਾਤਮਾ ਸਾਹ ਰਾਗ ਤੋਂ ਵੀ ਨੇੜੇ ਹੈ, ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਸਾਹ ਰਾਗ ਚੱਲਦੀ ਹੈ। ਸੋ ਸਾਰ ਸੰਗਤ ਜੀ, ਇਸ ਕਰਕੇ ਵਾਹਿਗੁਰੂ ਪ੍ਰਮਾਤਮਾ ਭਾਈ ਉਹ ਨੇੜੇ ਤੋਂ ਨੇੜੇ ਹੈ। ਉਹਨਾਂ ਨੂੰ ਪਰਮੇਸ਼ਰ ਦਾ ਡਰ ਹੁੰਦਾ ਵੀ ਵਾਹਿਗੁਰੂ ਵੇਖਦਾ ਹੈ ਤੇ ਉਹਨੂੰ ਲੇਖਾ ਦੇਣਾ ਪੈਣਾ। ਹਾਂਜੀ, ਉਹ ਜਦੋਂ ਰੱਬ ਦੇ ਪਿਆਰੇ ਸਰੀਰ ਨੂੰ ਛੱਡ ਕੇ ਜਾਂਦੇ ਨੇ ਨਾ, ਤਾਂ ਸਾਰ ਸੰਗਤ ਜੀ ਦਿਲ ਦੇ ਅੰਦਰ ਉਹ ਬੇਫਿਕਰ ਹੁੰਦੇ ਨੇ। ਉਹਨਾਂ ਨੂੰ ਨਾ ਕੋਈ ਫਿਕਰ ਨਹੀਂ ਹੁੰਦਾ ਗਾ ਕਿਸੇ ਵੀ ਪ੍ਰਕਾਰ ਦਾ ਕਿ ਸਾਡਾ ਗਾਂ ਪਰਲੋਕ ਵਿੱਚ ਕੀ ਬਣੇਗਾ। ਕਿਉਂਕਿ ਉਹ ਆਪਣੇ ਸਰੀਰ ਦੇ ਰਹਿੰਦੇ ਹੀ ਸਾਰਾ ਜਿਹੜਾ ਕਾਰ ਵਿਹਾਰ ਹੈ ਉਹ ਸਾਰ ਸੰਗਤ ਜੀ ਸਮੇਟ ਲੈਂਦੇ ਨੇ। ਆਪਣੇ ਜਿੰਨੇ ਵੀ ਪਾਪ ਕਰਮ ਹੁੰਦੇ ਨੇ ਪਿਛਲੇ ਕੋਈ ਕੀਤੇ ਹੋਏ, ਸੋ ਸਾਰ ਸੰਗਤ ਜਿਹੜੇ ਸੰਸਕਾਰ ਹੁੰਦੇ ਨੇ ਪਰਾਰਬਧ ਹੁੰਦੇ, ਭੋਗ ਲੈਂਦੇ ਨੇ ਤੇ ਅਖੀਰ ਨੂੰ ਸੁਰਖਰੂ ਹੋ ਕੇ ਜਾਂਦੇ ਹਨ। ਉਹਨਾਂ ਨੂੰ ਰੱਬ ਦੇ ਪਿਆਰੇ ਨੂੰ ਅਗਾਂਹ ਪਰਲੋਕ ਵਿੱਚ ਵਡਿਆਈ ਪ੍ਰਾਪਤ ਹੁੰਦੀ ਹੈ। ਜਸ ਕੇ ਨਿਕਸੈ ਮਸਤਕ ਟੀਕਾ, ਉਹਨਾਂ ਦੇ ਸਾਰ ਸੰਤ ਦੀ ਮੱਥੇ ਦੇ ਉੱਤੇ ਤਿਲਕ ਨਿਕਲਦੇ ਨੇ। ਕਾਹਦੇ? ਜਸ ਦੇ। ਵਾਹਿਗੁਰੂ ਪ੍ਰਮਾਤਮਾ ਵੱਲੋਂ ਉਹਨਾਂ ਨੂੰ ਜਸ ਮਿਲਦਾ, ਵਡਿਆਈ ਮਿਲਦੀ ਹੈ। ਭਜਨ ਵਿੱਚ ਜਿਨ ਮਨ ਲੀਕਾ, ਤੇ ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਭਜਨ ਦੇ ਵਿੱਚ ਸਾਰ ਸੰਤ ਦੀ ਤਿਆਰ ਬਰ ਤਿਆਰ ਰਹਿੰਦਾ, ਉਹ ਸ੍ਰੇਸ਼ਟ ਜਨ ਨੇ, ਉਹੀਓ ਪਰਮੇਸ਼ਰ ਦੇ ਪਿਆਰੇ ਹਨ। ਸ੍ਰੀ ਪਰਮੇਸ਼ਰ ਆਤ ਦਇਆ। ਸੋ ਸਾਰ ਸੰਤ ਜੀ, ਜਿਸ ਜੀਵ ਦੇ ਉੱਪਰ ਸ਼੍ਰੋਮਣੀ ਵਾਹਿਗੁਰੂ ਪ੍ਰਮਾਤਮਾ ਦੀ ਬਹੁਤੀ ਜ਼ਿਆਦਾ ਦਇਆ ਹੋਵੇ, ਬਹੁਤਾ ਹੀ ਜ਼ਿਆਦਾ ਤੁਰਠ ਪਵੇ, ਪ੍ਰਾਪਤ ਨਾਮ, ਜਿਸ ਪ੍ਰਾਣੀ ਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਗਿਆ ਨਾ, ਸਾਰ ਸੰਤ ਜੀ ਕਹਿ ਲਓ ਵੀ ਉਸ ਜੀਵ ਦੇ ਉੱਪਰ ਵਾਹਿਗੁਰੂ ਪ੍ਰਮਾਤਮਾ ਦੀ ਬਹੁਤ ਕਿਰਪਾਲਤਾ ਹੈ। ਜਿਹੜਾ ਆਉਂਦੇ ਨੇ ਸਵਾਸ ਸਵਾਸ ਵਾਹਿਗੁਰੂ 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 ਨਾਮ ਜਪੀ ਜਾਵੇ, ਬਾਣੀ ਪੜ੍ਹੀ ਜਾਵੇ। ਸੋ ਸਾਰ ਸੰਤ ਜੀ, ਜਿਸ ਜੀਵ ਨੂੰ ਇਹ ਦਾਤ ਮਿਲ ਗਈ ਹੈ ਨਾ ਨਾਮ ਜਪਣ ਦੀ ਤੇ ਜਪਾਉਣ ਦੀ, ਉਹ ਸਾਰ ਸੰਤ ਜੀ ਕਹਿ ਲਓ ਵੀ ਵਾਹਿਗੁਰੂ ਦੀ ਦਇਆ ਦਾ ਪਾਤਰ ਹੈ। ਉਹਦੇ ਉੱਤੇ ਕਿਰਪਾ ਵਾਹਿਗੁਰੂ ਦੀ। ਆਪਣੇ ਮੁਖ ਤੋਂ ਸਾਰ ਸੰਤ ਜੀ ਉਹੀਓ ਜਿਹੜੀਆਂ ਗੱਲਾਂ ਕਰਨੀਆਂ ਹਨ, ਇਹ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਨਿਕੰਮੀਆਂ ਹੀ ਹੁੰਦੀਆਂ ਨੇ। ਬਹੁਤਾ ਬੋਲਣ ਝੱਖਣ ਹੋਏ, ਬਹੁਤਾ ਬੋਲਣਾ ਜਿਹੜਾ ਸਾਰ ਸੰਤ ਦੀਆਂ ਵਿੱਚ ਝਗਾ ਮਾਰਨਾ ਹੀ ਹੁੰਦਾ। ਤੇ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ, ਕਹੋ ਕਬੀਰ ਸ਼ੂਸ਼ਾ ਘਟ ਬੋਲੈ, ਭਰਿਆ ਹੋਏ ਸੋ ਕਬਹੋ ਨਾ ਡੋਲੈ। ਜਿਹੜਾ ਖਾਲੀ ਘੜਾ ਹੁੰਦਾ ਸਾਰ ਸੰਤ ਦੀ, ਉਹ ਜ਼ਿਆਦਾ ਖੜਕਦਾ। ਜਿਹੜਾ ਭਰਿਆ ਹੋਵੇ ਨਾ ਕਦੇ ਨਹੀਂ ਡੋਲਦਾ, ਉਹ ਨਿੱਗਰ ਹੁੰਦਾ। ਮਾੜਾ ਜਿਹਾ ਆਪਾਂ ਠੁੱਲਾ ਮਾਰ ਕੇ ਦੇਖੀਏ, ਉਹਦੀ ਆਵਾਜ਼ ਨਹੀਂ ਨਿਕਲਦੀ ਛੇਤੀ ਕੀਤੇ ਆ, ਕਿਸੇ ਗੱਲ ਨਾਲ ਹੀ ਨਿਕਲੇਗੀ ਸਾਰ ਸੰਗਤ ਦੀ। ਉਹ ਇਸ ਕਰਕੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨਾਮ ਸਿਮਰਨ ਭਜਨ ਬੰਦਗੀਆਂ ਭਰੇ ਪਏ ਨੇ, ਗੁੜਾਉਂਦੇ ਨੇ, ਸੋ ਸਾਰ ਸੰਗਤ ਦੀ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਜੀ। ਤੇ ਉਹ ਕਾਰਨ ਕੀ ਹੁੰਦਾ? ਉਹਨੂੰ ਪਤਾ ਹੁੰਦਾ ਵੀ ਅਖੀਰ ਨੂੰ ਸੰਸਾਰੀ ਜਿਹੜੇ ਲੋਕ ਨੇ ਉਹਨਾਂ ਦੀ ਦੁਨਿਆਵੀ ਪਦਾਰਥਾਂ ਦੇ ਉੱਤੇ ਆ ਕੇ ਗੱਲ ਮੁੱਕਣੀ ਹੁੰਦੀ ਹੈ, ਵੱਧ ਹੋਰ ਕੁਝ ਨਹੀਂ ਹੁੰਦਾ ਹੈਗਾ। ਤੇ ਨਾਮ ਦੇ ਵਣਜਾਰੇ ਜਿਹੜੇ ਵਿਰਲੇ ਨੇ, ਟਾਵੇਂ ਨੇ। ਤੇ ਜਿਹਨੂੰ ਸਾਰ ਸੰਤ ਦੀ ਨਾਮ ਦੀ ਭੁੱਖ ਲੱਗ ਜਾਵੇ, ਫਿਰ ਜੁਗਤੀਆਂ ਥੋੜ੍ਹਾ ਪੁੱਛ ਰਿਹਾ ਵੀ ਕਿਹੜੀ ਜੁਗਤੀ ਨਾਲ ਨਾਮ ਜਪਿਆ ਜਾਵੇ।
ਜਿਹੜੇ ਬੱਚੇ ਨੂੰ ਭੁੱਖ ਲੱਗੀ ਹੋਵੇ ਸਾਰ ਸੰਗਤ ਦੀ ਉਹ ਆਪਦੀ ਮਾਂ ਤੋਂ ਪੁੱਛਦਾ ਨਹੀਂ ਹੈ ਵੀ ਦੁੱਧ ਕਿਵੇਂ ਪੀਣਾ ਹੈ। ਉਹਨੂੰ ਆਪਣੇ ਆਪ ਹੀ ਸਾਰ ਸੰਗਤ ਦੀ ਪਤਾ ਵੀ ਹਾਂ ਮੈਂ ਆਪਣੀ ਮਾਤਾ ਦੇ ਇਸ ਤਰੀਕੇ ਨਾਲ ਦੁੱਧ ਪੀਂਦਾ ਹਾਂ। ਸੋ ਸਾਰ ਸੰਗਤ ਦੀ ਜਿਹੜੇ ਬੱਚਾ ਭੁੱਖਾ ਹੋਵੇ, ਕੋਈ ਵੀ ਪ੍ਰਾਣੀ ਜਿਹੜਾ ਭੁੱਖਾ ਹੈ ਉਹਨੂੰ ਸਿਖਾਉਣਾ ਨਹੀਂ ਪੈਂਦਾ ਵੀ ਭਾਈ ਤੂੰ ਰੋਟੀ ਐਂ ਖਾ ਲੈ ਜਾਂ ਐਂ ਛਕ ਲੈ ਨਾ। ਸਾਰ ਸੰਗਤ ਦੀ ਆਪਣੇ ਆਪ ਹੀ ਹੱਥ ਹੈ ਜਿਹੜਾ ਕੰਮ ਕਰਦਾ। ਸੋ ਐਵੇਂ ਜਿਹੜੇ ਪ੍ਰਾਣੀ ਨੂੰ ਨਾਮ ਦੀ ਭੁੱਖ ਲੱਗ ਜਾਵੇ ਨਾ, ਉਹਨੂੰ ਇਹ ਨਹੀਂ ਦੱਸਣਾ ਪੈਂਦਾ ਭਾਈ ਵੀ ਤੂੰ ਇਹ ਜੁਗਤੀ ਨਾਲ ਨਾਮ ਜਪ ਲੈ, ਇਹ ਤਰੀਕੇ ਨਾਲ ਨਾ। ਉਹ ਸਾਰ ਸੰਗਤ ਦੀ ਉਹ ਆਪਣੇ ਆਪ ਹੀ ਵਾਹਿਗੁਰੂ 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 ਕਰਦਾ ਹੀ ਰਹਿੰਦਾ। ਉਹ ਕਰਦਾ ਹੀ ਰਹਿੰਦਾ ਹਰੇਕ ਵਕਤ। ਸੁਣ ਸੁਣ ਸੁਰਨ ਬੈਨਨ ਪਾਦਾ। ਤੇ ਜਿਵੇਂ ਜਿਵੇਂ ਸਾਰ ਸੰਗਤ ਦੀ ਪਾਂਧਾ ਕੰਨਾਂ ਵਿੱਚ ਗੱਲਾਂ ਸੁਣੀ ਜਾਂਦਾ, ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣੀ ਜਾਂਦਾ, ਲੱਖ ਮੰਤਰਨ ਬਾਦਾ। ਉਹਨੇ ਆਪਣੇ ਦਿਲ ਨੂੰ ਜਾਣਿਆ ਵੀ ਮੇਰਾ ਦਿਲ ਹੈਗਾ ਸੀ ਸੱਪ ਵਰਗਾ, ਪਰ ਮਹਾਰਾਜ ਸਾਹਿਬ ਨੇ ਨਾ ਗਾਰੜੂ ਮੰਤਰ ਮਾਰ ਕੇ ਜਿਵੇਂ ਆਪਾਂ ਸੱਪ ਨੂੰ ਕਾਬੂ ਕਰ ਲੈਂਦੇ ਹਾਂ, ਐਵੇਂ ਸਾਰ ਸੰਗਤ ਜੀ ਉਹ ਗੁਰੂ ਸਾਹਿਬ ਨੇ ਮੇਰੇ ਦਿਲ ਨੂੰ ਬੰਨ੍ਹ ਲਿਆ, ਕਾਬੂ ਕਰ ਲਿਆ। ਉਹ ਜਿਵੇਂ ਜਿਵੇਂ ਪਾਤਸ਼ਾਹ ਜੀ ਦੇ ਬਚਨ ਸੁਣੀ ਜਾਂਦਾ, ਉਵੇਂ ਉਵੇਂ ਉਹਦੀ ਸਾਰ ਸੰਗਤ ਦੀ ਜਿਹੜੀ ਬਾਣੀ ਹੈ, ਉਹਦੇ ਜਿਹੜੇ ਬੋਲ ਨੇ ਪਿਆਰੇ ਉਹ ਨਿਮਰਤਾ ਵਾਲੇ ਹੋਈ ਜਾਂਦੇ ਹਨ। ਤੇ ਪੁੱਛਣ ਦੇ ਵਾਸਤੇ ਸੁੱਖਾਂ ਦੇ ਦਾਤੇ ਪਾਤਸ਼ਾਹ ਜੀ ਨੂੰ ਇਉਂ ਆਖਿਆ, ਪਾਤਸ਼ਾਹ ਭੂਪਤ ਇੱਕ ਕੀਤੇ। ਕਹਿੰਦਾ ਜੀ ਮੇਰੀ ਬੇਨਤੀ ਸੁਣਿਓ। ਇੱਕ ਤਾਂ ਵਾਹਿਗੁਰੂ ਪਰਮਾਤਮਾ ਨੇ ਨਾ ਬਾਦਸ਼ਾਹ ਬਣਾ ਦਿੱਤੇ, ਬੜੇ ਤਗੜੇ ਤਕੜੇ ਧਰਤੀਆਂ ਦੇ ਮਾਲਕ ਬਣਾ ਦਿੱਤੇ। ਉਹਨਾਂ ਨੂੰ ਕਰੇ ਪਰਮਾਤਮਾ ਚੇਤੇ ਹੀ ਨਹੀਂ ਆਇਆ, ਉਹਨਾਂ ਦਾ ਵਾਹਿਗੁਰੂ ਪਰਮਾਤਮਾ ਕੋਈ ਪਿਆਰ ਹੀ ਨਹੀਂ ਹੈ। ਜਗਤ ਵਿਸਾਲ ਵਿਲਾਸਾ। ਤੇ ਸੰਸਾਰ ਦੇ ਅੰਦਰ ਨਾ ਤਰ੍ਹਾਂ ਤਰ੍ਹਾਂ ਦੇ ਬਿਲਾਸ ਆਨੰਦਾਂ ਦੇ ਤਾਈਓ ਬਿਰਸਤ ਭੋਗਦੇ ਨੇ। ਜਿਹਦੇ ਨਾ ਕਦੇ ਨਾਮ ਪਰਵਾਸਾ। ਉਹਨਾਂ ਦੇ ਦਿਲ ਵਿੱਚ ਕਦੇ ਵਾਹਿਗੁਰੂ ਦਾ ਨਾਮ ਆਇਆ ਹੀ ਨਹੀਂ, ਤੇ ਨਾ ਉਹਨਾਂ ਨੂੰ ਕਦੇ ਰੱਬ ਦੇ ਨਾਮ ਤੇ ਯਕੀਨ ਹੀ ਆ। ਰਾਤ ਦਿਨ ਉਹ ਐਸ਼ੋ ਪ੍ਰਿਸ਼ਤੀ ਦੇ ਵਿੱਚ ਐਵੇਂ ਰਹਿੰਦੇ ਹਨ। ਜਿਵੇਂ ਕਮਲ ਦੇ ਫੁੱਲ ਦੇ ਵਿੱਚ ਭੌਰਾ ਮਿਲ ਜਾਂਦਾ, ਕਮਲ ਦੇ ਫੁੱਲ ਦੇ ਉੱਤੇ ਨਾ ਭੌਰਾ ਆ ਕੇ ਸਾਰ ਸੰਗਤ ਪਹਿਲਾਂ ਗੀਤ ਰੇ ਗਾਉਂਦਾ ਹੈ, ਤੇ ਉੱਤੇ ਉੱਤੇ ਗੇੜੇ ਜਿਹੇ ਕੱਢ ਕੱਢ ਕੇ ਖੀਰ ਨੂੰ ਪਿਆਰ ਜਿਹਦਾ ਬਹਿ ਜਾਂਦਾ। ਉਹ ਜਦੋਂ ਬਹਿ ਜਾਂਦਾ ਫਿਰ ਭੌਰੇ ਨੂੰ ਚੇਤਾ ਭੁੱਲ ਜਾਂਦਾ ਵੀ ਹੁਣ ਵੀ ਦਿਨ ਵੀ ਸ਼ੁਭਣਾ। ਤੇ ਸਾਰ ਸੰਗਤ ਜਦੋਂ ਦਿਨ ਛਪਦਾ ਉਹ ਨਾਲ ਹੀ ਕਮਲ ਦਾ ਫੁੱਲ ਮੁੰਦਿਆ ਜਿਹੜਾ ਬੰਦ ਹੋ ਜਾਂਦਾ, ਭੌਰਾ ਵਿੱਚ ਹੀ ਘੁੱਟ ਕੇ ਮਰ ਜਾਂਦਾ। ਉਹਦੇ ਕੰਡਾ ਹੁੰਦਾ ਵਿੱਚ ਸਾਰ ਸੰਗਤ ਦੀ, ਉਹ ਜਦੋਂ ਕੰਡਾ ਵਿੱਚ ਦੀ ਨਿਕਲ ਜਾਂਦਾ ਸਵੇਰ ਨੂੰ ਆ ਕੇ ਆਪਣਾ ਜਿਹੜਾ ਤੇਲੀ ਹੁੰਦਾ ਆ ਕੇ ਜਦੋਂ ਫੁੱਲ ਤੋੜਦਾ, ਜਦੋਂ ਸਾਰ ਸੰਗਤ ਦੀ ਉਹ ਅਤਰ ਕੱਢਦਾ ਉਹ ਫੁੱਲਾਂ ਦੇ ਵਿੱਚੋਂ, ਨਾਲ ਹੀ ਫਿਰ ਭੌਰੇ ਦਾ ਵੀ ਅਤਰ ਨਿਕਲ ਜਾਂਦਾ। ਸੋ ਇਹ ਹਿਸਾਬ ਹੁੰਦਾ। ਕਵੀ ਜੀ ਕਹਿੰਦੇ ਕਿ ਉਸ ਵੇਲੇ ਬੇਨਤੀ ਕੀਤੀ ਮਹਾਰਾਜ ਵੀ ਇਹ ਜਿਹੜੇ ਰਾਜੇ ਬਾਦਸ਼ਾਹ ਲੋਕ ਹੁੰਦੇ ਨੇ ਤਗੜੇ ਤਗੜੇ, ਤੇ ਇਹਨਾਂ ਨੂੰ ਤਾਂ ਰੱਬ ਦਾ ਨਾਮ ਕਦੇ ਚੇਤੇ ਹੀ ਨਹੀਂ ਆਉਂਦਾ ਗਾ, ਤੇ ਰਾਤ ਦਿਨ ਐਸ਼ੋ ਇਸ਼ਰਤ ਵਿੱਚ ਹੀ ਰਹਿੰਦੇ ਨੇ। ਤੇ ਉਹ ਐਵੇਂ ਮਿਲੇ ਰਹਿੰਦੇ ਨੇ ਵਿਕਾਰਾਂ ਦੇ ਵਿੱਚ, ਜਿਵੇਂ ਭੌਰਾ ਜਿਹੜਾ ਕਮਲ ਦੇ ਫੁੱਲ ਵਿੱਚ ਮਿਲ ਜਾਂਦਾ ਹੈ। ਉਹ ਆਪਣਾ ਅਖੀਰਲਾ ਸਮਾਂ ਚੇਤੇ ਹੀ ਨਹੀਂ ਕਰਦੇ ਕਦੇ। ਜਿਉ ਅਗ ਲਖਤ ਨਾ ਲੋਲਪ ਕੋ। ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਪਾਤਸ਼ਾਹ ਜੀ, ਜਿਹੜੇ ਹਿਸਾਬ ਦੇ ਨਾਲ ਜਿਉ ਅਗ ਲਖਤ ਨਾ ਲੋਲਪ ਕੋ, ਜਿਵੇਂ ਅਗ ਪਾਪਾਂ ਨੂੰ ਜਾਣ ਕੇ ਸਾਰ ਸੰਗਤ ਦੀ ਕੋਈ ਵੀ ਪ੍ਰਾਣੀ ਫਿਰ ਲੰਪਟ ਨਾ ਹੋਵੇ, ਉਹਨਾਂ ਦੇ ਦਿਲ ਵਿੱਚ ਭਾਵਨਾ ਆਉਂਦੀ ਨਹੀਂ ਹੈਗੀ। ਜਿਨ ਦੀਨੋ ਤਨ ਮਨ ਧਨੇ। ਜਿਸ ਵਾਹਿਗੁਰੂ ਪਰਮਾਤਮਾ ਨੇ ਸਰੀਰ ਦਿੱਤਾ, ਬੰਦੇ ਨੂੰ ਚੰਗਾ ਮਾੜਾ ਸੋਚਣ ਵਾਸਤੇ ਮਨ ਦਿੱਤਾ, ਧਨ ਦੌਲਤ ਦਿੱਤਾ, ਉਸ ਪਰਮਾਤਮਾ ਤੋਂ ਐਵੇਂ ਉਹ ਅਣਜਾਣ ਹੋ ਜਾਂਦੇ ਨੇ। ਜਿਵੇਂ ਦਾਦਰ ਕਰਦਮ ਮੱਧ ਮਿਲਤ, ਜਿਵੇਂ ਦਾਦਰ ਕਹਿੰਦੇ ਡੱਡੂ ਨੂੰ, ਡੱਡੂ ਹੈ ਜਿਹੜਾ ਗਾਰੇ ਦੇ ਵਿੱਚ ਹੀ ਮਿਲਿਆ ਰਹਿੰਦਾ ਹਰੇਕ ਬਾਤ। ਉਹ ਜਿਹੜੀ ਜਲਬ ਲੱਗੀ ਹੁੰਦੀ ਹੈ ਨਾ ਕਮਲ ਦੀਆਂ ਫੁੱਲ, ਕਮਲ ਦੇ ਫੁੱਲ ਦੀਆਂ ਜੜ੍ਹਾਂ ਦੇ ਵਿੱਚ, ਉਹਨੂੰ ਖਾਂਦਾ ਰਹਿੰਦਾ ਹੈ। ਪਰ ਕੀਮ ਕਮਲ ਪਛਾਣ। ਸਾਰ ਸੰਗਤ ਦੀ ਕੀਮਤ ਹੈ ਨਾ ਜਿਹੜੀ ਕਮਲ ਦੇ ਫੁੱਲ ਦੀ, ਉਹ ਨਹੀਂ ਪਛਾਣਦਾ, ਕਦੇ ਕਮਲ ਦੇ ਫੁੱਲ ਦੀ ਮਹਿਕ ਨੂੰ, ਆਨੰਦ ਨੂੰ ਨਹੀਂ ਮਾਣਦਾ ਹੈਗਾ। ਸੋ ਐਵੇਂ ਸਾਰ ਸੰਗਤ ਦੇ ਜੀਵ ਦਾ ਹਾਲ, ਇਸ ਜੀਵ ਦੀ ਹਾਲਤ ਹੈ। ਮਹਾਰਾਜ ਜੀ ਬਚਨ ਕਰਦੇ ਨੇ ਬਾਣੀ ਵਿੱਚ, ਦਾਦਰ ਤੂੰ ਕਬਹਿ ਨ ਜਾਣ ਸਰੇ
ਭਾਖਸ ਸਿਬਾਲ ਬਸਸ ਨਿਰਮਲ ਜਲ ਤੂਬ ਨਾ ਚਾਤੁਰ ਰੇ। ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਆ ਡੱਡੂ ਤੂੰ ਕਦੇ ਵੀ ਨਹੀਂ ਇਹ ਸਮਝਿਆ ਹੈ, ਭਾਖਸ ਸਿਬਾਲ ਜਾਲਾ ਖਾਈ ਜਾਂਦਾ, ਬਸਸ ਨਿਰਮਲ ਜਲ ਸੋਹਣੇ ਪਵਿੱਤਰ ਜਲ ਵਿੱਚ ਵਸਦਾ ਹੈ, ਅੰਮ੍ਰਿਤ ਨਾਲ ਲੱਖ ਸਰੇ ਤੂੰ ਆਪਣਾ ਅੰਮ੍ਰਿਤ ਜਿਹੜਾ ਹੈ, ਅੰਮ੍ਰਿਤ ਬਾਰੇ ਜਿਹੜੀ ਸੁਗੰਧੀ ਹੈ ਕਮਲ ਦੇ ਫੁੱਲਾਂ ਦੀ ਮਹਿਕ ਹੈ ਜਿਹੜੀ, ਉਹਨੂੰ ਕਦੇ ਜਾਣਿਆ ਹੀ ਨਹੀਂ ਬਈ ਹੈ, ਉਹ ਧੂੜੇ ਨੂੰ ਕਦੇ ਜਾਣਿਆ ਹੀ ਨਹੀਂ, ਉਹਦੇ ਆਨੰਦ ਨੂੰ ਮਾਣਿਆ ਹੀ ਨਹੀਂ, ਖਿਆਲ ਹੀ ਨਹੀਂ ਕੀਤਾ ਕਦੇ। ਇਹ ਇਕੱਲੇ ਉਹ ਡੱਡੂ ਨੂੰ ਨਹੀਂ ਆਖਿਆ ਮਹਾਰਾਜ ਨੇ, ਮਹਾਰਾਜ ਕਿ ਜੀਵ ਰੂਪੀ ਡੱਡੂ, ਇਹ ਜੀਵ ਰੂਪੀ ਡੱਡੂ ਤੂੰ ਸੰਸਾਰ ਦੇ ਅੰਦਰ ਮੋਹ ਮਮਤਾ ਦੀ ਜਲਬ ਨੂੰ ਹੀ ਖਾਈ ਜਾਂਦਾ, ਵਿਕਾਰਾਂ ਨੂੰ ਹੀ ਭੋਗੀ ਜਾਂਦਾ। ਉਹ ਪਰਮਾਤਮਾ ਦੇ ਨਾਮ ਦੀ ਵੀ ਕਦੇ ਸੁਗੰਧੀ ਮਾਣ ਛੱਡ, ਪਰਮਾਤਮਾ ਜਿਹੜਾ ਸੰਸਾਰ ਦੇ ਵਿੱਚ ਰਹਿੰਦਾ ਉਹਨੂੰ ਵੀ ਕਦੇ ਯਾਦ ਕਰ ਛੱਡ। ਸੋ ਸਾਰ ਸੰਤ ਜੀਓ ਇਸ ਕਰਕੇ ਐਵੇਂ ਇਸ ਜੀਵ ਦੀ ਹਾਲਤ ਡੱਡੂ ਵਰਗੇ। ਵਿਸਰੇ ਵੈਸ ਬਿਹਾਵੇ ਸਭ ਹੀ। ਆ ਜਿਵੇਂ ਜਿਹੜੀ ਜੋਗ ਹੁੰਦੀ ਹੈ ਨਾ, ਸਾਰ ਸੰਤ ਦੀ ਮਈਆਂ ਦੇ ਥਣਾਂ ਦੇ ਕੋਲ ਲੱਗੀ ਹੁੰਦੀ ਹੈ ਲੇਵੇ ਤੇ ਉਹ ਖੂਨ ਚੂਸਦੀ ਰਹਿੰਦੀ ਹੈ, ਪਰ ਦੁੱਧ ਦੀ ਉਹ ਸਾਰ ਨਹੀਂ ਜਾਣਦੀ। ਉਹ ਪੁਰਾਣੇ ਸਮੇਂ ਵਿੱਚ ਛੱਪੜ ਦੇ ਵਿੱਚ ਮਈਆਂ ਨੂੰ ਨਵਾ ਕੇ ਲਿਆਉਂਦੇ ਹੁੰਦੇ ਸੀ ਨਾ, ਜਾਂ ਸਾਰ ਸੰਤ ਦੀ ਨਹਿਰ ਵਿੱਚ ਉਹ ਜੋਕਾਂ ਲੱਗ ਜਾਂਦੀਆਂ ਉਹਨਾਂ ਦੇ ਲੇਵੇ ਨੂੰ, ਅਤੇ ਉਹ ਜਿੱਥੇ ਲੱਗ ਚਿੰਬੜ ਜਾਂਦੀ ਉਹ ਫਿਰ ਖੂਨ ਹੀ ਚੂਸਦੀ ਰਹਿੰਦੀ ਹੈ, ਉਹ ਵੱਧਦੀ ਰਹਿੰਦੀ ਹੈ। ਸੋ ਸਾਰ ਸੰਤ ਦੀ ਭਾਵੇਂ ਜਮ੍ਹਾਂ ਥਣਾਂ ਦੇ ਕੋਲ ਹੋਵੇ, ਉਹ ਦੁੱਧ ਦੀ ਸਾਰ ਥੋੜ੍ਹਾ ਜਾਣਦੀ ਹੈ, ਉਹ ਤਾਂ ਖੂਨ ਹੀ ਪੀਂਦੀ। ਐਵੇਂ ਇਸ ਜੀਵ ਦੀ ਹਾਲਤ ਹੈ। ਇਹ ਸਾਰ ਸੰਤ ਦੀ ਗੰਦਗੀ ਦੇ ਵਿੱਚ ਹੀ ਮੁੱਖ ਮਾਰਦਾ, ਵਾਹਿਗੁਰੂ ਦਾ ਨਾਮ ਕਰੇ ਚੇਤੇ ਨਹੀਂ ਆਉਂਦਾ। ਵਿਸਰੈ ਬੈਸ ਬਿਹਾਵਹਿ ਸਭ ਹੀ, ਸਾਰੀ ਉਮਰ ਪਿਆਰੋ ਐਵੇਂ ਬਤੀਤ ਹੋ ਜਾਂਦੀ ਹੈ, ਵਾਹਿਗੁਰੂ ਦਾ ਨਾਮ ਭੁੱਲਿਆ ਭੁਲਾਇਆ। ਨਾਮ ਨਾ ਜਿਤ ਮੇ ਜਿਤੋ ਕਬਹੀ। ਇਸ ਜੀਵ ਨੇ ਕਦੇ ਵੀ ਵਾਹਿਗੁਰੂ ਦਾ ਨਾਮ ਦਿਲ ਵਿੱਚ ਚੇਤੇ ਨਹੀਂ ਕੀਤਾ। ਇਹ ਸੁਖ ਸੋ ਵਿਸਵ ਬਸਹਿ ਬਸ ਸੇਤੀ। ਮਹਾਰਾਜ ਸਾਹਿਬ ਜੀਓ ਉਹ ਜਿਹੜੇ ਰਾਜੇ ਮਹਾਰਾਜੇ ਲੋਕ ਨੇ ਨਾ, ਉਹ ਸੰਸਾਰ ਦੇ ਅੰਦਰ ਸੁੱਖ ਦੇ ਨਾਲ ਬੜੇ ਵਸਦੇ ਹਨ ਅਤੇ ਬਸ ਸੇਤੀ, ਅਤੇ ਨਾਲੇ ਮਹਾਰਾਜ ਉਹ ਪਦਾਰਥਾਂ ਦੇ ਨਾਲ ਰਹਿੰਦੇ ਨੇ, ਤਰ੍ਹਾਂ ਤਰ੍ਹਾਂ ਦੇ ਸੁੱਖ ਆਨੰਦ ਭੋਗਦੇ ਹਨ। ਉਹਨਾਂ ਨੂੰ ਅਗਾਂਹ ਲਈ ਅਗਲੇ ਹੀ ਜਿਹੜੀ ਖਬਰ ਹੈ ਕਦੇ ਹੁੰਦੀ ਕੋਈ ਨਹੀਂ, ਦਿਲ ਵਿੱਚ ਖਿਆਲ ਹੀ ਨਹੀਂ ਆਉਂਦਾ ਵੀ ਅਸੀਂ ਗਾਂਹ ਵੀ ਜਾਣਾ ਹੈ, ਪਰਲੋਕ ਨੂੰ ਮਾਰਨਾ ਚੱਲ। ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆਈ, ਰੱਬ ਦਾ ਨਾਮ ਕਦੇ ਜਪਿਆ ਨਹੀਂ ਉਹਨਾਂ ਨੇ, ਆਨੰਦ ਬੜਾ ਮਾਣਦੇ ਨੇ, ਅਗਾਂਹ ਵਾਸਤੇ ਕਦੇ ਉਹ ਖਿਆਲ ਨਹੀਂ ਕਰਦੇ। ਉਹ ਇਸ ਦੁਨੀਆ ਵਿੱਚ ਕਿਵੇਂ ਸੁੱਖ ਪਾਉਂਦੇ ਹਨ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਜੀ, ਉਹ ਤਾਂ ਕਦੇ ਗੁਰਦੁਆਰੇ ਗਿਆ ਹੀ ਨਹੀਂ ਜੀ, ਉਹਨਾਂ ਸੁੱਖ ਮਾਣਦੇ। ਦੇਖ ਲੈ ਕਦੇ ਬਾਲ ਪਿੰਗਾ ਨੇ, ਮੈਂ ਇੰਨਾ ਗੁਰਦੁਆਰੇ ਜਾਂਦਾ, ਮਹਾਰਾਜ ਮੈਨੂੰ ਬਾਹਲਾ ਤੰਗ ਕਰਦੇ, ਉਨਾ ਹੀ ਯਾਰ ਮੈਂ ਦੁੱਖ ਭੋਗਦਾ। ਸੋ ਸਾਰ ਸੰਤ ਜੀ ਉਹਨਾਂ ਨੂੰ ਇਹ ਸਵਾਲ ਦਾ ਜਵਾਬ ਇੱਥੋਂ ਮਿਲੂਗਾ। ਇਹ ਸੁਦਾਨ ਕੈਸੇ ਸੁਖ ਪਾਵੈ। ਤੇ ਮਹਾਰਾਜ ਸਾਹਿਬ ਜੀ ਇਹ ਕਿਰਪਾ ਕਰਕੇ ਦੱਸੋ ਵੀ ਇਸ ਲੋਕ ਵਿੱਚ ਉਹ ਕਿਵੇਂ ਸੁੱਖ ਪਾਉਂਦੇ ਨੇ। ਗੋਬਿੰਦ ਹੋਤ ਅਗਾਰੀ ਜਾਵੈ। ਜਦੋਂ ਗਾਂਹ ਜਾਣਗੇ ਉਹਨਾਂ ਦੀ ਕੀ ਹਾਲਾਤ ਹੋਵੇਗੀ। ਭਈ ਮੁਝ ਦੋ। ਅਰੇ ਮੇਰੇ ਦਿਲ ਵਿੱਚ ਨਾ ਦੋ ਸ਼ੱਕ ਦੇ ਹੋ ਗਏ ਆ ਵੀ ਇੱਕ ਤੈਨੂੰ ਰੱਬ ਚੇਤੇ ਨਹੀਂ ਆਇਆ ਕਦੇ ਹੈ, ਰੱਬ ਦੇ ਪਿਆਰੇ ਦੁੱਖ ਪਾਉਂਦੇ ਨੇ ਜਿਹੜੇ ਸਿਮਰਦੇ ਨੇ, ਜਿਨ੍ਹਾਂ ਨੇ ਕਦੇ ਚੇਤੇ ਹੀ ਨਹੀਂ ਕੀਤਾ ਉਹ ਸੁੱਖ ਪਾਉਂਦੇ ਹਨ। ਪੁੱਤਰ ਦੇਹ ਦਿਆਨਿਦ ਸੋ। ਇਹ ਗਰੀਬ ਨਵਾਜ਼ ਪਾਤਸ਼ਾਹ ਜੀਓ, ਦਇਆ ਦੇ ਖਜ਼ਾਨੇ ਜੀਓ, ਮੈਨੂੰ ਕਿਰਪਾ ਕਰਕੇ ਆਪ ਜੀ ਇਹਦਾ ਜਵਾਬ ਦੇਵੋ। ਆਸ ਸੁਣ ਕਰ ਉਤਪਲ ਦਰ ਲੋਚਨ। ਐਸੇ ਬਚਨ ਸੁਣ ਕੇ ਕਵਲ ਸਰੀਖੜੇ ਨੇਤਰਾਂ ਵਾਲੇ ਪਾਤਸ਼ਾਹ ਜੀ ਇਸ ਤਰ੍ਹਾਂ ਬੋਲੇ। ਉਤਰੇ ਬਚਨ ਰੁਚਰ ਦੁਖ ਮੋਚਨ। ਬਹੁਤ ਯਾਰਾ ਭਾਰੀ ਦੁੱਖਾਂ ਨੂੰ ਕੱਟਣ ਵਾਲੇ ਜਿਹੜੇ ਸ਼ਬਦ ਸਨ ਪਾਤਸ਼ਾਹ ਜੀ ਉਚਾਰਨ ਕਰਨ ਲੱਗੇ। ਬਚਨ ਸਾਧੂਗਰਾਂ ਨੇ ਬੜੇ ਸੁੰਦਰ ਬੋਲੇ। ਜਗਤ ਪਦਾਰਥ ਹਿਤ ਵੈਰਾਗਾ। ਗੁਰੂ ਸਾਹਿਬ ਜੀ ਦੀ ਸਾਰ ਸੰਤ ਜੀਓ, ਸੰਸਾਰ ਦੇ ਜਿਹੜੇ ਪਦਾਰਥ ਨੇ ਨਾ, ਤੇ ਇਹਨਾਂ ਦਾ ਜਿਹੜਾ ਮੋਹ ਹੈ, ਇਹਦੇ ਪਾਸਿਓਂ ਮੋਹ ਤੋੜ ਕੇ ਵਿਰਾਗ ਦੇਣ ਦੇ ਵਾਸਤੇ ਸਤਿਗੁਰੂ ਜੀ ਬੋਲੇ। ਸ਼ਬਦ ਪਦ ਲਿਖਤ ਲਖਤ ਸੁਭਾਗਾ। ਤੇ ਤੀਆ ਜਿਹੜਾ ਸਾਰ ਸੰਤ ਦੀ ਸ਼ਬਦ ਦਾ ਪਦਾ ਸੀ ਨਾ, ਤੀਜੀ ਜਿਹੜੀ ਪੌੜੀ ਸੀ ਸ਼ਬਦ ਦੀ ਮਹਾਰਾਜ ਸਾਹਿਬ ਜੀ ਉਚਾਰਨ ਕਰਨ ਲੱਗੇ, ਤੇ ਉਹ ਪਾਂਧਾ ਜਿਹੜਾ ਸੀ ਗੋਪਾਲ ਨਾਮ ਦਾ ਸ੍ਰੇਸ਼ਟ ਭਾਗਾਂ ਵਾਲਾ ਇਉਂ ਜਾਣਨ ਲੱਗਿਆ। ਸ੍ਰੀ ਮੁਖ ਵਾਕ ਸ਼੍ਰੋਮਣੀ ਸੁਭਾਇਮਾਨ ਮੁਖੜੇ ਦਾ ਵਚਨ ਹੈ ਪਾਤਸ਼ਾਹ ਜੀ ਦਾ ਆਪਣਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇੱਕ ਆਵਹਿ ਇੱਕ ਜਾਹੇ ਉੱਠ ਰੱਖੀ ਹੈ ਨਾਵ ਸਲਾਰ। ਕਿ ਪਾਂਧਾ ਜੀ
ਇੱਕ ਆਉਂਦੇ ਨੇ ਇਸ ਦੁਨੀਆ ਵਿੱਚ ਜਨਮ ਧਾਰ ਕੇ, ਇੱਕ ਇਸ ਸੰਸਾਰ ਤੋਂ ਮਰ ਕੇ ਉੱਠ ਕੇ ਚਲੇ ਜਾਂਦੇ ਨੇ। ਕਈਆਂ ਦਾ ਨਾਮ ਇੱਥੇ ਸਰਦਾਰ ਸਾਹਿਬ ਐਵੇਂ ਰੱਖਿਆ ਜਾਂਦਾ। ਵੱਖੋ ਵੱਖਰੇ ਤਰੀਕਿਆਂ ਨਾਲ ਲਕਬ ਹੁੰਦੇ ਨੇ, ਉਹਨਾਂ ਲਕਬਾਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਮੁਰਾਤਬੇ ਕਮਾਏ ਨੇ ਉਸ ਹਿਸਾਬ ਨਾਲ ਉਹਨਾਂ ਨੂੰ ਦੁਨੀਆ ਬੁਲਾਉਂਦੀ ਹੈ। ਪਾਤਸ਼ਾਹ ਜੀ ਕਹਿੰਦੇ ਇੱਕ ਉਪਾਏ ਮੰਗਤੇ, ਇੱਕ ਇਹੋ ਜਿਹੇ ਨੇ ਵਾਹਿਗੁਰੂ ਪਰਮਾਤਮਾ ਨੇ ਮੰਗਣ ਵਾਲੇ ਮੰਗਤੇ ਵੀ ਪੈਦਾ ਕਰ ਛੱਡੇ ਨੇ ਦੁਨੀਆ ਦੇ ਅੰਦਰ ਉਹਨਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ। ਇੱਕ ਨਾ ਵੱਡੇ ਦਰਬਾਰ, ਇੱਕ ਐਸੇ ਉਹਨਾਂ ਨੇ ਬੜੇ ਤਗੜੇ ਤਗੜੇ ਦਰਬਾਰ ਸਾਧਦੇ ਨੇ, ਕਚਹਿਰੀਆਂ ਲੱਗਦੀਆਂ ਨੇ, ਲੋਕ ਆ ਕੇ ਬਹਿੰਦੇ ਨੇ ਜੀ ਸਾਡਾ ਆਹ ਕੰਮ ਕਰ ਦਿਓ, ਹੱਥ ਜੋੜਦੇ ਨੇ ਉਹਨਾਂ ਦੇ ਅੱਗੇ। ਮਹਾਰਾਜ ਨੇ ਅੱਗੇ ਗਿਆ ਜਾਣੀ ਹੈ ਵਿਣ ਨਾ ਵੈ ਵੇਕਾਰ। ਪਿਆਰੇ ਜੀ ਅਗਾਂਹ ਜਦੋਂ ਪ੍ਰਲੋਕ ਵਿੱਚ ਬੰਦਾ ਜਾਂਦਾ ਹੈ ਨਾ ਉਦੋਂ ਜਾਣਿਆ ਜਾਂਦਾ ਵੀ ਕੀ ਗੱਲਬਾਤ ਹੈ, ਕਿੱਥੇ ਪੈਂਦੀ ਹੈ, ਕੀ ਹਿਸਾਬ ਕਿਤਾਬ ਹੈ। ਕਿਉਂਕਿ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਇਹ ਬੰਦਾ ਬੇਕਾਰ ਹੀ ਹੈ। ਇਸ ਦੁਨੀਆ ਵਿੱਚ ਜਿੰਨੇ ਮਰਜ਼ੀ ਮਾਰਾ ਮਰਾਤਬੇ ਖੱਟੀ ਜਾਵੇ। ਪਾਤਸ਼ਾਹ ਜੀ ਨੇ ਉਸ ਵੇਲੇ ਜਵਾਬ ਦਿੱਤਾ, ਕਹਿਣ ਲੱਗੇ ਭਾਈ ਜਿਸ ਬੰਦੇ ਨੇ ਪਿਛਲੇ ਜਨਮ ਵਿੱਚ ਕੋਈ ਤਪੱਸਿਆ ਕੀਤੀ ਹੈ ਤੇ ਉਹ ਵਾਸ਼ਨਾ ਦੇ ਸਮੇਤ ਕੀਤੀ ਹੈ ਵੀ ਮੈਨੂੰ ਇਹ ਸੁੱਖ ਪ੍ਰਾਪਤ ਹੋਵੇ। ਵਾਸ਼ਨਾ ਦਾ ਮਤਲਬ ਪਤਾ ਹੁੰਦਾ ਵੀ ਇੱਛਾ ਰੱਖ ਕੇ ਤਪੱਸਿਆ ਕੀਤੀ। ਸੋ ਸਾਰ ਸੰਤ ਦੀ ਤਪੱਸਿਆ ਜਿਹਨੇ ਕੀਤੀ ਹੈ ਆਰੇ ਬਾਤ ਵਾਸ਼ਨਾ ਰੱਖ ਕੇ ਦਿਲ ਵਿੱਚ ਇੱਛਾ ਭਾਵਨਾ ਰੱਖ ਕੇ ਜਨਮ ਅਨੰਤ ਧਰ ਸੋਏ। ਤੇ ਉਹ ਫਿਰ ਕੀ ਹੁੰਦਾ, ਫਿਰ ਦੂਆ ਜਨਮ ਧਾਰਦਾ ਹੈ, ਫਿਰ ਹੋਰ ਜਨਮ ਧਾਰ ਕੇ ਪਾਏ ਰਾਜ ਜਗ ਵਿਖੇ। ਬਸ ਤੋ ਸਾਰ ਸੰਤ ਜੀ ਇਹ ਸੰਸਾਰ ਦੇ ਅੰਦਰ ਨਾ ਉਹ ਫਿਰ ਪ੍ਰਾਣੀ ਹੈ ਜਿਹੜਾ ਫਿਰ ਰਾਜ ਭਾਗ ਪ੍ਰਾਪਤ ਕਰਦਾ ਹੈ। ਆਪਾਂ ਬਚਨ ਪੜ੍ਹਦੇ ਨਾ ਸਾਧੂਆਂ ਵੱਲੋਂ ਕਿਹਾ ਤਪੋ ਰਾਜ ਤੇ ਰਾਜੋ ਨਰਕਾ। ਸੋ ਸਾਰ ਸੰਤ ਜੀ ਪਹਿਲਾਂ ਬੰਦਾ ਤਪੱਸਿਆ ਕਰਦਾ, ਤਪ ਕਰਨ ਦੇ ਨਾਲ ਫਿਰ ਰਾਜ ਮਿਲ ਜਾਂਦਾ। ਉਹ ਰਾਜ ਮਿਲ ਜਾਂਦਾ ਫਿਰ ਜਦੋਂ ਜਨਤਾ ਨਾਲ ਕਰਦਾ ਨਾ ਧੱਕਾ ਤੇ ਲੋਕਾਂ ਦੇ ਫਿਰ ਦਿਲੋਂ ਸਾਰ ਸੰਤ ਜੀ ਮੋਟੇ ਮੋਟੇ ਬਚਨ ਨਿਕਲਦੇ ਨੇ, ਦੁਰਸੀਸਾਂ ਨਿਕਲਦੀਆਂ ਨੇ, ਫਿਰ ਉਹ ਰਾਜ ਜਿਹੜਾ ਕਿ ਉਹਨੂੰ ਉਹ ਨਰਕਾਂ ਨੂੰ ਲੈ ਜਾਂਦਾ ਉਹਨੂੰ ਦੇਖ ਲਓ। ਸੋ ਸਾਰ ਸੰਤ ਜੀ ਇਸ ਕਰਕੇ ਤਪੋ ਰਾਜ ਰਾਜੋ ਸਵਰਗ ਕਿਸੇ ਵੇਲੇ ਦੇ ਬਣਦਾ ਹੁੰਦਾ। ਕਹਿੰਦੇ ਨਾ ਇੱਕ ਸਾਰ ਸੰਤ ਨਖ ਨਾਮ ਦਾ ਨਾ ਬੜਾ ਤਗੜਾ ਰਾਜਾ ਹੋਇਆ ਹੈ, ਇਹ ਨੌਖ ਕਹਿੰਦੇ ਨੇ। ਨੌਖ ਨਾਮ ਦਾ ਬੜਾ ਤਗੜਾ ਰਾਜਾ ਹੋਇਆ। 10ਵੇਂ ਪਾਤਸ਼ਾਹ ਮਹਾਰਾਜ ਨੇ 10ਵੇਂ ਗ੍ਰੰਥ ਮਹਾਰਾਜ ਦੇ ਵਿੱਚ ਬੜੀ ਸੋਹਣੀ ਸਾਖੀ ਲਿਖੀ ਹੈ। ਕਹਿੰਦੇ ਵੀ ਇਹਨੇ ਇੰਨੀ ਤਪ ਕੀਤਾ, ਇੰਨੀ ਜ਼ਿਆਦਾ ਤਪੱਸਿਆ ਕੀਤੀ ਕਿ ਸਾਰ ਸੰਤ ਜੀ ਇਹਨੂੰ ਨਾ ਸਵਰਗ ਦਾ ਰਾਜ ਜਿਹੜਾ ਸੀ ਉਹ ਪ੍ਰਾਪਤ ਹੋਣ ਵਾਲਾ ਸੀ। ਸਵਰਗ ਦਾ ਰਾਜ ਮਿਲ ਗਿਆ, ਇੰਦਰ ਨੂੰ ਕੱਢ ਦਿੱਤਾ ਗਿਆ। ਇੰਦਰ ਨੂੰ ਜਦੋਂ ਕੱਢ ਦਿੱਤਾ ਤੇ ਇੰਦਰ ਦੀ ਘਰ ਵਾਲੀ ਸੀ ਇੱਕ ਪਟਰਾਣੀ ਸਾਰ ਸੰਤ ਦੀ ਸਚੀ, ਉਹਦਾ ਨਾਮ ਸੀ ਸਚੀ। ਤੇ ਸਚੀ ਸਤ ਪ੍ਰਤੱਗੀ ਸੀ, ਆਪਣੇ ਜਤ ਸਤ ਵਿੱਚ ਕਾਇਮ ਸੀ, ਪਤੀਵ੍ਰਤਾ ਧਰਮ ਵਿੱਚ ਪ੍ਰਪੱਕ ਸੀ ਉਹ ਪਿਆਰਿਓ। ਇਹਨੇ ਸਾਰ ਸੰਤ ਜੀ ਉਹ ਆਪਣਾ ਉਹਦੇ ਤਾਈਂ ਆਖਿਆ ਵੀ ਮੈਂ ਤੈਨੂੰ ਵਰਨਾ ਚਾਹੁੰਦਾ, ਮੈਂ ਤੇਰਾ ਵਿਆਹ ਕਰਨਾ। ਉਹ ਕਹਿੰਦੇ ਵੀ ਤੂੰ ਵਿਆਹ ਕਰ ਲੈ, ਕੋਈ ਗੱਲ ਨਹੀਂ, ਪਰ ਮੈਂ ਤਾਂ ਵਿਆਹ ਕਰਾਂਗੀ ਤੇਰੇ ਨਾਲ ਵੀ ਜੇ 7 ਰਿਖੀ ਤੇਰੇ ਆਪਣਾ ਪਾਲਕੀ ਨੂੰ ਮੋਢਾ ਦੇ ਕੇ ਲਿਆਉਣਗੇ, ਚੱਕ ਕੇ ਤੈਨੂੰ ਲਿਆਉਣਗੇ। ਸ਼ਰਤ ਰੱਖ ਦਿੱਤੀ, 7 ਰਿਖੀ ਇਕੱਠੇ ਕਰ ਲਏ। 7 ਰਿਖੀਆਂ ਨੂੰ ਬੇਨਤੀ ਕੀਤੀ, ਚਲੋ ਜੀ ਕਹਿੰਦੇ ਠੀਕ ਆ ਭਾਈ ਚੱਲਦੇ ਆ। ਤੋ ਸਾਰ ਸੰਤ ਜੀ 7 ਰਿਖੀਆਂ ਨੇ ਮੋਢਾ ਲਾਇਆ ਹੈ ਵੀ ਸਵਰਗ ਦਾ ਰਾਜਾ ਬਣ ਗਿਆ, ਕੋਈ ਗੱਲ ਨਹੀਂ ਕਰ ਲੈਂਦੇ ਹਾਂ ਸੇਵਾ। ਚਲੋ ਭਾਈ ਮੋਢਾ ਲਾ ਲਿਆ। ਸਾਰ ਸੰਤ ਜੀ ਉਸ ਵਕਤ ਕੀ ਹੋਇਆ ਨਾ, ਇਹਦੇ ਮਨ ਦੇ ਵਿੱਚ ਮਾੜੀ ਭਾਵਨਾ ਸੀ ਉਹਦੇ ਬਾਰੇ। ਤੋ ਜਦੋਂ ਮਾੜੀ ਭਾਵਨਾ ਸੀ ਇਹਦੇ ਹੱਥ ਵਿੱਚ ਸੀਗਾ ਆਪਣਾ ਜਿਹੜਾ ਬੈਤ ਹੁੰਦਾ। ਸੋ ਸਾਰ ਸੰਤ ਜੀ ਛਾਂਟਾ, ਇਹਨੇ ਖਿੱਚ ਕੇ ਛਾਂਟਾ ਮਾਰਿਆ। ਉਹ ਇੱਕ ਉਦਿਆਲਕ ਨਾਮ ਦਾ ਰਿਖੀ ਸੀ ਉਹਦੇ ਮਾਰਿਆ। ਜਦੋਂ ਉਹਦੇ ਸਾਰ ਸੰਤ ਜੀ ਉਹ ਆਪਣਾ ਛਾਂਟਾ ਮਾਰਿਆ ਤੇ ਕਹਿਣ ਲੱਗਾ ਸਰਪ ਸਰਪ। ਸਰਪ ਦਾ ਮਤਲਬ ਹੈ ਛੇਤੀ ਕਰੋ, ਛੇਤੀ ਕਰੋ। ਸੰਸਕ੍ਰਿਤ ਦੇ ਵਿੱਚ ਸਰਪ ਕਹਿੰਦੇ ਛੇਤੀ ਨੂੰ, ਵੀ ਛੇਤੀ ਕਰੋ। ਤੇ ਉਹਦੇ ਸਾਧੂ ਦੇ ਮਹਾਤਮਾ ਦੇ ਸਾਰ ਸੰਤ ਦੀ ਰਿਖੀ ਦੇ ਮੁੱਖ ਵਿੱਚ ਬਚਨ ਕਹਿੰਦਾ ਵੀ ਮੈਂ ਸੱਪ ਕਿਉਂ ਬਣਾ, ਸੱਪ ਬਣ ਤੂੰ ਹੈ, ਤੂੰ ਕਾਮ ਦਾ ਸਤਾਇਆ ਹੋਇਆ ਹੈ, ਐਡੀ ਕਾਹਦੀ ਗੱਲ ਆ ਵੀ ਪਹੁੰਚ ਹੀ ਜਾਣਾ। ਜਦੋਂ ਇੰਨਾ ਬਚਨ ਆਖਿਆ ਸਾਰ ਸੰਤ ਦੀ ਨਾਲ ਹੀ ਉੱਥੇ ਪਾਲਕੀ ਦੇ ਵਿੱਚ ਹੀ ਸੱਪ ਬਣ ਕੇ ਇੱਥੇ ਪੁੰਜੀ ਡਿੱਗਿਆ ਧਰਤੀ 'ਤੇ। ਸੋ ਸਾਰ ਸੰਤ ਦੀ ਖੀਰ ਨੂੰ ਵੇਖੋ ਕਿੰਨਾ ਤਗੜਾ ਰਾਜ ਆਪਣਾ ਰਾਜਾ ਬਣ ਗਿਆ। ਤਪੱਸਿਆ ਕੀਤੀ, ਤਪ ਕਰਕੇ ਰਾਜ ਮਿਲਿਆ ਸਵਰਗ ਦਾ। ਸਵਰਗ ਦੇ ਰਾਹ ਤੋਂ ਵੇਖੋ ਕਿੱਥੇ ਜਾ ਕੇ ਡਿੱਗਿਆ, ਸੱਪ ਦੀ ਚੋਂ ਚੱਪਿਆ ਸਾਰ ਸੰਗਤ ਦੀ। ਸੋ ਇਹੋ ਜਿਹੀ ਖੇਡ ਹੈ, ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਵੀ ਰਾਜ ਭਾਗ ਪ੍ਰਾਪਤ ਕਰ ਲੈਣਾ। ਸਭ ਤੋਂ ਵੱਡੀ ਖੇਡ ਪਤਾ ਕੀ ਹੈ, ਵਾਹਿਗੁਰੂ ਦੀ ਬੰਦਗੀ ਦੀ ਹੈ। ਫਿਰ ਸਾਰ ਸੰਗਤ ਦੀ ਭਾਵੇਂ ਲਿਗੜੇ ਪੱਟ ਹੀ ਗਿਆ ਨਾ ਹੁਣ, ਉਹਦੇ ਵਿੱਚ ਵੀ ਸਵਾਰ ਹੈ, ਉਹਦੇ ਵਿੱਚ ਵੀ ਆਨੰਦ ਹੈ। ਮਹਾਰਾਜ ਸਾਹਿਬ ਨੇ ਬਾਣੀ ਵਿੱਚ ਬੜਾ ਸੋਹਣਾ ਬਚਨ ਕੀਤਾ। ਪਾਤਸ਼ਾਹ ਜੀ ਕਹਿੰਦੇ ਰੁੱਖੋ ਭੋਜਨ
ਭੂਮ ਸੈਨ ਸਖੀ ਪ੍ਰਿਯ ਸੰਗ ਸੁਖ ਬਿਹਾਤ। ਮਹਾਰਾਜ ਸਾਹਿਬ ਜੀ ਕਹਿੰਦੇ ਕਿ ਭਾਈ ਰੁੱਖਾ ਭੋਜਨ ਹੋਵੇ, ਭੁੰਜੇ ਸੌਣ ਨੂੰ ਮਿਲੇ, ਪਰ ਜੇ ਸਾਰ ਸੰਤਰੀ ਸਿਰ ਦਾ ਸਾਈਂ ਸਿਰ 'ਤੇ ਹੈ ਨਾ, ਪਤੀ ਹੈ ਬੀਵੀ ਦਾ, ਤਾਂ ਸਾਰ ਸੰਤਰੀ ਉਹਦੀ ਜਿਹੜੀ ਰਾਤਰੀ ਹੈ, ਉਹਦੀ ਜਿਹੜੀ ਜ਼ਿੰਦਗੀ ਹੈ ਸੁੱਖਾਂ ਨਾਲ ਬਤੀਤ ਹੁੰਦੀ ਹੈ ਪਿਆਰਿਓ। ਸੋ ਇਸੇ ਤਰੀਕੇ ਨਾਲ ਭਾਵੇਂ ਰੁੱਖਾ ਭੋਜਨ ਹੋਵੇ, ਛਕਣ ਛਕਾਉਣ ਨੂੰ ਕੁਝ ਨਾ ਹੋਵੇ, ਸਾਰ ਸੰਤਰੀ ਖਾਣ ਨੂੰ ਛੋਲਿਆਂ ਦੀ ਮੁੱਠ ਖਾ ਕੇ ਜਲ ਪੀ ਕੇ ਵਾਹਿਗੁਰੂ ਵਾਹਿਗੁਰੂ ਕਰ ਛੱਡਿਆ, ਸਾਰ ਸੰਤਰੀ ਲੋਕ ਵੀ ਇੱਜ਼ਤ ਮਾਣ ਨਾ ਕਰਦੇ ਹੋਣ, ਫਟੇ ਪੁਰਾਣੇ ਲੀੜੇ ਦੇ ਪੈ ਕੋਈ ਲੋਕ ਸਾਰ ਹੀ ਨਾ ਜਾਣੇ, ਇਹਨੂੰ ਕੀ ਕਹਿਣਾ, ਇਹ ਮਲੰਗ ਸਾਰ ਹੈ ਜੀ। ਸੋ ਸਾਰ ਸੰਤਰੀ ਐਵੇਂ ਲੋਕਾਂ ਵਿੱਚ ਹਾਲਾਤ ਹੋਣ ਉਸ ਬੰਦੇ ਦੇ ਵਿਚਾਰੇ ਦੇ, ਤੇ ਪਰ ਵਾਹਿਗੁਰੂ ਪਰਮਾਤਮਾ ਦਾ ਸੁੱਖ ਹੈ ਜੀ। ਜੇਕਰ ਪਰਮੇਸ਼ਰ ਸਾਰ ਸੰਤਰੀ ਨਾਲ ਹੈ ਨਾ, ਉਹਦੀ ਜ਼ਿੰਦਗੀ ਦੀ ਜਿਹੜੀ ਰਾਤ ਹੈ ਸੁਖਾਲੀ ਲੰਘ ਜਾਂਦੀ ਹੈ, ਫਿਰ ਵਾਹਿਗੁਰੂ ਦੇ ਨਾਲ ਬੰਦਾ ਉਹ ਜਾ ਕੇ ਮਿਲ ਜਾਂਦਾ ਹੈ। ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਭਾਈ ਪਾਏ ਰਾਜ ਜਗ ਵਿਖੇ ਫਸ, ਉਹ ਜਿਹੜਾ ਪ੍ਰਾਣੀ ਹੈ ਫਿਰ ਰਾਜ ਭਾਗ ਪ੍ਰਾਪਤ ਕਰ ਲੈਂਦਾ ਹੈ। ਰਾਜ ਭਾਗ ਮਿਲ ਗਿਆ ਨਾ ਜਦੋਂ ਸੰਸਾਰ ਦੇ ਵਿੱਚ, ਫਿਰ ਉਹ ਫਸ ਕੇ ਇਹਨਾਂ ਚੀਜ਼ਾਂ 'ਚ ਨਰਕ ਗਮਨ ਪੁਨ ਹੋਏ, ਫਿਰ ਅਖੀਰ ਨੂੰ ਨਰਕ ਨੂੰ ਚਾਲਾ ਮਾਰਦਾ ਹੈ। ਸਤਿਗੁਰੂ ਜੀ ਕਹਿੰਦੇ, ਪਾਤਸ਼ਾਹ ਜੀ ਕਹਿੰਦੇ, ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿੰ ਮਾਰਤ ਲੋਕ ਹੈ, ਨਾਨਕ ਚਰੰਕਾਲ ਦੁਖ ਭੋਗਤੇ। ਸਹਿਸਕ੍ਰਿਤੀ ਬਾਣੀ ਅੰਦਰ ਮਹਾਰਾਜ ਨੇ ਬਚਨ ਕੀਤੇ ਨੇ ਕਿ ਦਾਨੰ ਪਰਾ ਪੂਰਬੇਣ, ਪੂਰਬਲੇ ਕਰਮਾਂ ਦਾ ਕੀਤਾ ਦਾਨ ਪੁੰਨਾ ਜਿਹੜਾ, ਪੁੰਚੰਤੇ ਮਹੀਪਤੇ, ਧਰਤੀ ਦੇ ਜਿਹੜੇ ਮਾਲਕ ਰਾਜੇ ਮਹਾਰਾਜੇ ਨੇ ਉਹ ਭੋਗਦੇ ਪਏ ਨੇ। ਪਾਤਸ਼ਾਹ ਜੀ ਕਹਿੰਦੇ ਵਿਪਰੀਤ ਬੁੱਧਿੰ, ਜਦੋਂ ਰਾਜ ਭਾਗ ਮਿਲ ਜਾਵੇ ਫਿਰ ਮੱਤ ਮਾਰੀ ਜਾਂਦੀ ਹੈ ਮਾਇਆ ਦੇ ਨਾਲ। ਸੋ ਸਾਰ ਸੰਤ ਦੀ ਉਹ ਜਦੋਂ ਮੱਤ ਮਾਰੀ ਜਾਂਦੀ ਹੈ ਤੇ ਮਾਰਤ ਲੋਕ ਹੈ, ਫਿਰ ਉਹ ਲੋਕਾਂ ਨੂੰ ਮਾਰਦੇ ਨੇ, ਲੁੱਟਦੇ ਨੇ, ਖੋਹਦੇ ਖਿੱਚਦੇ ਹਨ, ਤੇ ਫਿਰ ਕੀ ਹੁੰਦਾ, ਫਿਰ ਸਾਰ ਸੰਤ ਦੇ ਨਰਕ ਵਿੱਚ ਪੈ ਜਾਂਦਾ। ਜੋ ਨਰਕ ਵਿੱਚ ਪੈ ਜਾਂਦਾ ਫਿਰ ਪਾਤਸ਼ਾਹ ਜੀ ਕਹਿੰਦੇ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿੰ ਮਾਰਤ ਲੋਕਾ, ਨਾਨਕ ਚਿਰੰਕਾਲ ਦੁਖ ਭੋਗਤੇ। ਫਿਰ ਉਹ ਸਾਰ ਸੰਤ ਜੀ ਬਹੁਤ ਲੰਬੇਰੇ ਸਮੇਂ ਤੱਕ ਦੁੱਖ ਭੋਗਦੇ ਹਨ। ਪਾਤਸ਼ਾਹ ਰੱਖੀਏ ਇੱਕ ਨਾਮ, ਕੈਸੇ ਹੁੰਦੇ ਨੇ ਸਾਰ ਸੰਤ ਜੀ ਉੱਚੇ ਮੁਰਾਦਿਆਂ ਦੇ ਪਹੁੰਚ ਕੇ ਆਪਣਾ ਨਾਮ ਪਾਤਸ਼ਾਹ ਜੀ ਰੱਖਦੇ ਹਨ। ਇੱਕ ਜਾਚਕ ਜਾਚੇ ਤਿਨ ਧਾਮ, ਇੱਕ ਮੰਗਤੇ ਆਉਂਦੇ ਨੇ ਉਹਨਾਂ ਦੇ ਘਰਾਂ ਵਿੱਚ ਮੰਗਣ ਵਾਸਤੇ, ਜੀ ਸਾਨੂੰ ਖੈਰਾਤ ਹੀ ਪਾ ਦਿਓ ਕੋਈ। ਕੈਂਚਿਤ ਦਿਨ ਕੇ ਇਹਾਂ ਬਿਲਾਸਾ, ਪਾਤਸ਼ਾਹ ਜੀ ਕਹਿੰਦੇ ਕਿ ਭਾਈ ਕਿੰਚਕ ਦਿਨ ਕੇ ਇਹਾਂ ਬਿਲਾਸ, ਇੱਥੋਂ ਦੇ ਜਿਹੜੇ ਵਿਲਾਸ ਆਨੰਦ ਆ ਰਹੇ ਨੇ ਨਾ ਸੁੱਖ ਨੇ, ਇਹ ਥੋੜੇ ਕੁ ਦਿਨਾਂ ਦੇ ਹਨ। ਮੰਦ ਬਿਸਰਿਓ ਜਮ ਤਰਾਸਾ, ਇਹ ਮੰਦੀ ਮੱਤ ਵਾਲਾ ਜਿਹੜਾ ਜੀਵ ਹੈ ਇਹਨਾਂ ਵਿੱਚ ਫਸ ਗਿਆ ਤੇ ਜਮਾਂ ਦਾ ਡਰ ਭੁੱਲ ਗਿਆ ਇਹਨੂੰ। ਆਗੇ ਗਏ ਹਿਰਦੇ ਤਬ ਜਾਣੈ, ਜਦੋਂ ਗਾਂਹ ਜਾਵੇਗਾ ਨਾ ਪਰਲੋਕ ਵਿੱਚ ਫੇਰ ਉਦੋਂ ਜਾਣੇਗਾ। ਮੇਜ ਪਾਨ ਸਿਰ ਧਨ ਪਛਤਾਨੈ, ਫਿਰ ਕੀ ਹੋਵੇਗਾ, ਫਿਰ ਜਦੋਂ ਬੰਦਾ ਪਛਤਾਉਂਦਾ ਨਾ ਤੇ ਸਿਰ ਵਾਰ-ਵਾਰ ਐ ਫੇਰ ਦਿੰਦਾ, ਗੋਲ ਗੋਲ ਘੁਮਾਉਂਦਾ, ਕਹਿੰਦਾ ਓਹੋ, ਮੱਥੇ ਦੇ ਹੱਥ ਮਾਰਦਾ, ਹੱਥਾਂ ਨੂੰ ਮਰੋੜਦਾ। ਪਾਤਸ਼ਾਹ ਜੀ ਕਹਿੰਦੇ ਐਵੇਂ ਪਛਤਾਵਾ ਕਰੇਗਾ ਇਹ। ਨਾਮ ਭਜਨ ਕੀ ਜੋ, ਵਾਹਿਗੁਰੂ ਦੇ ਨਾਮ ਦੀ ਭਜਨ ਦੀ ਜਿਹੜੀ ਮਹਿਮਾ ਵਡਿਆਈ ਆ ਪਿਆਰਿਓ, ਤਵ ਚਿਤ ਵਤ ਨਿਤ ਵਿਸਰਿਓ ਸੋ, ਉਹ ਜਿਹੜਾ ਵਾਹਿਗੁਰੂ ਦਾ ਨਾਮ ਰੋਜ਼ ਹੀ ਇਹਨੂੰ ਭੁੱਲਿਆ ਰਿਹਾ ਨਾ, ਫਿਰ ਉਦੋਂ ਚੇਤੇ ਕਰਦਾ, ਕਹਿੰਦਾ ਵੀ ਜਿਵੇਂ ਨਾਮ ਜਪ ਲੈਂਦਾ ਤਾਂ ਚੰਗਾ ਹੀ ਰਹਿੰਦਾ ਹੈ, ਮੈਂ ਐਵੇਂ ਜ਼ਿੰਦਗੀ ਬਤੀਤ ਕਰ ਛੱਡੇ। ਅਨੇਕ ਤਰਨਾ ਤਾਰਨ ਕਰ ਰਹੀ, ਤੇ ਜਿਹੜੇ ਯਮਦੂਤ ਨੇ ਫਿਰ ਅਨੇਕਾਂ ਤਰੀਕਿਆਂ ਦੇ ਨਾਲ ਤਾੜਨ ਵਾਲੇ ਉਹਨੂੰ ਤਾੜਦੇ ਨੇ, ਸਜ਼ਾਵਾਂ ਦਿੰਦੇ ਨੇ। ਗੁਰਮੇ ਗਰੂਏ ਸੰਗਰ ਪੈ ਰਹੀ, ਤੇ ਇਹ ਜਿਹੜਾ ਜੀਵ ਹੁਣ ਸਥੂਲ ਸਰੀਰ ਨੂੰ ਤੱਥੇ ਛੱਡ ਕੇ ਚਲੇ ਜਾਂਦਾ, ਮੱਚ ਜਾਂਦਾ, ਸਾਰ ਸੰਤਰੀ ਸਰੀਰ ਗਾਹ ਜਾਂਦਾ, ਸੂਖਸ਼ਮ ਸਰੀਰ ਪ੍ਰਾਣੀ ਦਾ, ਹਾਂਜੀ। ਤੇ ਜਦੋਂ ਗਾਂ ਜੀਵ ਆਤਮਾ ਜਾਂਦਾ ਉੱਤੇ ਫਿਰ ਸਾਰ ਸੰਤ ਜੀ ਉਹ ਮੋਟੇ ਮੋਟੇ ਜਿਹੜੇ ਸੰਗਲ ਨੇ ਇਸ ਦੇ ਜੀਵ ਦੇ ਗਲ ਦੇ ਵਿੱਚ ਪਾਏ ਜਾਂਦੇ ਹਨ, ਪੈਂਦੇ ਨੇ। ਤਮ ਸੋਐਚ ਲਗਾਵੇ, ਤੇ ਤਬ ਦੇ ਥੰਮਾਂ ਦੇ ਨਾਲ ਖਿੱਚ ਖਿੱਚ ਕੇ ਫਿਰ ਜੱਫੇ ਪਵਾਏ ਜਾਂਦੇ ਹਨ। ਤਪਤ ਮੇ ਪਾਵੇ, ਤੇ ਤਪਦੇ ਹੋਏ ਤੇਲ ਦੇ ਕੜਾਹੇ ਦੇ ਵਿੱਚ ਸਜੀਵ ਦੇ ਤਾਂ ਹੀ ਪਾਇਆ ਜਾਂਦਾ। ਲੋਹੇ ਖੰਡ ਕਰ ਅਗਨਵਤ, ਲੋਹੇ ਦੇ ਜਿਹੜੇ ਟੁਕੜੇ ਨੇ ਐਨ ਲਾਲ ਸੁਰਖ ਕਰਕੇ ਅੱਗ ਵਾਂਗੂ, ਮੁਖ ਪਾਵੇ ਕਰ ਮਾਰ, ਉਤੋਂ ਮਾਰ ਕਰਦੇ ਨੇ। ਸਾਰ ਸੈਂਦਰੀ ਜੂਤ ਫੇਰਦੇ ਨੇ ਤੇ ਨਾਲੇ ਮੂੰਹ ਵਿੱਚ ਧੱਕੇ ਨਾਲ ਪਾਉਂਦੇ ਹਨ। ਦਾਰੁਨ ਦੁਖਤ ਪੁਕਾਰਈ, ਐਵੇਂ ਭਿਆਨਕ ਜਿਹੜਾ ਦੁੱਖ ਹੈ ਸਜੀਵ ਨੂੰ ਪ੍ਰਾਪਤ ਹੁੰਦਾ ਹੈ ਤੇ ਫਿਰ ਉਦੋਂ ਪੁਕਾਰ ਕਰਦੇ ਨੇ, ਹਾਏ ਹਾਏ ਕਰਦੇ ਨੇ। ਕੋਈ ਨਾ ਸੁਣੇ ਪੁਕਾਰ, ਵੀ ਉਸ ਵੇਲੇ ਫਿਰ ਸੱਜਣ ਜੀ ਕੋਈ ਪੁਕਾਰ ਨਹੀਂ ਸੁਣਦਾ, ਕੋਈ ਲੇਰਾ ਨਹੀਂ ਸੁਣਦਾ। ਬਈ
ਇਤਿਆਦਿਕ ਦੁਖ ਨਰਕ ਅਨੇਕਾਂ। ਇਤਿਆਦਿਕ ਦੁੱਖ ਨੇ ਨਰਕਾਂ ਦੇ ਭਾਈ ਅਨੇਕਾਂ ਹੀ ਹਨ। 18ਵਾਂ ਨਰਕ ਕੁੰਭੀ ਨਰਕ ਮੰਨਿਆ ਜਾਂਦਾ ਹੈ। ਨਰਕ ਤਾਂ ਇੱਕ ਹੀ ਨਹੀਂ, ਸਾਰ ਸੰਗਤ ਜੀ ਮਾਣੋ ਦੇ 18 ਕਿਵੇਂ ਬਣ ਗਏ? ਇਹ ਇਹਨਾਂ ਦੀ ਕੋਈ ਕਿਰਪਾ ਹੈਗੀਆਂ। ਜਿਹੜੇ ਤਗੜੇ ਤਗੜੇ ਪਾਪੀ ਨੇ ਉਹਨਾਂ ਦੀ ਕਿਰਪਾ ਨਾਲ ਹੀ ਗਾਂਹ ਦੀ ਗਾਂਹ ਨਰਕ ਵਧੀ ਜਾਂਦੇ ਹਨ। ਪਾਵੇ ਨਾਮਹੀਨ ਅਬ ਵੇਕਾ। ਜਿਹੜਾ ਗਿਆਨ ਤੋਂ ਹੀਣਾ ਪ੍ਰਾਣੀ ਹੈ, ਨਾਮ ਜਪਣ ਤੋਂ ਬਿਨਾ ਪ੍ਰਾਣੀ, ਉਹ ਪਾਉਂਦਾ ਹੈ ਫਿਰ ਇਹੋ ਜਿਹੇ ਨਰਕਾਂ ਦੇ ਤਾਏ। ਕਰਤ ਵਿਕਾਰ ਵੈਸ ਬਿਤਾਈ। ਸਾਰੀ ਉਮਰ ਐਵੇਂ ਵਿਕਾਰਾਂ ਨੂੰ ਭੋਗਦਿਆਂ ਬਤੀਤ ਕਰ ਛੱਡੀ। ਕਬੂ ਨ ਸਿਮਰਨ ਮੈਂ ਲਿਵ ਲਾਈ। ਕਦੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲਿਵ ਜੋੜ ਗਈ ਨਹੀਂ, ਕਦੇ ਬਿਰਤੀ ਜੋੜ ਗਈ ਨਹੀਂ, ਖਿਆਲ ਹੀ ਨਹੀਂ ਕੀਤਾ ਵੀ ਮੈਂ ਆਇਆ ਕਾਹਦੇ ਵਾਸਤੇ ਆ। ਜਿਉ ਤਸਕਰ ਕੋ ਤਰਾਸਤ ਬੈਰੀ। ਸਾਰ ਸੰਤ ਜੀ ਕਵੀ ਜੀ ਕਹਿੰਦੇ ਜਦੋਂ ਫਿਰ ਚੋਰ ਦੇ ਜੂਤ ਫਿਰਦਾ ਹੋਵੇ ਨਾ, ਜਦੋਂ ਚੋਰ ਦੇ ਕੁੱਟ ਪੈਂਦੀ ਹੋਵੇ, ਕੋ ਨਾ ਛੁਡਾਵੇ ਅਵਗੁਣ ਹੇਰੀ। ਉਹਦਾ ਔਗਣ ਵੇਖ ਕੇ ਕੋਈ ਛਡਾਉਂਦਾ ਨਹੀਂ ਹੁੰਦਾ ਹੈਗਾ। ਅਗਲਾ ਕਹਿੰਦਾ ਵੀ ਜਿਹਨੇ ਕਦੇ ਮੱਕੀ ਨਹੀਂ ਨਾ ਮਾਰੀ, ਉਹ ਕਹਿੰਦਾ ਚਲੋ ਮੈਂ ਵੀ ਮਾੜੀ ਮੋਟੀ ਸੇਵਾ ਜੀ ਕਰੀ ਜਾਵਾਂ ਤੇ ਚੰਗਾ। ਇਸ ਕਰਕੇ ਸਾਰ ਸੰਤ ਜੀ ਜਦੋਂ ਚੋਰ ਚੋਰੀ ਕਰਦਾ ਫੜਿਆ ਜਾਵੇ ਨਾ ਉੱਤੋਂ, ਫਿਰ ਕੋਈ ਛਡਾਉਂਦਾ ਨਹੀਂ ਹੁੰਦਾ ਔਗਣ ਵੇਖ ਕੇ। ਐਵੇਂ ਹੀ ਜਿਉ ਜਮ ਕੇ ਡਿੱਗ ਗਇਓ ਅਕੇਲਾ। ਤੇ ਐਵੇਂ ਸਾਰ ਸੰਤ ਜੀ ਯਮਦੂਤਾਂ ਦੇ ਪਾਸ ਜਦੋਂ ਇਕੱਲਾ ਫੜਿਆ ਜਾਂਦਾ, ਜਿੰਦੜੀ ਕਿੜਕੇ 'ਚ ਫਸਦੀ ਆ। ਅਨੇਕ ਜਾਤ ਨਾ ਮਾਹੇ ਦੁਹੇਲਾ। ਅਨੇਕਾਂ ਹੀ ਸਾਰ ਸੰਤ ਦੀ ਤਾੜਨਾਵਾਂ ਹੁੰਦੀਆਂ ਨੇ, ਸਜ਼ਾਵਾਂ ਮਿਲਦੀਆਂ ਨੇ। ਉੱਥੇ ਜਾ ਕੇ ਫਿਰ ਇਹ ਜੀਵ ਹੈ ਜਿਹੜਾ ਦੁਹੇਲਾ ਦੁਖੀ ਹੁੰਦਾ। ਦੋਹਰਾ ਸੁਤ ਬੰਤਾਦਿਕ ਰਾਜ ਸੁਖ ਸਭੈ ਦਹੇਲਾ। ਤੇ ਸਾਧ ਸੰਤ ਜੀ ਸੁਤ ਬੰਤਾਦਿਕ ਰਾਜ ਸੁਖ, ਪੁੱਤਰ ਹੋ ਗਿਆ, ਘਰ ਵਾਲੀ ਬੀਵੀ ਹੋ ਗਈ, ਇਤਿਆਰਕ ਹੋਰ ਜਿਹੜੇ ਰਾਜ ਭਾਗ ਦੇ ਸੁੱਖ ਨੇ, ਧੀਆਂ ਪੁੱਤਾਂ ਦੇ ਜਿਹੜੇ ਸੁੱਖ ਨੇ, ਸਭੇ ਪਦਾਰਥ ਪਾਸ, ਭਾਵੇਂ ਸਾਰਾ ਕੁਝ ਬੰਦੇ ਦੇ ਕੋਲੇ ਹੋਵੇ। ਐਸ ਬਿਹਾਵੇ ਨਾਮ ਬਿਨੁ ਮੁਆ। ਮੈਂ ਨਾ ਪ੍ਰਭ ਕੀ ਤਾਸ। ਜੇਕਰ ਸਾਰ ਸੰਤ ਦੀ ਸਾਰੀ ਉਮਰ ਬੰਦੇ ਦੀ ਨਾਮ ਬੰਦਗੀ ਤੋਂ ਬਿਨਾਂ ਬਤੀਤ ਹੋ ਗਈ ਨਾ ਭਾਈ, ਉਹਨਾਂ ਨੂੰ ਸਾਰ ਸੰਤ ਦੀ ਕਦੇ ਵਾਸਤੇ ਕਹਿ ਲਓ ਵੀ ਵਾਹਿਗੁਰੂ ਦੀ ਕਿਰਪਾ ਨਹੀਂ ਹੈਗੀ ਉਹਨਾਂ ਦੇ ਉੱਤੇ। ਪੁੱਤਰ ਵੀ ਹੋਵੇ, ਘਰ ਵਾਲੀ ਬੀਵੀ ਵੀ ਲਾਇਕ ਹੋਵੇ, ਯੋਗ ਹੋਵੇ, ਇਤਿਆਦਿਕ ਰਾਜ ਭਾਗ ਦੇ ਸੁੱਖ ਪ੍ਰਾਪਤ ਹੋਣ, ਸਾਰੀਆਂ ਚੀਜ਼ਾਂ ਕੋਲ ਹੋਣ, ਸਾਰ ਸੰਤ ਦੀ ਦੁੱਖ ਕਰੇ ਵੇਖਿਆ ਹੀ ਨਾ ਹੋਵੇ। ਕਿ ਪਾਤਸ਼ਾਹ ਜੀ ਕਹਿੰਦੇ ਵੀ ਜੇ ਸਾਰੀ ਉਮਰ ਵਾਹਿਗੁਰੂ ਦਾ ਨਾਮ ਜਪੇ ਤੋਂ ਬਿਨਾਂ ਹੀ ਸਾਰ ਸੰਤ ਦੀ ਬਤੀਤ ਹੋ ਗਈ ਨਾ, ਉਹਦੇ 'ਤੇ ਵਾਹਿਗੁਰੂ ਦੀ ਕਿਰਪਾ ਨਹੀਂ ਹੈਗੀ ਗੀ। ਸਾਰ ਸੰਤ ਦੀ ਮਤਾਂ ਕੋਈ ਸੋਚੇ ਲਓ ਜੀ ਬੜੀ ਕਿਰਪਾ ਇਹਦੇ 'ਤੇ, ਬੜੀ। ਅਸੀਂ ਕਿਰਪਾ ਨੂੰ ਇੱਥੇ ਕੀ ਮਿਲ ਲੈਂਦੇ ਆ। ਇਹ ਮਹਾਰਾਜ ਕਿਰਪਾ ਕੀਤੀ ਜੀ, ਬੜੀ ਸੋਹਣੀ ਗੱਡੀ ਆ ਗਈ ਜੀ, ਹੈ ਮਹਾਰਾਜ ਨੇ ਕਿਰਪਾ ਕੀਤੀ, ਆਹ ਕੁਛ ਆ ਗਿਆ ਜੀ। ਇੱਥੇ ਕੀ ਕਿਰਪਾ ਸਾਡੀ ਟਿਕੀ ਹੋਈ ਹੈ ਵੀ ਜੇ ਮਿਲ ਗਿਆ ਤਾਂ ਫੇਰ ਕਿਰਪਾ, ਜੇ ਨਹੀਂ ਮਿਲਿਆ ਤਾਂ ਫੇਰ ਨਹੀਂ ਹੈਗੀ ਕਿਰਪਾ। ਤੋ ਸਾਰ ਸੰਤ ਜੀ ਇੱਥੇ ਕੀ ਸਾਡੀ ਬਿਰਤੀ ਹੈ। ਹਾਂਜੀ ਮੁੰਡਾ ਪੜ੍ਹ ਲੈ ਗਿਆ, ਜਵਾਨ ਹੋ ਗਿਆ ਹਾਂਜੀ, ਤੇ ਫਿਰ ਘਰ ਵਾਲੀ ਸਾਰ ਸੰਤ ਦੇ ਵਿਆਹ ਹੋ ਗਿਆ, ਵਧੀਆ ਥਾਂ 'ਤੇ ਬੀਵੀ ਵਧੀਆ ਮਿਲ ਗਈ, ਬਾਹਰ ਚਲੇ ਗਏ, ਜ਼ਿੰਦਗੀ ਸੈੱਟ ਹੋ ਗਈ। ਇੱਥੇ ਕੀ ਸਾਰਿਆਂ ਦੀ ਬਿਰਤੀ ਸਮੇਤ ਆਪਣੇ ਸਾਰ ਸੰਤ ਦੀ ਅੜੀ ਹੋਈ ਹੈ। ਪਰ ਜਿੰਨਾ ਚਿਰ ਤੱਕ ਵਾਹਿਗੁਰੂ ਦਾ ਨਾਮ ਨਹੀਂ ਨਾ ਹੈਗਾ ਪੱਲੇ, ਉਹਨਾਂ ਚਿਰ ਤੱਕ ਸਾਰ ਸੰਗਤ ਦੀ ਵਾਹਿਗੁਰੂ ਦੀ ਕਿਰਪਾ। ਮਤਾ ਸਮਝਣਾ, ਮਤਾ ਕੋਈ ਇਹ ਸਾਨੂੰ ਸਮਝੇ ਵੀ ਕਿ ਲਓ ਜੀ ਸਾਨੂੰ ਵਾਹਿਗੁਰੂ ਦੀ ਬੜੀ ਕਿਰਪਾ ਬਖਸ਼ਿਸ਼ ਹੋ ਗਈ, ਨਾ ਇੱਥੇ ਨਹੀਂ। ਸੋ ਸਾਰ ਸੰਤ ਦੀ ਜੇ ਕੋਈ ਸਮਝੇ ਕਿ ਲਓ ਜੀ ਮੈਂ ਇੱਕ ਜਪਜੀ ਸਾਹਿਬ ਦਾ ਪਾਠ ਕਰ ਲਿਆ ਜੀ ਬੜੀ ਕਿਰਪਾ, ਨਾ ਜੀ ਨਾ। ਜੇ ਸਾਰ ਸੰਤ ਜੀ ਕੁਝ ਪ੍ਰਾਪਤ ਕਰਨਾ ਚਾਹੁੰਦੇ ਆ, ਵਾਕਈ ਅਸੀਂ ਚਾਹੁੰਦੇ ਹਾਂ ਵੀ ਹਾਂ ਸਾਨੂੰ ਕੁਝ ਪੱਲੇ ਪੈ ਜਾਵੇ, ਤਾਂ ਪਹਿਲੀ ਗੱਲ ਤਾਂ ਮਾਂ ਨੂੰ ਸਾਰ ਸੰਤ ਦੀ ਇਹ ਗੱਲ ਆਪਣਾ ਜੀਵਨ ਸੁਧਾਰਨਾ ਪਵੇਗਾ ਕਿ ਆਉਣ ਵਾਲੀ ਜਿਹੜੀ ਅੰਸ ਬੰਸ ਹੈ ਨਾ, ਜਿਹੜੀ ਪੀੜ੍ਹੀ ਉਹ ਬੰਦਗੀ ਵਾਲੀ ਹੋਵੇ, ਉਹ ਸੇਵਾ ਸਿਮਰਨ ਵਾਲੀ ਹੋਵੇ। ਕਹਿੰਦੇ ਨਾ ਕਿਸੇ ਨੇ ਸਾਰ ਸੰਤ ਦੀ ਸਾਧੂ ਨੂੰ ਪੁੱਛਿਆ, ਮਹਾਤਮਾ ਨੂੰ ਪੁੱਛਿਆ ਵੀ ਜੇ ਕੋਈ ਸਿਮਰਨ ਵਾਲੀ ਜਿਹੜੀ ਰੂਹ ਹੈ ਪੈਦਾ ਕਰਨੀ ਹੋਵੇ ਤੇ ਉਹ ਫਿਰ ਮਤਲਬ ਕਿ ਕਿਹੜੇ ਤਰੀਕੇ ਨਾਲ ਉਹ ਬੱਚੇ ਨੂੰ ਸਿੱਖਿਆ ਕਦੋਂ ਦੇਣੀ ਸ਼ੁਰੂ ਕੀਤੀ ਜਾਵੇ। ਹਾਂਜੀ ਜਦੋਂ ਇਹ ਸਵਾਲ ਪੁੱਛਿਆ ਮਹਾਤਮਾ ਨੂੰ ਤਾਂ ਮਹਾਤਮਾ ਬੜਾ ਪੁੱਜਿਆ ਹੋਇਆ ਸੀ ਤੇ ਉਹਨੇ ਅੱਗੋਂ ਜਵਾਬ ਦਿੱਤਾ। ਕਹਿੰਦਾ ਬੱਚਾ ਜਦੋਂ ਜਨਮ ਲੈਂਦਾ ਹੈ, ਹਾਂਜੀ ਬੱਚੇ ਦੇ ਜਨਮ ਲੈਣ ਤੋਂ 20 ਸਾਲ ਪਹਿਲਾਂ ਬੱਚੇ ਨੂੰ ਸਿੱਖਿਆ ਦੇਣੀ ਹੈ ਜਿਹੜੀ ਹੈ ਨਾ, ਉਹ ਬੰਦਾ ਸ਼ੁਰੂ ਕਰ ਦੇਵੇ। ਇਹ ਕਿਵੇਂ ਹੋ ਸਕਦਾ? ਕਹਿੰਦਾ ਉਹਦੀ ਮਾਂ ਜਿਹੜੀ ਹੈ, ਉਹਦਾ ਬਾਪ ਹੈ ਜਿਹੜਾ ਇੰਨੀ ਬੰਦਗੀ ਕਰੇ, ਉਹਦਾ ਮਾਂ ਬਾਪ ਵੀ ਤਾਂ ਬੰਦਗੀ ਕਰੇਗਾ ਜੇ ਉਹਦੇ ਗਾਂ ਮਾਂ ਬਾਪ ਬੰਦਗੀ ਕਰਨ ਵਾਲੇ ਹੋਣਗੇ, ਸੇਵਾ ਸਿਮਰਨ ਵਾਲੇ ਹੋਣਗੇ। ਫੇਰ ਕਿਤੇ ਕੋਈ ਪਵਿੱਤਰ ਆਤਮਾ ਆਉਂਦੀ ਆ, ਰੱਬ ਦੇ ਪਿਆਰੇ ਆਉਂਦੇ ਨੇ, ਸਾਰ ਸੰਤ ਦੀ ਕੁੱਖ ਸੁੱਚੀ ਹੋਵੇ ਤੇ ਫੇਰ ਹੀ ਸੁੱਚੀ ਆਤਮਾ ਆਉਂਦੀ ਹੈ, ਫੇਰ ਹੀ ਪਰਮੇਸ਼ਰ ਜੀ ਦੇ ਪਿਆਰਿਆਂ ਦਾ ਨਿਵਾਸ ਹੁੰਦਾ। ਨਹੀਂ ਤਾਂ ਫਿਰ ਉੱਥੇ ਦੁਨੀਆ 'ਤੇ ਬਹੁਤ ਆਈ ਜਾਂਦੇ ਨੇ, ਜਾਈ ਜਾਂਦੇ ਨੇ, ਕੋਈ ਥਾਂ ਹੈਗਾ?
ਕੋਈ ਅੰਤ ਨਹੀਂ ਹੈ ਸਾਧ ਸੰਗਤ ਦੀ। ਮੰਗਦੇ ਆ ਲੋ ਪੁੱਤਰ ਦੇ ਦਿਓ ਪਰਮੇਸ਼ਰ ਜੀ, ਪੁੱਤਰ ਮੰਗ ਲਿਆ ਜੀ, ਮਿਲ ਗਿਆ ਜੀ। ਉਹ ਮਿਲ ਕੇ ਜਦੋਂ ਵੱਡਾ ਹੋ ਜਾਂਦਾ ਹੈ ਫਿਰ ਸਾਧ ਸੰਗਤ ਦੀ ਸੇਵਾ ਕਰਦਾ। ਜਦੋਂ ਸੇਵਾ ਕਰਦਾ ਤਗੜੀ, ਫਿਰ ਉਲਟ ਬੋਲਦਾ, ਨਸ਼ਾ ਪੱਤਾ ਗਾ, ਫਿਰ ਕਹਿੰਦਾ ਉਹ ਜਾ ਯਾਰ ਇੱਦੋਂ ਵਧੀਆ ਤੂੰ ਨਾ ਹੀ ਹੁੰਦਾ ਤਾਂ ਚੰਗਾ ਸੀ। ਤੋ ਸਾਧ ਸੰਗਤ ਦੀ ਉਹਦਾ ਫਿਰ ਮਾਂ ਬਾਪ ਤੰਗ ਹੋ ਕੇ ਇਹ ਗੱਲ ਕਹਿ ਦਿੰਦਾ। ਕਹਿਣ ਤੋਂ ਭਾਵ ਕੀ ਹੈ, ਇਹਨਾਂ ਚੀਜ਼ਾਂ ਵਿੱਚ ਵੀ ਸਾਧ ਸੰਗਤ ਦੀ ਵਾਹਿਗੁਰੂ ਦੀ ਕਿਰਪਾ ਨਹੀਂ। ਵਾਹਿਗੁਰੂ ਦੀ ਕਿਰਪਾ ਕਦੋਂ ਹੈ, ਜਦੋਂ ਫਿਰ ਬੰਦਾ ਅੰਮ੍ਰਿਤ ਵੇਲੇ ਉੱਠਿਆ ਹੋਵੇ, ਨਜ਼ਾਰੇ ਜਿਹਨੇ ਚੌਂਕੜਾ ਲਾਇਆ ਹੋਵੇ, ਪੜ੍ਹਦੇ ਆ ਸਾਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਹਾਉਣ ਲੱਗਿਆ ਵੀ ਵਾਹਿਗੁਰੂ ਵਾਹਿਗੁਰੂ ਕਰੇ, ਨਹਾਉਂਦਿਆਂ ਹੋਇਆ ਵਾਹਿਗੁਰੂ ਵਾਹਿਗੁਰੂ ਕਰਦੇ ਇੱਕ ਦਰਬਾਰ 'ਚ ਆ ਜਾਵੇ, ਮਹਾਰਾਜ ਦੇ ਚਰਨਾਂ ਨੂੰ ਝਾੜੇ, ਸੇਵਾ ਕਰੇ, ਆਨੰਦ ਹੋਵੇ ਵੱਖਰਾ, ਸਮਾਧੀ ਲੱਗੀ ਹੋਵੇ, ਸਮਾਧੀ ਦੇ ਵਿੱਚ ਹੀ ਨਿਤਨੇਮ ਹੋ ਜਾਵੇ। ਸੋ ਸਾਧ ਸੰਗਤ ਦੀ ਇਹ ਹੈ ਕਿਰਪਾ, ਇਹ ਹੈ ਬਖਸ਼ਿਸ਼ ਗੁਰੂ ਸਾਹਿਬ ਦੀ। ਹਾਂਜੀ, ਫਿਰ ਸਾਧ ਸੰਗਤ ਦੀ ਗੁਰੂ ਸਾਹਿਬ ਜੀ ਦੀ ਸੇਵਾ ਨਾਲ ਪਿਆਰ ਹੋਵੇ ਵੀ ਮੈਂ ਮਹਾਰਾਜ ਸਾਹਿਬ ਜੀ ਦੇ ਇਕੱਲੇ ਇਕੱਲੇ ਅੰਗ ਦੀ ਸੇਵਾ ਕਰਨੀ ਹੈ, ਮੈਂ ਮਹਾਰਾਜ ਸਾਹਿਬ ਜੀ ਨੂੰ ਵਸਤਰ ਪਵਾਉਣੇ ਆ, ਮੈਂ ਮਹਾਰਾਜ ਮਤਲਬ ਹੈ ਕਿ ਜਿਵੇਂ ਆਪਾਂ ਸਾਧ ਸੰਗਤ ਦੀ ਜੀਵਨ ਬਤੀਤ ਕਰਦੇ ਹਾਂ ਨਾ, ਗੁਰੂ ਮਹਾਰਾਜ ਸਾਹਿਬ ਜੀ ਦੀ ਸੇਵਾ ਐਵੇਂ ਕਰੇ। ਉਹ ਚਾਹ ਹੋਵੇ ਵੀ ਮੈਂ ਸੇਵਾ ਕਰਨੀ, ਐਵੇਂ ਨਿਤਨੇਮ ਬੋਝ ਹੋਵੇ ਵੀ ਲਓ ਜੀ ਹੱਲਾ ਮਾਰ ਕੇ ਫਤਿਹ ਕਰ ਦੇਵੇ, ਨਹੀਂ ਜੀ। ਸੋ ਸਾਧ ਸੰਗਤ ਜੀ ਇਹ ਉਦੋਂ ਹੀ ਕਿਰਪਾ ਹੁੰਦੀ ਹੈ ਜਦੋਂ ਮਹਾਰਾਜ ਸਾਹਿਬ ਜੀ ਚਾਹਣ, ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ ਜੇ ਹੋ ਸਕਦਾ। ਗੁਰੂ ਸਾਹਿਬ ਜੀ ਦੇ ਚਾਹਣ, ਮਹਾਰਾਜ ਨੇ ਨਾ ਬੜਾ ਸੋਹਣਾ ਬਾਣੀ ਵਿੱਚ ਇੱਕ ਬਚਨ ਕੀਤਾ, ਪਾਤਸ਼ਾਹ ਜੀ ਕਹਿੰਦੇ ਆਪੇ ਉੱਜੜ ਆਪੇ ਰਾਹ, ਆਪੇ ਹਰ ਗੁਣ ਗੁਰਮੁਖ ਗਾਵਾਹਾ। ਆਪਣੇ ਆਪ ਹੀ ਵਾਹਿਗੁਰੂ ਪਰਮੇਸ਼ਰ ਸਾਧ ਸੰਗਤ ਦੀ ਕੰਨ ਫੜ ਕੇ ਜਦੋਂ ਜੀ ਕਰਦਾ ਆਪਣੇ ਚਰਨਾਂ ਨਾਲ ਜੋੜ ਦਿੰਦਾ। ਆਪਣੇ ਆਪ ਹੀ ਸਾਧ ਸੰਗਤ ਦੀ ਕਈ ਵਾਰ ਗਲਤ ਪੈਂਡੇ 'ਤੇ ਰਾਹ 'ਤੇ ਵੀ ਪਾ ਦਿੰਦਾ। ਜਦੋਂ ਪਰਮੇਸ਼ਰ ਵੇਖਦਾ ਵੀ ਇਹਦੇ ਕਰਮ ਹੀ ਮਾੜੇ ਆ ਯਾਰ, ਵੀ ਇਹਦਾ ਆਉਣਾ ਹੀ ਨਹੀਂ ਚਾਹੁੰਦਾ, ਜੇ ਇਹਨੂੰ ਨਹੀਂ ਕੋਈ ਗੱਲ ਨਹੀਂ, ਲੈਣ ਦਿਓ ਆਨੰਦ ਦੁਨੀਆ ਦਾ, ਪਰ ਸੁੱਖ ਲੈਣ ਦਿਓ। ਸੋ ਸਾਧ ਸੰਗਤ ਦੀ ਮਹਾਰਾਜ ਸਾਹਿਬ ਨੇ ਇੱਕ ਥਾਂ 'ਤੇ ਹੋਰ ਬੜਾ ਸੋਹਣਾ ਬਚਨ ਕੀਤਾ, ਇਹ ਵਾਹਿਗੁਰੂ ਪ੍ਰਮਾਤਮਾ ਜਿਸਹਿ ਭੁਲਾਏ ਭੁਲੰਦ ਸਿਰ ਤਿਸਹਿ ਆਪਣ ਦਿਖਾਲੇ ਕੌਣ, ਜਿਸਹਿ ਦਿਖਾਲਾ ਵਾਟੜੀ ਤਿਸਹਿ ਭੁਲਾਵੇ ਕੌਣ। ਜਿਹਨੂੰ ਪ੍ਰਮਾਤਮਾ ਤੂੰ ਚੰਗਾ ਰਾਹ ਵਿਖਾ ਦੇਵੇਂ, ਉਹਨੂੰ ਕਿਹੜਾ ਜੰਮਿਆ ਵੀ ਜਿਹੜਾ ਭੁਲਾ ਦੇਵੇ, ਉਹਨੂੰ ਕੋਈ ਭੁਲਾ ਨਹੀਂ ਸਕਦਾ, ਉਹਨੂੰ ਮਾੜੇ ਰਾਹ 'ਤੇ ਕੋਈ ਨਹੀਂ ਪਾ ਸਕਦਾ। ਅਤੇ ਜਿਸਹਿ ਭੁਲਾਈ ਪੰਧ ਸਿਰ, ਜਿਹਨੂੰ ਪ੍ਰਮਾਤਮਾ ਤੂੰ ਸਿਰੇ ਤੋਂ ਹੀ ਰਾਹ ਭੁਲਾ ਛੱਡਿਆ, ਤਿਸਹਿ ਦਿਖਾਵੇ ਕੌਣ, ਕਿਹੜਾ ਇਹੋ ਜਿਹਾ ਜੰਮਿਆ ਜਿਹੜਾ ਉਹਨੂੰ ਰਾਹ ਦਿਖਾ ਦੇਵੇ, ਕੋਈ ਨਹੀਂ ਦਿਖਾ ਸਕਦਾ। ਸੋ ਇਸ ਕਰਕੇ ਸਾਧ ਸੰਗਤ ਜੀ ਆਪਾਂ ਨੂੰ ਤਾਂ ਹੱਥ ਹੀ ਜੋੜਨੇ ਚਾਹੀਦੇ ਆ। ਮਹਾਰਾਜ ਕਿਰਪਾ ਕਰੋ ਸਾਡੇ ਉੱਪਰ, ਐਵੇਂ ਨਾਮ ਜਾਂ ਬੰਦਗੀ ਦੀ ਦਾਤ ਬਖਸ਼ਦੇ ਰਹੋ, ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ। ਸੁਨ ਸਰੋਨਨ ਵਿਖੇ, ਜਦੋਂ ਪਾਂਧਾ ਜੀ ਨੇ ਕੰਨਾਂ ਵਿੱਚ ਇਹ ਬਚਨ ਸੁਣੇ, ਚਮਕੀ ਚੌਪ ਅਪਾਰ, ਤੇ ਦਿਲ ਦੇ ਅੰਦਰ ਸਾਧ ਸੰਗਤ ਦੀ ਫਿਰ ਚਾਜ ਜਾਗਿਆ। ਫਿਰ ਦਿਲ ਵਿੱਚ ਸੋਚੇ ਮਨਾਂ ਵੀ ਗੱਲ ਬਣੀ ਹੈ, ਵਾਕਈ ਸਹੀ ਗੱਲ ਹੈ, ਮਹਾਰਾਜ ਸਾਹਿਬ ਨੇ ਬਚਨ ਸੱਚੇ ਕੀਤੇ ਨੇ, ਇੱਛਾ ਪੈਦਾ ਹੋਈ। ਗੁਰਬਚਨ ਅੰਕਿਸ ਨਾਗਮਨ, ਆਪਣੇ ਮਨ ਨੂੰ ਜਾਣਿਆ ਵੀ ਮੇਰਾ ਮਨ ਸੀਗਾ ਹਾਥੀ ਵਰਗਾ, ਤੇ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਬਚਨ ਨੇ ਕੂੰਡੇ ਵਰਗੇ ਨੇ। ਜਿਵੇਂ ਹਾਥੀ ਹੈ ਜਿਹੜਾ, ਉਹਨੂੰ ਨਿੱਕੇ ਜਿਹੇ ਕੂੰਡੇ ਦੇ ਨਾਲ ਹੀ ਕਾਬੂ ਕਰ ਲਈਦਾ। ਸੋ ਸਾਧ ਸੰਗਤ ਜਦੋਂ ਕਾਬੂ ਕਰ ਲਈਦਾ, ਫਿਰ ਜਿਵੇਂ ਆਪਾਂ ਮੁਹਾਵਤ ਚਾਹਵੇ ਉਵੇਂ ਹੀ ਉੱਠਦਾ ਬਹਿੰਦਾ। ਸੋ ਐਵੇਂ ਗੁਰੂ ਮਹਾਰਾਜ ਦੇ ਬਚਨਾਂ ਨੂੰ ਸਮਝਿਆ ਵੀ ਇਹ ਕੂੰਡਾ ਹੈ, ਅਤੇ ਗੁਰੂ ਸਾਹਿਬ ਜੀ ਮੇਰੇ ਮੁਹਾਵਤ ਨੇ, ਮੇਰਾ ਮਨ ਹਾਥੀ ਵਾਂਗੂ ਹੈ। ਲੱਕੜ ਤੇ ਅਨੁਸਾਰ, ਤੇ ਆਪਣੇ ਮਨ ਨੂੰ ਜਾਣਿਆ ਵੀ ਹਾਂ ਵੀ ਮੇਰਾ ਮਨ ਹੈ ਨਾ ਜਿਹੜਾ ਗੁਰੂ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਹੋ ਗਿਆ। ਕਲਾਵਾਨ ਤੁਮ ਮੈਂ ਮਨ ਜਾਣੈ, ਤੇ ਉਸ ਵੇਲੇ ਹੱਥ ਜੋੜ ਕੇ ਕਹਿੰਦਾ ਨਹੀਂ ਮੈਂ ਮਨ ਵਿੱਚ ਜਾਣ ਲਿਆ ਵੀ ਤੁਸੀਂ ਸ਼ਕਤੀ ਵਾਲੇ ਹੋ, ਕਰਾਮਾਤ ਵਾਲੇ ਹੋ, ਬਹੁਤ ਕਿਰਪਾ ਵਾਲੇ ਹੋ, ਪ੍ਰਮਾਤਮਾ ਤੁਹਾਡੇ ਵਿੱਚ ਆਪ ਨਿਵਾਸ ਕਰਦਾ। ਦਾਨੀ ਕਲਿਆਣੈ, ਤੁਸੀਂ ਮੋਤੀ ਦਾ ਦਾਨ ਦੇਣ ਵਾਲੇ ਹੋ ਤੇ ਬੜੇ ਸੋਹਣੇ ਬੋਲ ਨੇ ਤੁਹਾਡੇ। ਸ਼ੰਕਾ ਸੋ ਸੰਕਟ ਮਨ ਹੈ, ਇੱਕ ਸ਼ੰਕਾ ਨਾ ਮੇਰੇ ਮਨ ਵਿੱਚ ਜੀ, ਤੇ ਮੇਰਾ ਮਨ ਸ਼ੰਕਾ ਜਿਹਾ ਕਰੀ ਜਾਂਦਾ ਐਵੇਂ। ਪੁੱਤਰ ਦਿਓ ਲਖਿਓ ਗੁਰੂ ਜਨ ਹੈ, ਤੇ ਆਪ ਜੀ ਦੀ ਕਿਰਪਾ ਕਰਕੇ ਮੈਨੂੰ ਨਾ ਬਸ ਉੱਤਰ ਦੇ ਦੇਣਾ ਕਰੋ ਜੀ, ਮੈਂ ਤੁਹਾਨੂੰ ਆਪਣਾ ਗੁਰੂ ਜਾਣ ਲਿਆ। ਜੋ ਸੁਲਤਾਨ ਖਾਨ ਫਸਨੇ ਹੋ, ਜੇਕਰ ਬੜੇ ਤਗੜੇ ਤਗੜੇ ਸੁਲਤਾਨ ਬਾਦਸ਼ਾਹ ਖਾਨ ਲੋਕ ਮੋਹ ਦੇ ਵਿੱਚ ਫਸੇ ਹੋਏ ਨੇ, ਜਿਹੜੇ
ਜਿਹੜੇ ਕਦੇ ਭੁੱਲ ਕੇ ਵੀ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ। ਕੋ ਕਿਉ ਪੈ ਦੇਤ ਨ ਸੁਆਮੀ। ਵਾਹਿਗੁਰੂ ਪ੍ਰਮਾਤਮਾ ਉਹਨਾਂ ਨੂੰ ਡਰ ਕਿਉਂ ਨਹੀਂ ਦਿੰਦਾ ਹੈਗਾ? ਜਿਉਂਦਿਆਂ ਜਿਉਂਦਿਆਂ ਡਰ ਦਿਖਾ ਦੇਵੇ ਉਹਨਾਂ ਨੂੰ। ਜਾਤੇ ਸਿਮਰੈ ਅੰਤਰ ਜਾਮੇ। ਜਿਹਦੇ ਕਰਕੇ ਵਾਹਿਗੁਰੂ ਦਾ ਨਾਮ ਜਪ ਲੈਣ। ਨਿਰਭੈ ਵਿਸਿਆਨ ਮਹਿ ਰਚ ਮਾਨਵ। ਇਹ ਜਿਹੜਾ ਜੀਵ ਹੈ ਬੇਖੌਫ ਹੋ ਕੇ ਵਿਸ਼ਿਆਂ ਵਕਾਰਾਂ ਵਿੱਚ ਹੀ ਖਚਤ ਰਹਿੰਦਾ। ਭੂਲੇ ਭਜਨ ਨਾਇਕ ਨੇ ਜਾਣਵ। ਵਾਹਿਗੁਰੂ ਦਾ ਭਜਨ ਭੁੱਲ ਗਿਆ, ਉੱਕਾ ਹੀ ਨਹੀਂ ਜਾਣਦਾ ਵਾਹਿਗੁਰੂ ਦਾ ਸਿਮਰਨ ਕਰਨਾ। ਮਨ ਕੀ ਤਨ ਧਨ ਮੈਂ ਅਤ ਪ੍ਰੀਤੂ। ਮਨ ਦੀ ਜਿਹੜੀ ਪ੍ਰੀਤੀ ਹੈ ਸਰੀਰ ਨੂੰ ਪਾਲਣ ਵਿੱਚ ਹੈ, ਧਨ ਦੌਲਤ ਇਕੱਠਾ ਕਰਨ ਵਿੱਚ ਹੀ ਹੈ। ਸਕੇ ਚਿਤ ਦ੍ਰਿੜ ਪ੍ਰਤੀਤੂ। ਤੇ ਆਪਣੇ ਚਿੱਤ ਦੀ ਦਿਲ ਦੀ ਪੱਕੀ ਪ੍ਰਤੀਤ ਭਰੋਸਾ ਹੋਇਆ ਪਿਆ ਵੀ ਇਹੀ ਕੁਛ ਆ ਮੇਰੇ ਕੋਲੇ ਤਾਂ ਜੋ ਹੈਗਾ, ਤੇ ਇਹਨਾਂ ਨੂੰ ਛੱਡ ਨਹੀਂ ਸਕਦਾ ਮੋਹ ਮਮਤਾ ਨੂੰ। ਦੋਹਰਾ ਵਿਅਰਥਾ ਸੀ ਸੰਸਾਰ ਮੈਂ। ਤੇ ਇਹ ਜਿਹੜਾ ਜੀਵ ਹੈ ਆਪਣੀ ਸੰਸਾਰ ਦੇ ਵਿੱਚ, ਇਸ ਦੁਨੀਆ ਦੇ ਵਿੱਚ ਟਿਕਾ ਜਾਣ ਕੇ ਲੱਖ ਸੰਚਿਤ ਅਤਿਆਤ। ਤੇ ਬਹੁਤ ਯਾਰ ਲੱਖ ਸੰਚਿਤ ਅਤ ਆਥ ਅਤਿਆਤੀ ਆਥ ਪਦਾਰਥ ਜਿਹੜੇ ਨੇ ਇਕੱਠੇ ਕਰਦਾ ਰਹਿੰਦਾ ਹੈ ਤੇ ਆਪਣੀ ਟਿਕਾ ਜਾਣ ਕੇ ਦੁਨੀਆ ਵਿੱਚ ਵੀ ਮੈਂ ਤਾਂ ਮਰਨਾ ਹੀ ਨਹੀਂ ਕਰੇ, ਸੋ ਸਾਰ ਸੰਦਰੀ ਜੱਫੇ ਮਾਰਦਾ ਰਹਿੰਦਾ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਨੂੰ। ਸੰਤ ਸਰੋਨ ਆਨੰਦ ਭਨੰਤ। ਕੰਨਾਂ ਵਿੱਚ ਸੁਣਦਾ ਵੀ ਹੈ, ਰਸਨਾ ਤੋਂ ਕਹਿੰਦਾ ਵੀ ਹੈ। ਨਾਨਕ ਦੀਨਾਨਾਥ। ਸਾਰ ਸੰਤ ਜਿਹੜਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੁਣਿਆ ਨਾ ਇਹਦਾ ਗੱਲਬਾਤ, ਤੇ ਪਾਤਸ਼ਾਹ ਜੀ ਫਿਰ ਆਪਣੇ ਮੁਖੜੇ ਤੋਂ ਕਹਿਣ ਲੱਗੇ, ਜੋ ਗਰੀਬਾਂ ਦੇ ਮਾਲਕ ਨੇ, ਸ੍ਰੀ ਮੁਖ ਵਾਕ ਭੈ ਤੇਰਾ ਡਰ ਅਗਲਾ, ਖਾਪ ਖਾਪ ਛਿਜਾ ਦੇਹ, ਨਾਵ ਜਿਨ੍ਹਾਂ ਸੁਲਤਾਨ ਖਾਨ, ਉਹਦੇ ਡਿੱਠੇ ਖੇਹ, ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨੇਹ। ਸਾਰ ਸੰਤ ਜੀ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੇਰੇ ਤਾਈਂ ਅਸੀਂ ਦੱਸਦੇ ਹਾਂ ਭਾਈ, ਭੈ ਇਸ ਲੋਕ ਦਾ ਤੇ ਡਰ ਅਗਲੇ ਪਰਲੋਕ ਦਾ, ਇਹ ਤੈਨੂੰ ਸਮਝਾਉਂਦੇ ਹਾਂ ਅਸੀਂ। ਖੱਪ ਖੱਪ ਛਿਜਾ ਦੇਹ, ਜਿਹੜੇ ਬੜੇ ਤਗੜੇ ਤਗੜੇ ਆਪਣੇ ਨੂੰ ਬਾਦਸ਼ਾਹ ਕਮਾਉਂਦੇ ਨੇ ਨਾ, ਉਹ ਵਿਕਾਰਾਂ ਵਿੱਚ ਖੱਪ ਖੱਪ ਕੇ ਉਹਨਾਂ ਦੀ ਜਿਹੜੀ ਦੇਹ ਹੈ, ਉਹਨਾਂ ਜਿਹੜਾ ਸਰੀਰ ਹੈ ਛੱਜਦਾ ਹੀ ਜਾਂਦਾ ਹੈ, ਖਰਾਬ ਹੁੰਦਾ ਜਾਂਦਾ ਹੈ, ਭੋਰਾ ਭੋਰਾ ਕਰਕੇ ਮਰਦਾ ਹੀ ਜਾਂਦਾ ਹੈ। ਤੇ ਨਾਮ ਜਿਨ੍ਹਾਂ ਸੁਲਤਾਨ ਖਾਨ, ਜਿਨ੍ਹਾਂ ਦਾ ਨਾਮ ਸੁਲਤਾਨ ਸਾਹਿਬ ਖਾਨ ਸਾਹਿਬ ਹੈ, ਮਹਾਰਾਜ ਕਹਿੰਦੇ ਤਗੜੇ ਤਗੜੇ ਲਕਬ ਪ੍ਰਾਪਤ ਕਰਕੇ ਬੈਠੇ ਜਿਹੜੇ ਨੇ, ਹਾਂਜੀ। ਉਹਦੇ ਡਿੱਠੇ ਖੇਹ, ਇਹ ਸਾਰੇ ਖੇਹ ਹੁੰਦੇ ਵੇਖੀ ਦੇ ਨੇ, ਮਿੱਟੀ ਹੁੰਦੇ ਵੇਖੀ ਦੇ ਨੇ। ਨਾਨਕ ਉੱਠੀ ਚੱਲਿਆ, ਪਾਤਸ਼ਾਹ ਜੀ ਨੇ ਅਖੀਰ ਨੂੰ ਉੱਠ ਕੇ ਪਰਲੋਕ ਵੱਲ ਨੂੰ ਇਹਨੇ ਚਾਲਾ ਮਾਰਿਆ ਜਦੋਂ ਜੀਵ ਨੇ। ਸਭ ਕੂੜੇ ਟੁੱਟੇ ਨੇਹ, ਜਿੰਨੇ ਝੂਠੇ ਮੋਹ ਮਮਤਾ ਸੀ ਨਾ, ਸਭ ਸਾਰ ਸੰਦਰੀ ਇੱਥੇ ਰਹਿ ਗਿਆ, ਸਾਰੇ ਟੁੱਟ ਗਏ। ਪਾਤਸ਼ਾਹ ਜੀ ਕਹਿੰਦੇ ਰਾਤ ਦਿਨ ਇਸ ਜੀਵ ਨੂੰ ਬਹੁਤ ਜ਼ਿਆਦਾ ਡਰਾਉਣਾ ਕੀਤਾ। ਤੇ ਇਹ ਮੰਦੀ ਮੱਤ ਵਾਲੇ ਜੀਵ ਨੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਭੈ ਨੂੰ, ਡਰ ਨੂੰ ਭੁਲਾ ਛੱਡਿਆ। ਭੋਰਾ ਭੋਰਾ ਸਮਾਂ ਕਰਕੇ ਉਮਰ ਤਾਂ ਬਤੀਤ ਹੁੰਦੀ ਜਾਂਦੀ ਆ। ਦਿਨ ਬ ਦਿਨ ਜਿਹੜਾ ਸਰੀਰ ਹੈ, ਇਹਦੀ ਹਾਲਾਤ, ਇਹਦੀ ਜਿਹੜੀ ਸਾਰ ਸੰਤ ਦੀ ਜਿਹੜੀ ਆਪਣਾ ਦਿਨ ਬ ਦਿਨ ਇਹ ਸਰੀਰ ਦੀ ਜਿਹੜੀ ਹਾਲਤ ਹੈ ਨਾ, ਇਹ ਬਦਲਦੀ ਹੋਈ ਰਹਿੰਦੀ ਹੈ। ਇੱਕ ਵਾਰੀ ਬਚਪਨਾ ਆਉਂਦਾ, ਦੁਬਾਰੇ ਕਦੇ ਬਚਪਨਾ ਮੁੜ ਕੇ ਆਉਂਦਾ ਨਹੀਂ ਆਉਂਦਾ। ਜਵਾਨੀ ਆ ਗਈ, ਜਵਾਨੀ ਸਾਰ ਸੰਤ ਦੀ ਜਵਾਨੀ ਤੋਂ ਬੰਦਾ ਪੈਰ ਧਰਦਾ ਅਧਖੜ ਦੇ ਵਿੱਚ, ਅਧਖੜ ਤੋਂ ਫਿਰ ਜਵਾਨੀ ਵੱਲ ਨੂੰ ਜਾਂਦਾ ਕਰੇ ਪਿਛਾਂਹ ਨੂੰ, ਕਦੇ ਨਹੀਂ ਜੇ ਜਾਂਦਾ ਹੈਗਾ। ਉਹ ਮਤਲਬ ਕੀ ਹੈ ਵੀ ਤੂੰ ਗਾਂਹ ਨੂੰ ਹੀ ਜਾਣਾ, ਹੁਣ ਇਹ ਪਿਛਾਂਹ ਨੂੰ ਨਹੀਂ ਮੁੜ ਸਕਦਾ ਹੈਗਾ। ਸੋ ਸਾਰ ਸੰਤ ਦੀ ਗਾਂਹ ਆ ਜਾਂਦਾ ਬੁਢੇਪਾ, ਜਦੋਂ ਬੁਢੇਪਾ ਆ ਜਾਂਦਾ ਫਿਰ ਮੁੱਖ 'ਤੇ ਹੀਰੇ ਆ ਜਾਂਦੇ ਨੇ, ਦਾੜਾ ਚਿੱਟਾ ਹੋ ਜਾਂਦਾ, ਅੱਖਾਂ ਧੀਮੀਆਂ ਹੋ ਜਾਂਦੀਆਂ ਨੇ। ਸਾਰ ਸੰਤ ਦੀ ਆਪਣਾ ਰਸਨਾ ਕੰਮ ਨਹੀਂ ਕਰਦੀ ਗੀ, ਕੰਨਾਂ ਤੋਂ ਫਿਰ ਸੁਣਨਾ ਵੀ ਘੱਟ ਲੱਗ ਜਾਂਦਾ, ਅੱਖਾਂ ਤੋਂ ਝੋਲਾ ਝੋਲਾ ਰਹਿੰਦਾ। ਇਹ ਸਾਰੀਆਂ ਨਿਸ਼ਾਨੀਆਂ ਨੇ। ਮਹਾਰਾਜ ਕਹਿੰਦੇ ਕਿ ਭਾਈ ਵਾਹਿਗੁਰੂ ਪਰਮਾਤਮਾ ਸਮਝਾਉਂਦਾ ਹੈ, ਡਰ ਦਿੰਦਾ ਵੀ ਹੁਣ ਤੋਂ ਅੱਗਾ ਸਾਹਿਬ, ਹਾਂਜੀ। ਤੇ ਇਹ ਹਾਲਤ ਹੈ ਇਸ ਜੀਵ ਦੀ। ਕਹਿੰਦੇ ਨਾ ਇੱਕ ਕੋਈ ਬਜ਼ੁਰਗ ਸੀ, ਉਹ ਡਾਕਟਰ ਕੋਲ ਚਲਿਆ ਗਿਆ, ਕਹਿੰਦਾ ਜੀ ਵੀ ਮੇਰੀ ਨਾ ਗੋਡੇ ਦੁਖਦੇ ਰਹਿੰਦੇ, ਜਦੋਂ ਮੈਂ ਉੱਠਦੇ ਨਾ ਕ੍ਰਿਚੂ ਕ੍ਰਿਚੂ ਕਰਦੇ ਆ। ਉਹ ਕਹਿੰਦਾ ਬਾਪੂ ਕੋਈ ਬਜ਼ੁਰਗ ਅਵਸਥਾ ਹੋ ਗਈ, ਉਮਰ ਜ਼ਿਆਦਾ ਹੋ ਗਈ, ਤਾਂ ਇਹ ਮਤਲਬ ਕਿ ਦੁਖਦੇ ਆ। ਤੇ ਕਹਿੰਦਾ ਨਹੀਂ ਮੈਨੂੰ ਨਾ ਮਤਲਬ ਕਿ ਸੁਣਦਾ ਵੀ ਘੱਟ ਹੀ ਹੈ। ਤੇ ਉਹ ਕਹਿੰਦਾ ਵੀ ਭਾਈ ਬਜ਼ੁਰਗ ਅਵਸਥਾ ਹੋ ਗਈ ਤਾਂ ਮਤਲਬ ਕਿ ਘੱਟ ਸੁਣਦਾ। ਕਹਿੰਦਾ ਜੀ ਮੈਨੂੰ ਨਾ ਦੀਂਦਾ ਵੀ ਘੱਟ ਹੀ ਹੈ, ਝੋਲਾ ਝੋਲਾ ਜਿਹਾ ਦੀਂਦਾ। ਕਹਿੰਦਾ ਜੀ ਬਜ਼ੁਰਗ ਅਵਸਥਾ ਹੋ ਗਈ ਤਾਂ ਮਤਲਬ ਕਿ ਐਂ ਹੋ ਗਿਆ। ਤੇ ਗਾਂ ਕਹਿੰਦਾ ਜੀ ਜਦੋਂ ਮੈਂ ਮੂੰਹ 'ਚ ਬੁਰਕੀ ਪਾਉਣਾ, ਬੁਰਕੀ ਭੁੰਜੇ ਡਿੱਗ ਪੈਂਦੀ, ਹੱਥ ਕੰਬਦੇ ਹੈ।
ਉਹ ਕਹਿੰਦਾ ਜੀ ਬਜ਼ੁਰਗ ਅਵਸਥਾ ਵੀ ਤਾਂ ਹੋ ਗਿਆ। ਤੇ ਬੁੜੇ ਨੂੰ ਚੜ ਗਿਆ ਗੁੱਸਾ, ਤੇ ਗੁੱਸੇ ਵਿੱਚ ਆ ਕੇ ਸਾਰ ਸੈਂਤਰੀ ਖਿੱਚ ਕੇ ਸੁੱਟੀ ਮਾਰੀ ਡਾਕਟਰ ਦੇ। ਤੇ ਕਹਿੰਦਾ ਜੀ ਮਾਫ਼ ਕਰਨਾ, ਜਿਹੜਾ ਤੁਹਾਨੂੰ ਗੁੱਸਾ ਚੜ੍ਹਦਾ ਨਾ ਵੀ ਬਜ਼ੁਰਗ ਅਵਸਥਾ ਕਰਕੇ ਹੀ ਚੜ੍ਹਦਾ। ਸੋ ਸਾਰ ਸੰਤ ਜੀ ਇਹ ਹਾਲਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨੇ ਉਚਰੈ, ਅਬ ਕਿਆ ਕਰੇ ਪ੍ਰਾਨੀ। ਇਹ ਦੱਸੋ ਜੀਵ ਫਿਰ ਕਰੇ ਤੇ ਕਰੇ ਕੀ। ਸੋ ਐਸੀ ਹਾਲਤ ਹੋ ਜਾਂਦੀ ਹੈ ਸਰੀਰ ਦੀ। ਤੇ ਇਹ ਜਿਹੜਾ ਜੀਵ ਵਿਸ਼ਿਆਂ ਵਿਕਾਰਾਂ ਵਿੱਚ ਬਹੁਤ ਪਿਆਰ ਕਰਕੇ ਦਿਨ ਬ ਦਿਨ ਖਪਦਾ ਰਹਿੰਦਾ। ਅਖੀਰਲੇ ਸਮੇਂ ਫਿਰ ਅਖੀਰ ਨੂੰ ਸਰੀਰ ਮੁੱਕ ਜਾਂਦਾ, ਖਤਮ ਹੋ ਜਾਂਦਾ। ਜਿਹੜੇ ਆਪਣੇ ਆਪ ਨੂੰ ਕਹਾਉਂਦੇ ਅਸੀਂ ਖਾਨ ਸਾਹਿਬ ਹੁੰਨੇ ਆ, ਸੁਲਤਾਨ ਸਾਹਿਬ ਹੁੰਨੇ ਆ, ਦ੍ਰਿਸ਼ਟਾ ਵਰਤ ਹੈ ਮਿਤ ਕੇਹੀ। ਉਹ ਅਖੀਰ ਨੂੰ ਖੇ ਵਿੱਚ ਮਿਲਦੇ, ਮਿੱਟੀ ਵਿੱਚ ਮਿਲਦੇ ਹੋਏ ਦੇਖੀਦੇ ਹਨ। ਧਨ ਜੋ ਭਈ ਆ ਜਿਹੜਾ ਸਰੀਰ ਦਾ ਧਨ ਦੌਲਤ ਜਿਹੜਾ ਮੂਹ ਮਮਤਾ ਨੇ ਪਿਆਰੇ ਝੂਠਾ ਹੀ ਆ। ਛੋੜ ਚਲਿਓ ਵਸ ਚਲਤ ਨਾ ਕੋ। ਤੇ ਛੱਡ ਕੇ ਅਖੀਰ ਨੂੰ ਚਲਿਆ ਜਾਂਦਾ ਹੈ ਜੀਵ, ਕੋਈ ਵਸ ਨਹੀਂ ਚੱਲਦਾ। ਨਾ ਜਾਵੇ ਇਹ ਸੰਗ ਅਗਾਰੇ। ਇਹ ਸਰੀਰ ਜਿਹੜਾ ਗਾਂਹ ਨਹੀਂ ਜਾਣਾ ਕਿਸੇ ਦੇ। ਜਿਹਦੇ ਵਾਸਤੇ ਬੰਦਾ ਆਪਣੀ ਬਾਜ਼ਗੂਈ ਹਾਰ ਜਾਂਦਾ। ਸ਼ੀਸ਼ੇ ਮੂਹਰੇ ਖੜ ਕੇ ਕਹਿੰਦਾ ਬੱਲੇ ਬੱਲੇ ਬੜਾ ਸੋਹਣਾ ਲੱਗਦਾ ਹੈ, ਐ ਵੀ ਕਿਆ ਬਾਤ ਹੈ, ਵੀ ਮੈਂ ਇੰਨਾ ਹੱਸਦਾ ਬੜਾ ਸੋਹਣਾ, ਇਕੱਲਾ ਹੀ ਹੱਸੀ ਜਾਊਗਾ। ਸੋ ਸਾਰ ਸੰਤਰੀ ਮੂੰਹ ਨੂੰ ਸਵਾਰਦਾ ਰਹਿੰਦਾ ਹੈ। ਇਹ ਮਹਾਰਾਜ ਭਲਕੇ ਉੱਠ ਪਪੋਲੀ ਹੈ ਬਿਨ ਬੁੱਝੇ ਮੁਗਧ ਅਜਾਨ। ਸਵੇਰ ਨੂੰ ਉੱਠਦਿਆਂ ਸਾਰੀ ਸਰੀਰ ਨੂੰ ਪਾਲਣ ਲੱਗ ਜਾਂਦਾ ਬੰਦਾ। ਤੇ ਪਾਤਸ਼ਾਹ ਜੀ ਦੇ ਗਿਆਨ ਬੁੱਝੇ ਤੋਂ ਬਿਨਾਂ ਇਹ ਜੀਵ ਅਣਜਾਣ ਹੀ ਹੈ, ਮੂਰਖ ਹੀ ਹੈ। ਦੋਹਰਾ ਗਿਆਨਹੀਨ ਅਗਿਆਨ ਮੈਂ। ਗਿਆਨ ਤੋਂ ਹੀਣਾ ਪ੍ਰਾਣੀ ਅਗਿਆਨ ਦੇ ਵਿੱਚ ਫਸ ਕੇ ਜਾਣੇ ਨਿਜ ਕਾਲ। ਆਪਣੀ ਮੌਤ ਨੂੰ, ਆਪਣੇ ਅਖੀਰਲੇ ਸਮੇਂ ਨੂੰ ਨਹੀਂ ਜਾਣਦਾ। ਗਿਆਨਹੀਨ ਜਿਉ ਜਾਤ ਹੈ। ਜਿਵੇਂ ਇੱਕ ਅੰਨਾ ਬੰਦਾ ਨੇਤਰਾਂ ਤੋਂ ਹੀਣਾ, ਸਾਹੂ ਸਰਪ ਵਿਸਾਲ। ਤੇ ਸਾਹਮਣੇ ਬੜਾ ਤਗੜਾ ਸੱਪ ਹੋਵੇ, ਸਰਾਲ ਹੋਵੇ ਪਈ, ਤੇ ਜਿਵੇਂ ਅੱਖਾਂ ਤੋਂ ਹੀਣਾ ਸੂਰਮਾ ਬੰਦਾ, ਸਾਰ ਸੰਤਰੀ ਅੰਨਾ ਬੰਦਾ। ਤੇ ਮਹਾਰਾਜ ਕਹਿੰਦੇ ਸੱਪ ਦੇ ਮੂੰਹ ਵਿੱਚ ਆਪ ਹੀ ਤੁਰਿਆ ਜਾਂਦਾ ਨਾ। ਐਵੇਂ ਇਸ ਦੀਪ ਦੀ ਹਾਲਤ ਹੈ, ਆਪ ਹੀ ਮੌਤ ਦੇ ਮੂੰਹ ਵਿੱਚ ਪਈ ਜਾਂਦਾ। ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਦਾ ਕਦੇ। ਜੋ ਪਈ ਕਰਨਾ ਕਰ ਸਤਿਗੁਰ ਜਿਸ ਭੇਟੈ। ਅਰੇ ਕਿਰਪਾ ਕਰਕੇ ਜਿਹਨੂੰ ਸਤਿਗੁਰੂ ਮਹਾਰਾਜ ਜੀ ਮਿਲ ਜਾਣ, ਤੈ ਕੋ ਲਗੇ ਨ ਜਮ ਕੀ ਭੇਟੈ। ਉਹਨੂੰ ਫਿਰ ਜਮਦੂਤਾਂ ਦਾ ਫੇਟ ਨਹੀਂ ਲੱਗਦਾ, ਧੱਕਾ ਨਹੀਂ ਲੱਗਦਾ, ਚੋਟ ਨਹੀਂ ਲੱਗਦੀ। ਤੇਜ ਗਿਆਨ ਦੇ ਨੈਣਾ। ਕਿਉਂਕਿ ਸਤਿਗੁਰੂ ਜੀ ਸਿੱਖਿਆ ਦੇ ਕੇ ਉਹਦੇ ਮਨ ਬੁੱਧ ਰੂਪੀ ਦੋਹਾਂ ਨੇਤਰਾਂ ਵਿੱਚ ਗਿਆਨ ਦੀ ਨਜ਼ਰ ਪਾ ਦਿੰਦੇ ਨੇ। ਸਰਬ ਕਾਲ ਕੋ ਕਬ ਤੈ ਪਹਿਨਾ। ਤੇ ਮੌਤ ਰੂਪੀ ਜਿਹੜਾ ਸੱਪ ਹੈ ਨਾ, ਉਹਨੂੰ ਫਿਰ ਕਦੇ ਡਰ ਨਹੀਂ ਰਹਿੰਦਾ। ਲਾਗੀ ਨਾਮ ਖੇਲ ਮਨ ਕੀ। ਜਿਨ੍ਹਾਂ ਦੀ ਲਿਵ ਮਨ ਦੀ ਵਾਹਿਗੁਰੂ ਦੇ ਨਾਮ ਵਿੱਚ ਲੱਗ ਗਈ। ਜਿਤ ਤੇ ਪ੍ਰੀਤ ਤਜੀ ਤਨ ਧਨ ਕੇ। ਜਿਨ੍ਹਾਂ ਨੇ ਆਪਣੇ ਦਿਲ ਵਿੱਚੋਂ ਪ੍ਰੀਤੀ ਛੱਡ ਦਿੱਤੀ ਹੈ ਸਰੀਰ ਦੀ, ਧਨ ਦੌਲਤ ਦੀ। ਪਰਮਾਰਥ ਮੈਂ ਦ੍ਰਿਸ਼ਟ ਲਗਾਈ। ਜਿਨ੍ਹਾਂ ਨੇ ਪਰਮ ਅਰਥ ਵੱਡਾ ਪ੍ਰਯੋਜਨ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਇਹਦੇ ਵਿੱਚ ਨਿਗਾਹ ਲਾ ਲਈ ਹੈ। ਜਗ ਕਾਰਜ ਤੇ ਵਿਰਤ ਉਠਾਈ। ਜਿਨ੍ਹਾਂ ਨੇ ਸੰਸਾਰ ਦੇ ਕਾਰ ਵਿਹਾਰਾਂ ਵੱਲੋਂ ਬਿਰਤੀ ਤਾਂ ਚੱਕ ਲਈ ਹੈ। ਦੇਹਾਦਿਕ ਮਿਥਿਆ ਸਭ ਜਾਣੇ। ਉਹਨੇ ਜਾਣ ਲਿਆ ਵੀ ਸਰੀਰ ਵਰਗਾ ਜੋ ਕੁਝ ਵੀ ਦਾਦਾ ਪਿਆ ਸਭ ਝੂਠਾ ਹੀ ਆ ਇਹ। ਵਾਸ਼ਨਾ ਮਨ ਵਿਸਰਾਨਾ। ਉਹਨਾਂ ਨੇ ਵਿਸ਼ਾ ਵਿਕਾਰਾਂ ਦੀ ਜਿਹੜੀ ਵਾਸ਼ਨਾ ਸੀ, ਭੋਗਣ ਦੀ ਖੁਆਇਸ਼ ਸੀ, ਮਨ ਵਿੱਚੋਂ ਕੱਢ ਦਿੱਤੇ। ਸਰੂਪ ਜੋ ਭਇਓ ਭੁਲਾਵਾ। ਤੇ ਜਿਹੜਾ ਆਪਣੇ ਸਰੂਪ ਦਾ ਉਹਨਾਂ ਨੂੰ ਭੁਲੇਖਾ ਪਿਆ ਸੀ, ਜਾਣਨ ਕੋ ਜਿਤ ਲਲਚਾਵਾ। ਉਹਨੂੰ ਜਾਣਨ ਦੇ ਵਾਸਤੇ ਫਿਰ ਉਹਨਾਂ ਦਾ ਦਿਲ ਚਾਹਵਾਨ ਹੋ ਜਾਂਦਾ ਹੈ। ਦੋਹਰਾ ਸਤ ਸੰਗਤ ਕੇ ਸੰਗ ਤੇ। ਆਦੀ ਭਾਈ ਸਤ ਜਿਹੜੇ ਰੱਬ ਦੇ ਪਿਆਰੇ ਸਾਧੂ ਲੋਕ ਨੇ, ਉਹਨਾਂ ਦੀ ਸਤ ਸੰਗਤ ਕਰਨ ਦੇ ਨਾਲ ਹੋਇਓ ਅਭਿਆਸ। ਜਿਨ੍ਹਾਂ ਨੇ ਪੱਕਾ ਅਭਿਆਸ ਹੋ ਗਿਆ ਵੀ ਵਾਹਿਗੁਰੂ ਵਾਹਿਗੁਰੂ ਆਏ ਨਾਮ ਜਪਣਾ। ਗਇਓ ਭੁਲਾਵਾ ਦੁੱਖ ਨਾ। ਤੇ ਗਇਓ ਭੁਲਾਵਾ ਭਰਮ ਕਾ। ਉਹਨਾਂ ਦੇ ਦਿਲ ਵਿੱਚੋਂ ਜਿਹੜਾ ਭਰਮ ਸੀ ਨਾ, ਜਿਹੜਾ ਵਹਿਮ ਸੀ ਵੀ ਮੈਂ ਸੱਚਾ, ਮੇਰਾ ਸਰੀਰ ਸੱਚਾ, ਮੈਂ ਕਦੇ ਮਰਨਾ ਹੀ ਨਹੀਂ, ਉਹ ਭੁਲੇਖਾ ਚਲਿਆ ਗਿਆ, ਨਿਕਲ ਗਿਆ, ਉਹਨਾਂ ਦਾ ਵਹਿਮ ਨਿਕਲ ਗਿਆ। ਸੁਖੇ ਪ੍ਰਕਾਸ਼। ਸਦੇ ਸਦੀ ਉਹਨਾਂ ਦੇ ਦਿਲ ਅੰਦਰ ਵਾਹਿਗੁਰੂ ਦੇ ਗਿਆਨ ਦਾ ਚਾਨਣ ਹੋ ਜਾਂਦਾ। ਚੌਪਈ ਦੇ ਦੁਖੀ ਤੇ ਦੁੱਖ ਨੇ ਮਨ। ਜੇ ਉਹਨਾਂ ਦਾ
ਸਰੀਰ ਦੁੱਖ ਹੋਵੇ ਨਾ, ਸਰੀਰ ਕਦੇ ਦੁਖੀ ਹੋਵੇ ਤਾਂ ਉਹਨਾਂ ਦਾ ਮਨ ਕਦੇ ਦੁਖੀ ਨਹੀਂ ਹੁੰਦਾ, ਉਹ ਮਨ ਵਿੱਚ ਦੁੱਖ ਨਹੀਂ ਮੰਨਦੇ। ਇੱਕ ਬਿਲਾਸ ਸੁਖ ਨ ਜਾਣੈ। ਜੇ ਭਰਾਵਾ ਉਹਨਾਂ ਨੂੰ ਅਨੇਕਾਂ ਤਰ੍ਹਾਂ ਦੇ ਸੁੱਖ ਪ੍ਰਾਪਤ ਹੋ ਜਾਣ, ਭੋਗ ਮਿਲ ਜਾਣ, ਤੇ ਉਹਨਾਂ ਵਿੱਚ ਸੁੱਖ ਨਹੀਂ ਮਾਣਦੇ। ਜਰਦਾ ਪਾਏ ਨ ਡੋਲੇ ਸੋ। ਉਹਨਾਂ ਟਿਕਾ ਪ੍ਰਾਪਤ ਕਰ ਲਿਆ, ਕਦੇ ਉਹ ਡੋਲਦੇ ਨਹੀਂ। ਰਹੇ ਏਕ ਰਸ ਦੁਆਇਤ ਖੋ। ਦੁਆਇਤ ਭਾਵਨਾ ਦਿਲ ਵਿੱਚੋਂ ਕੱਢ ਦਿੱਤੀ ਹੈ, ਤੇ ਇੱਕ ਰਸ ਵਾਹਿਗੁਰੂ ਦੇ ਨਾਮ ਵਿੱਚ ਬਿਰਤੀ ਜੁੜੀ ਰਹਿੰਦੀ ਹੈ ਲਗਾਤਾਰ। ਜਨ ਮਨ ਤਿੰਨ ਤੇ ਛੁੱਟ ਗਏ। ਜੰਮ ਕੇ ਆਉਣਾ ਤੇ ਮਰ ਕੇ ਚਲੇ ਜਾਣਾ, ਸਾਰ ਸੰਤਨੀ ਇਹਨਾਂ ਦੋਹਾਂ ਦੁੱਖਾਂ ਤੋਂ ਉਹ ਪ੍ਰਾਣੀ ਛੁੱਟ ਗਏ। ਹਰ ਪਦ ਪਾਏ ਮੁਕਤ ਸੋ ਭਏ। ਵਾਹਿਗੁਰੂ ਦੇ ਗਿਆਨ ਵਾਲੀ ਪਦਵੀ ਪ੍ਰਾਪਤ ਕਰਕੇ ਉਹ ਮੁਕਤ ਹੋ ਗਏ। ਆਸਵਿਦ ਪਾਧਾਰੇ ਦੇ ਧਰੀਜੈ। ਤੇ ਗੋਪਾਲ ਪਾਂਦਾ ਜੀ ਆਪਦੇ ਦਿਲ ਦੇ ਵਿੱਚ ਐਵੇਂ ਇਹ ਗੱਲਾਂ ਬਾਤਾਂ ਜਿਹੜੇ ਬਚਨ ਬਿਲਾਸ ਨੇ ਸਾਡੇ ਧਾਰਨ ਕਰ ਲਓ। ਤਨ ਵਿਮਾਨ ਨਾ ਮੂਲ ਕਰੀਜੈ। ਸਰੀਰ ਦਾ ਮਾਣ ਤੁਸੀਂ ਭੁੱਲ ਕੇ ਵੀ ਨਾ ਕਰਨਾ ਕਰੋ ਵੀ ਇਹ ਮੇਰਾ ਸਰੀਰ ਬੜਾ ਸੋਹਣਾ ਸੁਣੱਖਾ, ਆਏ ਆ ਜਵਾਨ ਆ ਮੈਂ। ਹਰ ਸਿਮਰਨ ਕਰ ਪਾਰੀਐ। ਵਾਹਿਗੁਰੂ ਵਾਹਿਗੁਰੂ ਨਾਮ ਜਪ ਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਆਪਾਂ ਭਵ ਹੰਕਾਰ ਮੈਂ ਮੇਰੀ ਨੂੰ ਇਹਨੂੰ ਤਿਆਗ ਦਈਏ, ਨਾਸ਼ ਕਰ ਦਈਏ। ਹਰ ਬਿਨ ਆਨੰਦ ਦ੍ਰਿਸ਼ਟ ਨ ਧਰੀਏ। ਵਾਹਿਗੁਰੂ ਤੋਂ ਬਿਨਾ ਹੋਰ ਪਾਸੇ ਨਿਗਾਹ ਨਾ ਲੈ ਕੇ ਜਾਈਏ। ਦੁਰਲਭ ਨਾਰਦ ਤਨ ਕਰੋ ਸੁਕਾਰਤ। ਇਹ ਮਨੁੱਖਾ ਸਰੀਰ ਬੜਾ ਦੁਰਲਭ ਹੈ, ਉਹ ਇਹਨੂੰ ਸਫਲਾ ਕਰ ਲਓ। ਪੁਨ ਨਾ ਜਨਮ ਪਾਵੇ ਪਰਮਾਰਥ। ਫੇਰ ਇਹ ਪ੍ਰਾਣੀ ਤੈਨੂੰ ਜਨਮ ਨਹੀਂ ਪ੍ਰਾਪਤ ਹੋਵੇਗਾ ਛੇਤੀ ਕੀਤੇ ਆ, ਜੇਕਰ ਤੂੰ ਵਾਹਿਗੁਰੂ ਦਾ ਪਰਮ ਅਰਥ ਵੱਡਾ ਜਿਹੜਾ ਪ੍ਰਯੋਜਨ ਹੈ, ਵੱਡਾ ਜਿਹੜਾ ਤੇਰਾ ਮਤਲਬ ਹੈ ਪ੍ਰਮਾਤਮਾ ਦੇ ਗਿਆਨ ਦਾ, ਜੇਕਰ ਤੂੰ ਪਾ ਲਵੇਂਗਾ ਫਿਰ ਤੇਰਾ ਵਾਰ-ਵਾਰ ਜਨਮ ਨਹੀਂ ਹੋਵੇਗਾ। ਜੇ ਜਨਮ ਨਹੀਂ ਹੋਵੇਗਾ ਫਿਰ ਮਰਨਾ ਵੀ ਨਹੀਂ ਹੋਵੇਗਾ। ਦੋਹਰਾ ਸੁਨ ਪਦਾ ਪਾਇਨ ਪਰਾ। ਤੇ ਸੁਣ ਕੇ ਸਾਰ ਸੈਂਦਰੀ ਗੋਪਾਲ ਨਾਮ ਦੇ ਪੰਧਾਰੀ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਏ। ਬੰਦ ਮਤ ਮੰਦ। ਮਹਾਰਾਜ ਮੈਂ ਨਾ ਬੰਧਨਾਂ ਦੇ ਸਮੇਤ ਆ ਜੀ, ਮੈਂ ਮੰਦੀ ਮੱਤ ਵਾਲਾ ਪਾਤਸ਼ਾਹ ਨਹੀਂ, ਮੈਨੂੰ ਬੰਧਨ ਪਏ ਹੋਏ ਨੇ। ਲਖੀ ਨ ਤੁਬ ਗਤ ਜਾਵਹੀ। ਮਹਾਰਾਜ ਤੁਹਾਡੀ ਜਿਹੜੀ ਖੇਡ ਹੈ ਨਾ ਮੇਰੇ ਤੋਂ ਜਾਣੀ ਨਹੀਂ ਜੇ ਜਾਂਦੇ। ਪਾ ਅਵਤਾਰ ਮੁਕੰਦ। ਮੈਂ ਤੇ ਇਹ ਗੱਲ ਬਾਤ ਜਾਣੀ ਹੈ ਵੀ ਤੁਸੀਂ ਮੁਕਤੀ ਦਾਤਾ ਪ੍ਰਮਾਤਮਾ ਦਾ ਅਵਤਾਰ ਹੋਇਓ। ਚੌਪਈ ਬਦਨ ਗਿਰਾ ਤਵ ਜਿਉ ਕਰਵਾਰਾ। ਅਰੇ ਤੁਹਾਡੇ ਜਿਹੜੇ ਬੋਲਦੇ ਨੇ ਐਵੇਂ ਨੇ ਵੀ ਜਿਵੇਂ ਤਲਵਾਰ ਹੋਵੇ। ਗਿਆਨ ਸਾਨ ਪਰਤੇ ਗਰਗ ਧਾਰਾ। ਜਿਵੇਂ ਤਲਵਾਰ ਨੂੰ ਸਾਣ ਤੇ ਲਾ ਕੇ ਤਿੱਖੀ ਕਰ ਲਈਦਾ, ਐਵੇਂ ਤੁਹਾਡੇ ਜਿਹੜੇ ਬਚਨ ਨੇ ਗਿਆਨ ਦੀ ਸਾਣ ਤੇ ਲੱਗ ਕੇ ਨਾ ਬਹੁਤ ਤਿੱਖੇ ਨੇ, ਮੇਰੇ ਅਗਿਆਨ ਨੂੰ ਵੱਢੀ ਜਾਂਦੇ ਨੇ। ਮੁਸਕੇ ਸੰਗ ਜਟੀ ਸੋ। ਤੇ ਜਿਵੇਂ ਆਪਣਾ ਤਲਵਾਰ ਦੇ ਨਾਲ ਮੁੱਠ ਲੱਗੀ ਹੁੰਦੀ ਹੈ, ਤੇ ਐਵੇਂ ਭਗਤੀ ਰੂਪੀ ਮੁੱਠ ਹੈ ਜਿਹੜੀ ਨਾ, ਇਹ ਤੁਹਾਡੀ ਗਿਆਨ ਰੂਪੀ ਤਲਵਾਰ ਦੇ ਨਾਲ ਜੜੀ ਹੋਈ ਹੈ। ਰਾਗ ਆਕਾਰ ਕਟੀ ਸੋ। ਤੇ ਜਿਵੇਂ ਬੜਾ ਸੋਹਣਾ ਆਕਾਰ ਬਣਾਇਆ ਹੁੰਦਾ, ਘੜਿਆ ਹੁੰਦਾ ਤਲਵਾਰ ਦਾ, ਐਵੇਂ ਜਿਹੜਾ ਪੱਕਾ ਵਿਰਾਗ ਹੈ, ਹਿਰਦੇ ਵਿੱਚ ਇੱਕ ਵਾਰੀ ਵਿਰਾਗ ਹੋ ਗਿਆ ਦੁਬਾਰੇ ਮੋਹ ਆਉਣਾ ਹੀ ਨਹੀਂ। ਇਹ ਜਿਹੜਾ ਪੱਕਾ ਵਿਰਾਗ ਹੈ ਨਾ, ਜਿਹਨੂੰ ਸ਼ੇਰ ਵਿਰਾਗ ਆਖਿਆ ਜਾਂਦਾ, ਤੇ ਇਹ ਕਹਿ ਲਓ ਬੜਾ ਸੋਹਣਾ ਆਕਾਰ ਬਣਾਇਆ ਹੋਇਆ, ਇਹਦਾ ਘੜਿਆ ਹੋਇਆ। ਸੋ ਸੂਰਾ ਇਸ ਸਨਮੁਖ ਧਾਵੈ। ਜਿਹੜਾ ਸੂਰਮਾ ਇਹਦੇ ਸਾਹਮਣੇ ਆਵੇਗਾ, ਅੰਗ ਗਿਆਨ ਤਾਈ ਕਟ ਜਾਵੇ। ਉਹਦੇ ਦਿਲ ਦੇ ਵਿੱਚ ਅਗਿਆਨਤਾ ਦਾ ਜਿਹੜਾ ਅੰਗ ਹੈ ਨਾ ਸਿਰੇ ਵੱਢਿਆ ਜਾਵੇਗਾ। ਸਰੂਪ ਕੀ ਲਗਦਾ ਹੋਈ। ਉਹਨੂੰ ਆਪਣੇ ਸਰੂਪ ਦੀ ਆਪਣਾ ਜਾਣਕਾਰੀ ਹੋ ਜਾਵੇਗੀ, ਉਹ ਵਾਹਿਗੁਰੂ ਵਿੱਚ ਇੱਕਮਿਕ ਹੋ ਜਾਵੇਗਾ। ਕਹਿ ਪਾਟ ਮਿਲਿਓ ਸੁਰਗ ਸੁਖ ਸੋਈ। ਜਿਹੜਾ ਸੂਰਮਾ ਐਵੇਂ ਆ ਕੇ ਇਹਦੇ ਅੱਗੇ ਅੜੇਗਾ ਤਲਵਾਰ ਦੇ ਅੱਗੇ, ਤੁਹਾਡੇ ਬਚਨਾਂ ਦੇ ਅੱਗੇ, ਉਹਨੂੰ ਫਿਰ ਮਾਰ ਕੇ ਸੱਚਖੰਡ ਦਾ ਸੁੱਖ ਪ੍ਰਾਪਤ ਹੋਵੇਗਾ। ਵਿਸ਼ੇ ਫਸੇ ਕਾਤੁਰ ਡਰ ਪਾਈ। ਹਾਂ, ਜਿਹੜੇ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਕਰ ਬੁਝਦਿਲ ਲੋਕ ਨੇ ਤੁਹਾਡੇ ਬਚਨਾਂ ਰੂਪੀ ਤਲਵਾਰ ਤੋਂ ਡਰਦੇ ਨੇ। ਬੇਮੁਖ ਭੈ ਨ ਧੀਰ ਧਰਾਈ। ਪਰ ਤੁਹਾਡੇ ਚਰਨਾਂ ਤੋਂ ਬੇਮੁਖ ਹੋ ਗਏ ਨੇ, ਹੌਸਲਾ ਨਹੀਂ ਰੱਖਦੇ। ਗਇਓ ਲੋਕ ਪਰਲੋਕ ਵਿਗਾਰਾ। ਉਹਨਾਂ ਦਾ ਆਹ ਲੋਕ ਵੀ ਚਲਿਆ ਗਿਆ ਤੇ ਪਰਲੋਕ ਵੀ ਉਹਨਾਂ ਨੇ ਵਿਗਾੜ ਲਿਆ। ਰਨ ਤਨ ਮਾਨੁਖ ਪਿਛ ਪਗ ਧਾਰਾ। ਤੇ ਮਨੁੱਖਾ ਜਨਮ ਨੂੰ ਸਫਲਿਆ ਕਰਨ ਰੂਪੀ ਜਿਹੜਾ ਜੰਗ ਸੀ ਨਾ, ਉਹਦੇ ਤੋਂ ਪਿਛਾਂਹ ਪੈਰ ਪੁੱਟ ਲਏ ਉਹਨਾਂ ਨੇ, ਨਰਕਾਂ ਨੂੰ ਚਲੇ ਗਏ। ਦੋਹਰਾ ਅਕਸਮਾਤ ਕਰਨਾ ਕਰੇ। ਤੇ ਮਹਾਰਾਜ ਤੁਸੀਂ ਮੇਰੇ ਤੇ ਚਾਣ ਚੱਕੀ ਇੱਕੇ ਦਮ ਉਹੀ ਅਚਨਚੇਤ ਹੀ ਮੇਰੇ ਤੇ ਕਿਰਪਾ ਕਰ ਦਿੱਤੀ। ਦੇਖ ਦੀਨ ਕਰਤ ਦਾਨ। ਇਹ ਮੁਕਤੀ ਦਾਤਾ ਜੀਓ, ਤੁਸੀਂ ਮੈਨੂੰ ਗਰੀਬ ਜਾਣ ਕੇ, ਮੈਨੂੰ ਨਿਮਰਤਾ ਦੇ ਵਿੱਚ ਲਿਆ ਕਰਕੇ ਮਹਾਰਾਜ ਤੁਸੀਂ
ਆਪਣਾ ਮਹਾਰਾਜ ਤੁਸੀਂ ਮੇਰੇ ਗਤ ਦੇਖ ਦੀਨ ਗਤ ਦਾਨ ਮੁਕਤੀ ਦਾਤਾ ਜੀ, ਤੁਸੀਂ ਮੈਨੂੰ ਗਰੀਬ ਵੇਖ ਕੇ ਨਿਮਾਣਾ ਨਤਾਣਾ ਵੇਖ ਕੇ ਮੇਰੀ ਮੁਕਤੀ ਕਰ ਦਿੱਤੀ ਹੈ। ਲੈਵ ਲਾਗੀ ਮਨ ਭਜਨ ਕੀ, ਮੇਰੇ ਮਨ ਦੇ ਅੰਦਰ ਵਾਹਿਗੁਰੂ ਦੇ ਭਜਨ ਦੀ ਬਿਰਤੀ ਜੁੜ ਗਈ। ਸੁਨੇ ਮੈਨ ਜਬ ਕਾ, ਜਦੋਂ ਦੇ ਮੈਂ ਤੁਹਾਡੇ ਬਚਨ ਕੰਨਾਂ ਵਿੱਚ ਸੁਣੇ ਹਨ। ਚੌਪਈ ਤਬ ਕਪੋਲ ਕਲ ਬੋਲ ਅਮੁੱਲ, ਪਰ ਤੁਹਾਡੇ ਗੰਢ ਸਥਲਾਂ ਦੇ ਵਿੱਚੋਂ ਜਿਹੜੇ ਸੋਹਣੇ ਬੋਲ ਨਿਕਲਦੇ ਨੇ, ਇਹਨਾਂ ਦਾ ਮੁੱਲ ਕੋਈ ਨਹੀਂ। ਜੋ ਤਾਲੀ ਗੁਣ ਕੁਲ ਪੈ ਖੋਲੈ, ਜਿਵੇਂ ਕਿ ਕੁੰਜੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਸੋਹਣੇ ਤਰੀਕੇ ਨਾਲ ਜਿੰਦਰੇ ਨੂੰ ਖੋਲ ਦਿੰਦੀ ਹੈ, ਐਵੇਂ ਹੀ ਮਹਾਰਾਜ ਤੁਹਾਡੇ ਜਿਹੜੇ ਬੋਲ ਨੇ, ਤੁਹਾਡੇ ਜਿਹੜੇ ਬਚਨ ਵਿਲਾਸ ਨੇ, ਇਹ ਸ਼ੁਭ ਗੁਣਾ ਰੂਪੀ ਜਿੰਦਰੇ ਨੂੰ ਖੋਲਦੇ ਹਨ। ਬਾਗ ਅਨੋਚਿਤ ਮੋਜੋ ਵਿਖਾਨੈ, ਮਹਾਰਾਜ ਮੈਂ ਤੁਹਾਨੂੰ ਜਿਹੜੇ ਅਯੋਗ ਬਚਨ ਕਹੇ ਸਨ ਵੀ ਮੈਂ ਤੁਹਾਡੇ ਸੋਟੀਆਂ ਮਾਰਾਂਗਾ ਜੇਕਰ ਤੁਸੀਂ ਨਾ ਪੜ੍ਹੇ, ਤੁਹਾਨੂੰ ਘੂਰਿਆ ਸੀ ਮਹਾਰਾਜ ਮੈਂ ਜਿਹੜੇ ਤੁਹਾਨੂੰ ਅਯੋਗ ਬਚਨ ਕਹੇ ਸਨ, ਖਿਮਾ ਕਰੋ ਅਵ ਸ੍ਰੀ ਪ੍ਰਭ ਜਾਣੈ, ਮੈਨੂੰ ਜੀ ਖਿਮਾ ਕਰ ਦਿਓ। ਹੈ ਮਹਾਰਾਜ ਮੈਂ ਤੁਹਾਨੂੰ ਹੁਣ ਪ੍ਰਮਾਤਮਾ ਦਾ ਸਰੂਪ ਜਾਣਦਾ ਹਾਂ। ਅਸ ਕੈ ਵਾਰ ਵਾਰ ਪਦ ਬੰਧਨ, ਐਵੇਂ ਕਹਿ ਕੇ ਵਾਰ ਵਾਰ ਸਾਰ ਸੈਂਦਰੀ ਗੋਪਾਲ ਨਾਮ ਦੇ ਪੰਧ ਹੈ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਦੇ ਨੇ। ਤੁਧ ਦਰਸ਼ਨ ਤਰੈ ਤਾਪ ਨਿਕੰਦਨ, ਮਹਾਰਾਜ ਤੁਹਾਡੇ ਜਿਹੜੇ ਦੀਦਾਰ ਨੇ ਇਹ ਤਾਂ ਤਿੰਨਾਂ ਤਾਪਾਂ ਨੂੰ ਖਤਮ ਕਰਨ ਵਾਲੇ ਹਨ, ਆਧੀ ਵਿਆਧੀ ਉਪਾਧੀ ਨੂੰ। ਨਾਮ ਕਰਾਇਓ ਕਾਲੂ ਨੰਦਨ, ਤੁਸੀਂ ਆਪਣਾ ਨਾਮ ਰਖਵਾਉਣਾ ਕੀਤਾ ਧੰਨ ਬਾਬਾ ਮਹਿਤਾ ਜੀ ਦੇ, ਵਾਹਿਗੁਰੂ ਧੰਨ ਬਾਬਾ ਮਹਿਤਾ ਕਾਲੂ ਜੀ ਦੇ ਸੁਪੁੱਤਰ ਬਾਬਾ ਨਾਨਕ ਜੀ ਆਪ ਜੀ ਨੇ ਆਪਣਾ ਇਹ ਨਾਮ ਹੀ ਰਖਵਾਉਣਾ ਕੀਤਾ, ਪਰ ਤੁਸੀਂ ਹੈ ਪਰਮੇਸ਼ਰ ਦਾ ਰੂਪ। ਨਰ ਤਾਰਨ ਕਲ ਕੇ ਮਤ ਮੰਦਨ, ਮੰਦੀ ਮੱਤ ਵਾਲੇ ਜਿਹੜੇ ਲੋਕ ਸਨ, ਇਹਨਾਂ ਨੂੰ ਕਲਯੁਗ ਦੇ ਜਿਹੜੇ ਜੀਵ ਨੇ, ਇਹਨਾਂ ਨੂੰ ਤਾਰਨ ਵਾਸਤੇ ਆਏ ਹੋ। ਮੋਹਰੋ ਭਇਓ ਤੂਸਰੀ ਪਾਦਾ, ਫੇਰ ਕੀ ਸਾਰ ਸੈਂਦਰੀ ਪੰਧਰੀ ਫਿਰ ਚੁੱਪ ਹੋ ਗਿਆ, ਐਨ ਮਨ ਟਿਕ ਗਿਆ, ਸ਼ੀਤਲ ਹੋ ਗਿਆ। ਔਰ ਲਖ ਕਰ ਸੁਖ ਅਕਤ ਅਗਾਦਾ, ਦਿਲ ਵਿੱਚ ਸੁੱਖ ਜਾਣਿਆ, ਕਿਹੜਾ ਸੁੱਖ ਜਿਹੜਾ ਕਥਨ ਤੋਂ ਪਰੇ ਹੈ, ਜਿਹਦਾ ਥਾ ਕੋਈ ਨਹੀਂ। ਭਾ ਆਨੰਦ ਮੋਗੰਗ ਮਠਿਆਈ, ਐਵੇਂ ਆਨੰਦ ਹੋ ਗਿਆ ਪੰਧਾ ਜਿਰੇ ਤਾਈ, ਜਿਵੇਂ ਗੁੰਗਾ ਬੰਦਾ ਮਠਿਆਈ ਖਾ ਲਵੇ। ਵੇਤਨ ਕੀ ਪਦਵੀ ਪਾਈ, ਤੇ ਸਾਰ ਸੈਂਤਰੀ ਗੁੰਗਾ ਪ੍ਰਾਣੀ ਮਠਿਆਈ ਖਾ ਕੇ ਦੱਸ ਸਕਦਾ ਕਿ ਉਸਨੂੰ ਵੀ ਕਿੰਨੀ ਕੁ ਮਿੱਠੀ ਸੀ, ਕਿੰਨੀ ਕੁ ਸਵਾਦ ਸੀ? ਨਹੀਂ ਦੱਸ ਸਕਦਾ। ਐਵੇਂ ਸਾਰ ਸੈਂਤਰੀ ਨੂੰ ਜਿਹੜਾ ਆਨੰਦ ਪ੍ਰਾਪਤ ਹੋਇਆ ਨਾ ਪੰਧਾ ਜੀ ਨੂੰ, ਉਹ ਦੱਸ ਨਹੀਂ ਸਕਦੇ, ਉਹ ਕਿਸ ਨੂੰ ਬਿਆਨ ਨਹੀਂ ਕਰ ਸਕਦੇ। ਤੱਤ ਵੇਤੇ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਰੱਬ ਦੇ ਪਿਆਰੇ ਹੁੰਦੇ ਨੇ, ਗਿਆਨਵਾਨ ਪ੍ਰਾਣੀ ਹੁੰਦੇ ਨੇ, ਉਹਨਾਂ ਵਾਲੀ ਸਾਰ ਸੈਂਤਰੀ ਜਿਹੜੀ ਪਦਵੀ ਸੀ, ਮੁਰਾਤਬਾ ਪ੍ਰਾਪਤ ਕਰ ਲਿਆ ਆਪ ਜੀ ਨੇ। ਸੋ ਅੱਜ ਸਤਿਗੁਰੂ ਜੀ ਨੇ ਇੱਥੋਂ ਤੱਕ ਕਿਰਪਾ ਕੀਤੀ ਹੈ। ਪਿਆਰੇ ਹੋਈ ਭੁੱਲ ਗਿਆ ਤੇਰੀ ਮਾਫੀ, ਅਗਾਂਹ ਵਾਸਤੇ ਸਮਤ ਬਖਸ਼ਣੀ। ਹੁਣ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਮੋਹਰੋ ਭਇਓ ਤੂਸਰੀ ਪਾਦਾ, ਔਰ ਲਖ ਕਰ ਸੁਖ ਕਥ ਅਗਾਦਾ, ਭਾ ਆਨੰਦ ਮੋਕੰ ਮਿਠਿਆਈ, ਤਤ ਵੇਤਨ ਕੀ ਪਦਵੀ ਪਾਈ। ਵਾਹਿਗੁਰੂ ਜੀ ਕਾ ਖਾਲਸਾ